ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਭਾਗ 36ਵਾਂ ਤੁਹਾਡੇ ਸਨਮੁਖ ਰੱਖ ਰਿਹਾ ਹਾਂ। ਇਹਨਾਂ ਸਵਾਲ ਜਵਾਬਾਂ ਨੂੰ ਤੁਸੀਂ ਤਤ ਗੁਰਮਤ ਗਿਆਨ TV ਚੈਨਲ YouTube 'ਤੇ ਵੀ ਸੁਣ ਸਕਦੇ ਹੋ ਅਤੇ ਦਾਸ ਇੰਦਰ ਸਿੰਘ ਘੱਗਾ ਦੀ Facebook ਪੇਜ 'ਤੇ ਵੀ ਤੁਸੀਂ ਸੁਣ ਸਕਦੇ ਹੋ। ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੇਮੀ ਵੀਰ ਭੈਣਾਂ ਨੌਜਵਾਨ ਨੇ ਉਹ ਅੱਗੇ ਸ਼ੇਅਰ ਕਰਕੇ ਆਪੋ ਆਪਣੇ ਪੇਜਾਂ 'ਤੇ ਪਾ ਦਿੰਦੇ ਨੇ ਅਤੇ ਬਹੁਤ ਵੱਡੇ ਪੈਮਾਨੇ 'ਤੇ ਇਹਨਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਆਸ ਕਰਦੇ ਹਾਂ ਤੁਸੀਂ ਇਹਨੂੰ ਸੁਣ ਕੇ ਹੋਰ ਸਵਾਲ ਜਿਹੜੇ ਮਨ 'ਚ ਪੈਦਾ ਹੋਣਗੇ ਉਹ ਵੀ ਭੇਜਣ ਤੋਂ ਗੁਰੇਜ਼ ਨਹੀਂ ਕਰੋਗੇ ਅਤੇ ਆਪਣੇ ਮਾਨਸਿਕ ਵਿਕਾਸ ਵਾਸਤੇ ਲਗਾਤਾਰ ਯਤਨਸ਼ੀਲ ਰਹੋਗੇ। ਆਪਾਂ ਇਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਧਰਮ ਨਾਲ ਸੰਬੰਧਿਤ, ਗੁਰਮਤ ਨਾਲ ਸੰਬੰਧਿਤ, ਗੁਰਬਾਣੀ, ਇਤਿਹਾਸ, ਸਾਡੇ ਨਿੱਤ ਦੀ ਰਹਿਣ ਸਹਿਣ ਦੇ ਢੰਗ ਜੋ ਜ਼ਿੰਦਗੀ ਦੇ ਨੇ ਉਹਦੇ ਬਾਰੇ ਸਵਾਲ ਜਵਾਬ ਕੀਤੇ ਜਾਂਦੇ ਨੇ ਅਤੇ ਇਹਦੇ ਨਾਲ ਮਾਨਸਿਕ ਵਿਕਾਸ ਦੇ ਵਿੱਚ ਵਾਧਾ ਤਾਂ ਹੁੰਦਾ ਹੀ ਹੁੰਦਾ ਹੈ। ਕਈ ਸਾਰੀਆਂ ਗਲਤ ਫਹਿਮੀਆਂ ਵੀ ਮਨਾਂ ਦੇ ਵਿੱਚੋਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਇਹੋ ਜਿਹਾ ਸਵਾਲ ਜਵਾਬ ਦਾ ਸਿਲਸਿਲਾ ਕਿਤੇ ਵੀ ਸਿੱਖਾਂ ਦੇ ਵਿੱਚ ਅੱਜ ਤੱਕ ਸ਼ੁਰੂ ਨਹੀਂ ਕੀਤਾ ਗਿਆ। ਹਾਂ, ਕੁਝ ਰਸਾਲਿਆਂ ਦੇ ਵਿੱਚ ਸਵਾਲ ਜਵਾਬ ਲਿਖ ਕੇ ਸ਼ੁਰੂ ਕੀਤੇ ਗਏ ਸੀ ਪਰ ਉਹਨਾਂ ਦਾ ਦਾਇਰਾ ਰਸਾਲਿਆਂ ਦਾ ਅੱਜ ਕੱਲ੍ਹ ਬਹੁਤ ਘਟ ਗਿਆ ਅਤੇ ਸਾਰੇ ਲੋਕ ਪੜ੍ਹਦੇ ਵੀ ਨਹੀਂ ਹਨ। ਇਹ ਚੀਜ਼ਾਂ ਨੇ ਜਿਹੜੀਆਂ ਮੀਡੀਏ ਦੇ ਰਾਹੀਂ ਹਰ ਥਾਂ 'ਤੇ ਸਾਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਪਹੁੰਚ ਜਾਂਦੀਆਂ ਨੇ ਅਤੇ ਬਹੁਤ ਸਾਰਾ ਇਹਦੇ ਵਿੱਚ ਗਲਤ ਫਹਿਮੀਆਂ ਦੂਰ ਹੋ ਜਾਂਦੀਆਂ ਨੇ। ਆਓ ਆਪਾਂ ਅੱਗੇ ਇਹਨਾਂ ਦੀ ਸ਼ੁਰੂਆਤ ਕਰੀਏ। ਅੱਜ ਸਵਾਲ ਨੰਬਰ 361 ਭਾਈ ਮਨਜਿੰਦਰ ਸਿੰਘ ਬਠਿੰਡਾ ਤੋਂ। ਇਹਨਾਂ ਦਾ ਸਵਾਲ ਹੈ ਕਿ ਸਿੱਖਾਂ ਨੂੰ ਸ਼ਰਾਬ ਪੀਣ 'ਤੇ ਪਾਪ ਲੱਗਦਾ ਹੈ? ਗੁਰਬਾਣੀ ਦਾ ਕੀ ਫਰਮਾਨ ਹੈ ਸ਼ਰਾਬ ਬਾਰੇ? ਗੁਰੂ ਪਿਆਰ ਵਾਲਿਓ, ਪਾਪ ਅਤੇ ਪੁੰਨ ਦੇ ਚੱਕਰ ਨੂੰ ਮਨ 'ਚੋਂ ਕੱਢ ਦਿਓ। ਸ਼ਰਾਬ ਜਾਂ ਹੋਰ ਜਿਹੜੇ ਨਸ਼ੇ ਨੇ ਇਹ ਸਾਡੀ ਜ਼ਿੰਦਗੀ ਨੂੰ ਤਬਾਹ ਕਰਨ ਦਾ ਇੱਕ ਕਾਰਨ ਬਣਦੇ ਨੇ। ਜਿਹੜਾ ਬੰਦਾ ਸ਼ਰਾਬ ਪੀਂਦਾ ਹੈ, ਨਸ਼ੇ ਕਰਦਾ ਹੈ, ਉਹ ਆਪਣਾ ਮਾਨਸਿਕ ਤਵਾਜ਼ਨ ਵੀ ਵਿਗਾੜ ਲੈਂਦਾ ਹੈ। ਉਹ ਆਰਥਿਕ ਹਾਲਤ ਵੀ ਆਪਣੀ ਉਜਾੜ ਲੈਂਦਾ ਹੈ। ਘਰ ਦੇ ਵਿੱਚ ਕਲਹ ਕਲੇਸ਼ ਵੀ ਰੋਜ਼ਾਨਾ ਇਹਨਾਂ ਕਾਰਨਾਂ ਕਰਕੇ ਰਹਿੰਦਾ ਹੈ ਅਤੇ ਆਪਣੀ ਸਿਹਤ ਨੂੰ ਵੀ ਉਹ ਪੂਰੀ ਤਰ੍ਹਾਂ ਬਰਬਾਦ ਕਰ ਲੈਂਦਾ ਹੈ। ਕਾਮਯਾਬੀ ਨਾਲ ਜ਼ਿੰਦਗੀ ਜਿਉਣ ਵਾਸਤੇ ਉਹਦੇ ਕੋਲ ਕੁਛ ਵੀ ਬਾਕੀ ਨਹੀਂ ਰਹਿੰਦਾ। ਕਦੀ ਅੰਦਾਜ਼ਾ ਲਾ ਕੇ ਵੇਖੋ ਕਿ ਅੱਜ ਤੱਕ ਸ਼ਰਾਬੀ ਲੋਕਾਂ ਨੇ ਦੁਨੀਆ ਦੇ ਵਿੱਚ ਕਿਹੜੀ ਪ੍ਰਾਪਤੀ ਕਰਕੇ ਦਿੱਤੀ ਹੈ। ਜਿਹੜੇ ਲੋਕ ਵਿਆਹਾਂ ਸ਼ਾਦੀਆਂ 'ਤੇ ਹੋਰ ਪਾਰਟੀਆਂ ਆਦਿਕ 'ਤੇ ਲੱਖਾਂ ਰੁਪਈਆ ਸ਼ਰਾਬਾਂ 'ਤੇ ਹੀ ਰੋੜ ਦਿੰਦੇ ਨੇ, ਜੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਉਸ ਪੈਸੇ ਦੀ ਵਰਤੋਂ ਕੀਤੀ ਜਾਵੇ ਤਾਂ ਸਮਾਜ ਦਾ ਮੁਹਾਂਦਰਾ ਹੀ ਬਦਲ ਸਕਦਾ ਹੈ। ਪਰ ਸਾਨੂੰ ਅੱਜ ਤੱਕ ਅਜਿਹੀ ਮੱਤ ਦਿੱਤੀ ਹੀ ਨਹੀਂ ਗਈ। ਸਮਾਜ ਦੀ ਬਣਤਰ ਇਸ ਤਰ੍ਹਾਂ ਦੀ ਬਣੀ ਹੋਈ ਹੈ ਵੀ ਜਦੋਂ ਕੋਈ ਹੋਰ ਗੁਆਂਢੀ ਸ਼ਰਾਬ ਪੀਂਦਾ ਅਤੇ ਬੱਕਰੇ ਬੁਲਾਉਂਦਾ, ਫਾਇਰ ਕਰਦਾ, ਨੱਚਦਾ ਗਾਉਂਦਾ ਅਤੇ ਹੋਰ ਬਦਫੈਲੀਆਂ ਕਰਦਾ ਸ਼ਰਾਬਾਂ ਪੀ ਕੇ, ਤਾਂ ਅਸੀਂ ਉਹਦੇ ਨਾਲੋਂ ਘੱਟ ਕਿਉਂ ਰਹੀਏ? ਸਾਨੂੰ ਚੰਗੇ ਕੰਮ ਕਰਨ ਦੀ ਰੀਸ ਨਹੀਂ ਆਉਂਦੀ, ਬੁਰੇ ਕੰਮ ਕਰਨ ਦੀ ਰੀਸ ਆਉਂਦੀ ਹੈ ਕਿਉਂਕਿ ਬੁਰੇ ਕੰਮ ਦੇ ਵਿੱਚ ਫੌਰੀ ਤੌਰ 'ਤੇ ਪੈਸਾ ਖਰਚੋ ਅਤੇ ਸ਼ਾਮਲ ਹੋ ਜਾਓ। ਇਸੇ ਤਰ੍ਹਾਂ ਲੜਾਈ ਝਗੜਾ, ਗਾਲੀ ਗਲੋਚ, ਗੰਦੇ ਕੰਮਾਂ ਦੇ ਵਿੱਚ ਸ਼ਾਮਲ ਹੋਣ ਲਈ, ਮਸ਼ਹੂਰੀ ਖੱਟਣ ਲਈ, ਜਿਹੜੀ ਘਟੀਆ ਮਸ਼ਹੂਰੀ ਹੈ ਉਹਦੇ 'ਤੇ ਕੋਈ ਦੇਰ ਨਹੀਂ ਲੱਗਦੀ ਅਤੇ ਹਰ ਇਨਸਾਨ ਝਟਪਟ ਉਹਦੇ ਵਿੱਚ ਸ਼ਾਮਲ ਹੋ ਜਾਂਦਾ। ਪਰ ਚੰਗਿਆਈ ਦੇ ਰਾਹੀਂ ਮਸ਼ਹੂਰੀ ਖੱਟਣੀ ਇਹ ਬਹੁਤ ਔਖਾ ਕੰਮ ਹੈ। ਬੜਾ ਲੰਮਾ ਸਮਾਂ ਮਿਹਨਤ ਕਰਨੀ ਪੈਂਦੀ ਹੈ ਅਤੇ ਜਿਹੜੇ ਚੰਗਿਆਈ ਦੇ ਰਾਹੀਂ ਮਸ਼ਹੂਰ ਵੀ ਹੁੰਦੇ ਨੇ ਉਹ ਕਦੀ ਮਸ਼ਹੂਰੀ ਦੀ ਆਸ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਸਿਆਣਪ ਇੰਨੀ ਹੈ, ਉਹਨਾਂ ਨੂੰ ਪਤਾ ਹੈ ਕਿ ਜੇ ਸਮਾਜ ਪਛੜਿਆ ਹੋਇਆ ਅਤੇ ਮੈਨੂੰ ਅੱਜ ਪਸੰਦ ਵੀ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਜ਼ਰੂਰ ਯਾਦ ਕਰਨਗੇ। ਕਾਰਨ ਹੈ ਕਿ ਅੱਜ ਇਹਨਾਂ ਦਾ ਮਾਨਸਿਕ ਪੱਧਰ ਬਹੁਤ ਨੀਵਾਂ ਹੈ। ਮੈਂ ਇਹਨਾਂ ਤੋਂ ਅੱਗੇ ਦੀਆਂ ਗੱਲਾਂ ਕਰ ਰਿਹਾ ਅਤੇ ਇਹ 10 ਸਾਲ 20 ਸਾਲ ਜਾਂ 100 ਸਾਲ ਤੋਂ ਬਾਅਦ ਕਿਤੇ ਮੇਰੀਆਂ ਗੱਲਾਂ ਇਹਨਾਂ ਨੂੰ ਸਮਝ ਆਉਣਗੀਆਂ। ਚੰਗੇ ਕੰਮ ਕਰਨਾ ਚਾਹੀਦਾ, ਨਾ ਕਿ ਸ਼ਰਾਬਾਂ ਅਤੇ ਹੋਰ ਭੈੜੇ ਕੰਮ ਕਰਕੇ ਮਸ਼ਹੂਰੀ ਵਾਲਾ ਜਿਹੜਾ ਕਾਰਜ ਹੈ ਉਹ ਸਾਡੇ ਨੌਜਵਾਨ ਕਰ ਰਹੇ ਨੇ। ਮਹਿੰਗੀਆਂ ਕਾਰਾਂ, ਮਹਿੰਗੇ ਮੋਟਰਸਾਈਕਲ, ਮਹਿੰਗੇ ਸੂਟ ਬੂਟ ਅਤੇ ਮਹਿੰਗੇ ਮਕਾਨ, ਪਰ ਚੰਗੀ ਪੜ੍ਹਾਈ, ਚੰਗੀ ਨੌਕਰੀ, ਚੰਗਾ ਵਪਾਰ, ਚੰਗੀ ਇਨਸਾਨੀਅਤ, ਚੰਗੇ ਗੁਣ, ਚੰਗਾ ਪਰਉਪਕਾਰ, ਸਿਆਣਪ, ਬਹਾਦਰੀ ਇਹ ਖੰਭ ਲਾ ਕੇ ਉੱਡ ਚੁੱਕੀ ਹੋਈ ਹੈ।
ਕੰਮ ਕਰਨ ਨੂੰ ਕੋਈ ਵੀ ਤਿਆਰ ਨਹੀਂ ਤੇ ਖਰੂਦ ਪਾਉਣ ਨੂੰ ਸਾਰੇ ਤਿਆਰ ਨੇ। ਕੁਰਾਹੇ ਬਹੁਤਾ ਸਮਾਜ ਪਿਆ ਹੋਇਆ ਹੈ। ਗੁਰਬਾਣੀ ਨੇ ਸਾਨੂੰ ਸ਼ਰਾਬ ਆਦਿਕ ਤੋਂ ਅਤੇ ਹੋਰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮਨਾਹੀ ਕੀਤੀ ਹੈ। ਸਤਿਗੁਰੂ ਤੇ ਇੱਥੋਂ ਤੱਕ ਫਰਮਾਨ ਕਰਦੇ ਨੇ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿਚਾਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਝੂਠਾ ਮਦਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਹੇ ਭਾਈ, ਮਨੁੱਖ ਤਾਂ ਪਹਿਲਾਂ ਹੀ ਬੜੀਆਂ ਕਮਜ਼ੋਰੀਆਂ ਗਲਤੀਆਂ ਨਾਲ ਭਰਿਆ ਹੋਇਆ, ਐਬਾਂ ਨਾਲ ਭਰਿਆ ਹੋਇਆ, ਤੇ ਹੋਰ ਸ਼ਰਾਬ ਦਾ ਸਿਆਪਾ ਗਲ ਪਵਾ ਲਿਆ। ਤੇ ਇਹੋ ਜਿਹੀ ਝੂਠਾ ਨਸ਼ਾ ਹੈ ਜਿਹੜਾ ਕਦੀ ਵੀ ਨਹੀਂ ਕਰਨਾ। ਤੇ ਸਤਿਗੁਰੂ ਤੇ ਕਹਿੰਦੇ ਨੇ ਕਿਸੇ ਵੀ ਹਾਲਤ ਦੇ ਵਿੱਚ ਸ਼ਰਾਬ ਆਦਿਕ ਨਸ਼ਾ ਨਹੀਂ ਕਰਨਾ। ਗੁਰੂ ਪਿਆਰ ਵਾਲਿਓ, ਇੱਥੇ ਤਾਂ ਬੰਦੇ ਨੂੰ ਆਪਣੀ ਜਵਾਨੀ ਦਾ ਹੀ ਨਸ਼ਾ ਬਹੁਤ ਹੈ, ਆਪਣੀ ਸੁੰਦਰਤਾ ਹੀ ਨਸ਼ਾ ਬਹੁਤ ਹੈ, ਆਪਣੇ ਪਰਉਪਕਾਰਾਂ ਦਾ ਹੀ ਨਸ਼ਾ ਬਹੁਤ ਹੈ, ਆਪਣੀ ਨੇਕੀ ਚੰਗਿਆਈ ਦਾ ਹੀ ਨਸ਼ਾ ਹੋ ਜਾਣਾ ਚਾਹੀਦਾ। ਉਹੀ ਬਹੁਤ ਹੈ ਕਿ ਸਮਾਜ ਦੇ ਵਿੱਚ ਮੇਰੇ ਚੰਗੇ ਕੰਮਾਂ ਕਰਕੇ ਇੱਜ਼ਤ ਬਣੀ ਹੋਈ ਹੈ। ਇਹੋ ਹੀ ਨਸ਼ਾ ਬਹੁਤ ਹੈ। ਜਿਹੜੇ ਦੂਜੇ ਨਸ਼ੇ ਨੇ, ਸ਼ਰਾਬ, ਅਫੀਮ, ਭੁੱਕੀ, ਸਮੈਕ, ਇਹਨਾਂ ਤੋਂ ਜਿੰਨਾ ਬਚਿਆ ਜਾਵੇ ਓਨਾ ਚੰਗਾ ਹੈ। ਕਈ ਨੌਜਵਾਨ ਇਹ ਸਵਾਲ ਕਰਦੇ ਨੇ ਕਿ ਇੱਕ ਦਵਾਈ ਦੇ ਤੌਰ 'ਤੇ ਜੇ ਸ਼ਰਾਬ ਨੂੰ ਲੈ ਲਿਆ ਜਾਵੇ ਫਿਰ ਕਿਹੜੀ ਮਾੜੀ ਗੱਲ ਹੈ, ਕਿਉਂਕਿ ਦਵਾਈਆਂ ਦੇ ਵਿੱਚ ਵੀ ਤਾਂ ਨਸ਼ਾ ਹੁੰਦਾ ਹੈ। ਮੇਰਾ ਸਿੱਧਾ ਸਵਾਲ ਹੈ, ਤੁਹਾਨੂੰ ਅੱਜ ਤੱਕ ਡਾਕਟਰਾਂ ਨੇ ਤਾਂ ਨਸ਼ੇ ਵਾਲੀਆਂ ਗੋਲੀਆਂ ਲਿਖ ਕੇ ਦਿੱਤੀਆਂ ਹੋਣਗੀਆਂ, ਪਰ ਸ਼ਰਾਬ ਪੀਣ ਦੀ ਇਜਾਜ਼ਤ ਡਾਕਟਰ ਕਦੇ ਨਹੀਂ ਦਿੰਦੇ। ਮੂੰਹ ਜ਼ਬਾਨੀ ਡਾਕਟਰ ਬੇਸ਼ੱਕ ਕਹਿ ਦੇਵੇ ਕਿ ਘੁੱਟਕ ਲਾ ਲਿਆ ਕਰ, ਪਰ ਲਿਖ ਕੇ ਕਦੇ ਨਹੀਂ ਦੇਵੇਗਾ, ਕਿਉਂਕਿ ਉਹਨੂੰ ਪਤਾ ਹੈ ਇਹ ਜਿਹੜੀ ਆਬਾਦੀ ਹੈ ਬਹੁਤ ਭੈੜੀ ਹੈ। ਅਤੇ ਗੋਲੀਆਂ ਨੇ ਜਿਹੜੀਆਂ ਨਸ਼ੇ ਦੀਆਂ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਹੈ, ਉਹਨਾਂ ਦੇ ਵਿੱਚ ਇੱਕ ਖਾਸ ਮਿਕਦਾਰ ਹੱਦ ਤੱਕ ਨਸ਼ਾ ਹੁੰਦਾ, ਉਦੋਂ ਜ਼ਿਆਦਾ ਉਹਦੇ 'ਚ ਨਸ਼ਾ ਨਹੀਂ ਹੁੰਦਾ। ਜਦੋਂ ਕਿ ਸ਼ਰਾਬ ਹੈ ਇਹ ਦਵਾਈ ਵਾਸਤੇ ਨਹੀਂ ਵਰਤੀ ਜਾਂਦੀ, ਇਹ ਐਸ਼ ਪ੍ਰਸਤੀ ਵਾਸਤੇ ਵਰਤੀ ਜਾਂਦੀ ਹੈ ਅਤੇ ਕਈ ਗਲਤ ਕੰਮਾਂ ਵਾਸਤੇ ਵਰਤੀ ਜਾਂਦੀ ਹੈ। ਓਨੇ ਲੋਕ ਹੋਰ ਕਾਰਨਾਂ ਕਰਕੇ ਜੇਲ੍ਹਾਂ 'ਚ ਨਹੀਂ ਬੈਠੇ ਜਿੰਨੇ ਨਸ਼ਿਆਂ ਦੇ ਕਾਰਨ ਜੇਲ੍ਹਾਂ 'ਚ ਬੰਦ ਹੋਏ ਬੈਠੇ ਨੇ। ਓਨੇ ਐਕਸੀਡੈਂਟ ਸੋਫੀ ਲੋਕਾਂ ਤੋਂ ਸੜਕਾਂ 'ਤੇ ਨਹੀਂ ਹੋਏ ਹੋਣਗੇ ਜਿੰਨੇ ਨਸ਼ੇੜੀਆਂ ਨੇ ਐਕਸੀਡੈਂਟ ਕੀਤੇ ਨੇ, ਜਾਨਾਂ ਗਵਾਈਆਂ ਨੇ। ਬਹੁਤ ਨੁਕਸਾਨ, ਮੈਂ ਤਾਂ ਜੇਲ੍ਹਾਂ ਦੇ ਵਿੱਚ ਵੀ ਸਰਵੇ ਕਰਕੇ ਵੇਖ ਚੁੱਕਿਆ ਹੋਇਆ, ਅਤੇ ਬਹੁਤ ਸਾਰਾ ਨੁਕਸਾਨ ਨਸ਼ਿਆਂ ਦੇ ਕਾਰਨ ਹੀ ਹੋ ਰਿਹਾ। ਜੇ ਆਪਣੇ ਆਪ ਨੂੰ ਬਚਾ ਸਕੀਏ ਤਾਂ ਆਪਣਾ ਹੋਰ ਕਿਸੇ ਤੋਂ ਰਾਖੀ ਦੀ ਲੋੜ ਨਹੀਂ, ਆਪਣੇ ਆਪ ਤੋਂ ਆਪਣੀ ਰਾਖੀ ਕਰਵਾਉਣੀ ਜ਼ਰੂਰੀ ਹੈ। ਸਾਡਾ ਮਨ ਹੀ ਬੇਕਾਬੂ ਹੋ ਕੇ ਸਾਨੂੰ ਦੂਜੇ ਪਾਸੇ ਖਿੱਚ ਕੇ ਲੈ ਜਾਂਦਾ। ਸੋ ਨਸ਼ਿਆਂ ਤੋਂ ਹਰ ਹਾਲਤ ਦੇ ਵਿੱਚ ਆਪਾਂ ਬਚਣਾ। ਗੁਰਬਾਣੀ ਸਾਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਵਰਜਦੀ ਹੈ। ਬੇਅੰਤ ਪੰਕਤੀਆਂ ਗੁਰਬਾਣੀ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਮੌਜੂਦ ਨੇ। ਤੁਹਾਨੂੰ ਕੇਵਲ 2-3 ਪੰਕਤੀਆਂ ਹੀ ਪੜ੍ਹ ਕੇ ਸੁਣਾਈਆਂ ਨੇ, ਹੋਰ ਬਹੁਤ ਸਾਰੀਆਂ ਪੰਕਤੀਆਂ ਨੇ, ਇੱਥੋਂ ਤੱਕ ਕਿ 360 ਪੰਨੇ 'ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਅਤੇ ਉਹਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਾਣੀ ਦੇ ਮੁਤਾਬਕ ਜੋਗੀਆਂ ਨੇ ਸ਼ਰਾਬ ਪੇਸ਼ ਕੀਤੀ ਕਿ ਲਓ ਤੁਸੀਂ ਵੀ ਮੌਜ ਮਸਤੀ ਕਰ ਲਓ। ਫਿਰ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਦੇ ਪਰਥਾਏ ਉਹ ਸ਼ਬਦ ਉਚਾਰਨ ਕੀਤਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਇਹ ਸਾਰਾ ਸ਼ਬਦ 360 ਪੰਨੇ 'ਤੇ ਆਪ ਤੁਸੀਂ ਪੜ੍ਹ ਕੇ ਵੇਖ ਲਿਓ। ਜੋਗੀਆਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਫਟਕਾਰਾਂ ਪਾਈਆਂ ਨੇ ਕਿ ਮੈਂ ਤਾਂ ਲੋਕਾਂ ਨੂੰ ਸ਼ਰਾਬ ਅਤੇ ਨਸ਼ੇ ਛੁਡਾ ਰਿਹਾ ਅਤੇ ਤੁਸੀਂ ਮੈਨੂੰ ਇਹ ਸ਼ਰਾਬ ਪਰੋਸ ਰਹੇ ਹੋ, ਅਤੇ ਤੁਸੀਂ ਖੁਦ ਸਾਧੂ ਜੋਗੀ ਬਣ ਕੇ ਤਿਆਗੀ ਬਣ ਕੇ ਸ਼ਰਾਬ ਪੀ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ। ਸੋ ਪਿਆਰਿਓ, ਬਹੁਤ ਕੁਛ ਹੈ। ਸਾਨੂੰ ਸਿੱਖਾਂ ਨੂੰ ਤਾਂ ਖਾਸ ਕਰਕੇ ਇਹਨਾਂ ਨਸ਼ਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਗੁਰੂ ਕੇ ਪਿਆਰੇ ਅਤੇ ਸਮਾਜ ਦੇ ਸੇਵਕ ਬਣ ਸਕਾਂਗੇ। ਸਵਾਲ ਨੰਬਰ 362, ਭਾਈ ਅਜਮੇਰ ਸਿੰਘ ਫੌਜੀ, ਬੁਰਜ ਕਲਾਲਾ। ਇਹਨਾਂ ਦਾ ਸਵਾਲ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਇਆ ਸੀ। ਕਥਾਕਾਰ ਸਟੇਜਾਂ 'ਤੇ ਤਾਂ ਇਹੋ ਹੀ ਸੁਣਾਉਂਦੇ ਨੇ, ਗੁਰਬਾਣੀ ਦੇ ਵਿੱਚੋਂ ਇਹਦੇ ਪ੍ਰਮਾਣ ਦੇ ਕੇ ਸਮਝਾਓ। ਇੱਥੇ ਗੁਰੂ ਪਿਆਰਿਓ, ਇਸ ਕਹਾਣੀ ਦੇ ਵਿੱਚ ਜੋ ਇੰਨੀ ਗਲਤ ਫਹਿਮੀ ਕਥਾਕਾਰ, ਲਿਖਾਰੀ, ਪ੍ਰਚਾਰਕਾਂ ਦੇ ਮਨਾਂ ਵਿੱਚ ਪੈ ਗਈ ਹੈ, ਅਤੇ ਉਹੀ ਗਲਤ ਕਹਾਣੀਆਂ ਉਹਨਾਂ ਨੇ ਸਟੇਜਾਂ 'ਤੇ ਸੁਣਾ ਕੇ ਅਤੇ ਲਿਖ ਕੇ ਆਮ ਲੋਕਾਂ ਦੇ ਅੰਦਰ ਠੂਸ ਦਿੱਤੀਆਂ ਨੇ, ਤਾਂ ਉਹ ਨਿਕਲਣੀਆਂ ਕਾਫੀ ਮੁਸ਼ਕਲ ਹੋਈਆਂ ਨੇ। ਜਦੋਂ ਕਿ ਆਪਾਂ ਸਾਰੇ ਜਾਣਦੇ ਹਾਂ ਪੱਥਰ ਤਾਂ ਇੱਕ ਬੇਜਾਨ ਚੀਜ਼ ਹੈ, ਉਹ ਕੇਵਲ ਅਤੇ ਕੇਵਲ
ਕਿਸੇ ਸੜਕ ਬਣਾਉਣ ਦੇ, ਮਕਾਨ ਬਣਾਉਣ ਦੇ, ਕਿਤੇ ਹੋਰ ਅਜਿਹੇ ਕੰਮ ਤਾਂ ਪੱਥਰ ਆ ਸਕਦਾ ਹੈ, ਪਰ ਨਾ ਉਹ ਰੱਬ ਹੈ, ਨਾ ਉਹਦੇ ਵਿੱਚ ਰੱਬ ਲੁਕਿਆ ਬੈਠਾ ਹੈ, ਤੇ ਨਾ ਧੰਨਾ ਜੀ ਇੰਨੇ ਕਮਲੇ ਨੇ ਕਿ ਬ੍ਰਾਹਮਣ ਦੇ ਆਖੇ ਲੱਗ ਕੇ ਉਹ ਪੱਥਰ ਦੀ ਪੂਜਾ ਕਰਨ ਲੱਗ ਪੈਣ ਤੇ ਫਿਰ ਕਹਾਣੀ ਦੇ ਮੁਤਾਬਕ ਪੱਥਰ 'ਚੋਂ ਰੱਬ ਨਿਕਲ ਪਵੇ ਤੇ ਭਗਤ ਧੰਨੇ ਜੀ ਵੱਲੋਂ ਦਿੱਤੀ ਗਈ ਰੋਟੀ ਖਾਵੇ, ਦੁੱਧ ਪੀਵੇ, ਲੱਸੀ ਪੀਵੇ, ਜਿਹੜਾ ਕੁਛ ਖਵਾਉਂਦਾ ਪਿਆਉਂਦਾ ਧੰਨਾ ਉਹ ਰੱਬ ਖਾਂਦਾ ਜਾਵੇ ਪੱਥਰ 'ਚੋਂ ਨਿਕਲ ਕੇ। ਫਿਰ ਧੰਨਾ ਜੀ ਚੌਂਕੜੀ ਮਾਰ ਕੇ ਉੱਥੇ ਬੈਠਾ ਰਵੇ ਤੇ ਰੱਬ ਉਹਦੀਆਂ ਮੱਝਾਂ ਚਾਰਦਾ, ਉਹਦੇ ਖੇਤਾਂ ਨੂੰ ਪਾਣੀ ਲਾਉਂਦਾ, ਉਹਦੀ ਫਸਲ ਵੱਢਦਾ, ਬੀਜਦਾ, ਜਾਣੀ ਕਿ ਰੱਬ ਨੌਕਰ ਲੱਗ ਗਿਆ ਤੇ ਧੰਨਾ ਜੀ ਸਰਦਾਰ ਬਣ ਕੇ ਚੌਂਕੜਾ ਮਾਰ ਕੇ ਬੈਠ ਗਿਆ। ਰੱਬ ਨੂੰ ਕਹਿੰਦਾ ਕਿ ਜਾ ਰੱਬ ਵਾਹ, ਮੈਂ ਤੈਨੂੰ ਰੋਟੀ ਖਵਾ ਦਿੱਤੀ ਹੈ, ਪੱਥਰ 'ਚੋਂ ਘਸੀਟ ਕੇ ਬਾਹਰ ਤੈਨੂੰ ਕੱਢ ਲਿਆ, ਹੁਣ ਮੇਰੇ ਕੰਮ ਨਹੀਂ ਕਰੇਗਾ ਤਾਂ ਖੜਾ ਕਿਵੇਂ ਛਡਾਵੇਂਗਾ, ਮੈਂ ਫਿਰ ਤੈਨੂੰ ਰੱਬ ਨਹੀਂ ਮੰਨਾਂਗਾ। ਇਹ ਬਾਹਿਆਤ ਕਹਾਣੀਆਂ ਪਾਗਲਪਣ ਦੀਆਂ ਨਿਸ਼ਾਨੀਆਂ ਨੇ। ਇਹ ਮੂਰਖ ਲੋਕਾਂ ਨੇ ਸਾਡੇ ਖੋਪੜੀ 'ਚ ਤੁੰਨ ਦਿੱਤੀਆਂ ਨੇ ਤੇ ਸਾਨੂੰ ਅੱਧ ਪਾਗਲ ਜਿਹਾ ਬਣਾ ਕੇ ਰੱਖ ਦਿੱਤਾ ਹੈ। ਹੁਣ ਇਹ ਜਿਹੜੀ ਇੱਕ ਪੌੜੀ 10ਵੀਂ ਵਾਰ ਦੀ ਜਿਹੜੀ 13ਵੀਂ ਪੌੜੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ, ਇਹਦਾ ਇਹ ਕੱਚ ਘਰੜ ਅਰਥ ਕਰਕੇ ਸਾਡੇ ਪ੍ਰਚਾਰਕਾਂ ਨੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਤੇ ਇੱਥੇ ਇੱਕ ਇੱਕ ਪੰਕਤੀ ਦਾ ਆਪਾਂ ਸੰਖੇਪ ਵਿਚਾਰ ਕਰਾਂਗੇ। ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ। ਬਾਹਮਣ ਤਾਂ ਆਪਣੇ ਪੱਥਰ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਪਰ ਧੰਨਾ ਜੀ ਆਪਣੇ ਕੰਮ ਧੰਦੇ ਕਰਦਾ, ਗਊਆਂ ਚਾਰਨੀਆਂ, ਪਸ਼ੂ ਸਾਂਭਣੇ ਆਦਿਕ। ਧੰਨਾ ਡਿੱਠਾ ਚਲਤ ਇਹ ਪੁੱਛੈ, ਬਾਹਮਣ ਆਖ ਸੁਣਾਵੈ। ਧੰਨੇ ਨੇ ਇੱਕ ਦਿਨ ਵੇਖਿਆ ਕਿ ਆਹ ਜਿਹੜਾ ਪੰਡਤ ਹੈ ਇਹ ਤਾਂ ਬੈਠਾ ਇੱਕ ਥਾਂ 'ਤੇ ਪੂਜਾ ਕਰਦਾ ਤੇ ਇਹ ਪੂਜਾ ਕਰਕੇ ਖੱਟੀ ਕੀ ਖੜਦਾ ਹੈ। ਉਹਨੇ ਸਵਾਲ ਜਵਾਬ ਕੀਤੇ ਪੰਡਤ ਦੇ ਨਾਲ ਧੰਨਾ ਜੀ ਨੇ। ਠਾਕੁਰ ਦੀ ਸੇਵਾ ਕਰੈ, ਜੋ ਇੱਛਾ ਸੋਈ ਫਲ ਪਾਵੈ। ਅੱਗੋਂ ਬ੍ਰਾਹਮਣ ਕਹਿੰਦਾ ਹੈ ਕਿ ਭਾਈ ਜਿਹੜਾ ਵੀ ਠਾਕੁਰ ਦੀ ਸੇਵਾ ਕਰੇਗਾ, ਜਾਣੀ ਕਿ ਇਸ ਪੱਥਰ ਦੀ ਮੂਰਤੀ ਨੂੰ ਜਿਹੜਾ ਪੂਜੇਗਾ, ਇਸ ਮੂਰਤੀ ਤੋਂ ਉਹੀ ਕੁਝ ਮਿਲ ਜਾਵੇਗਾ ਜਿਹੜੀ ਦੀ ਮੰਗ ਕਰੇਗਾ। ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਇੱਕ ਜੇ ਤੁਧ ਭਾਵੈ। ਧੰਨਾ ਕਹਿਣ ਲੱਗਿਆ ਵੀ ਮੈਨੂੰ ਵੀ ਤੂੰ ਫਿਰ ਇਹੋ ਜਿਹੀ ਚੀਜ਼ ਮਿਲ ਸਕਦੀ ਹੈ। ਤੇ ਬਾਹਮਣ ਕਹਿੰਦਾ ਹਾਂ, ਤੈਨੂੰ ਵੀ ਸਾਰਾ ਕੁਝ ਮਿਲ ਸਕਦਾ। ਪੱਥਰ ਇੱਕ ਲਪੇਟ ਕਰ ਦੇ, ਧੰਨੇ ਨੂੰ ਗੈਲ ਛਡਾਵੈ। ਆਪਣਾ ਖਹਿੜਾ ਛਡਾਇਆ ਜਦੋਂ ਧੰਨੇ ਨੇ ਬੇਅੰਤ ਸਵਾਲ ਜਵਾਬ ਕੀਤੇ ਬ੍ਰਾਹਮਣ ਦੇ ਨਾਲ, ਤੇ ਉਹਨੇ ਖਹਿੜਾ ਛਡਾਉਣ ਵਾਸਤੇ ਪੱਥਰ ਦਾ ਟੁਕੜਾ ਇੱਕ ਧੰਨਾ ਜੀ ਨੂੰ ਵੀ ਦੇ ਦਿੱਤਾ, ਭਾਵ ਕਿ ਮੇਰਾ ਖਹਿੜਾ ਛੱਡ ਯਾਰ, ਲੈ ਜਾ ਪੱਥਰ ਤੂੰ ਜਿਹੜਾ ਲਿਜਾਣਾ। ਠਾਕੁਰ ਨੂੰ ਨਵਾਲ ਕੈ, ਛਾਹ ਰੋਟੀ ਲੈ ਭੋਗ ਲਗਾ ਚੜਾਵੈ। ਫਿਰ ਬ੍ਰਾਹਮਣ ਨੇ ਆਖਿਆ ਕਿ ਠਾਕੁਰ ਦਾ ਇਸ਼ਨਾਨ ਕਰਾ ਕੇ ਨਵਾ ਕੇ ਤੂੰ ਇਹਨੂੰ ਰੋਟੀ ਦਾ ਭੋਗ ਲਗਵਾ ਦੀ। ਹੱਥ ਜੋੜ ਮਿੰਨਤ ਕਰੈ, ਪੈਰੀਂ ਪੈ ਪੈ ਬਹੁਤ ਮਨਾਵੈ। ਇਹਦੇ ਅੱਗੇ ਹੱਥ ਜੋੜੀ, ਇਹਦੀਆਂ ਮਿੰਨਤਾਂ ਕਰੀ, ਇਹਦੇ ਪੈਰੀਂ ਪੈ ਪੈ ਕੇ ਇਹਦੀਆਂ ਖੁਸ਼ੀਆਂ ਪ੍ਰਾਪਤ ਕਰੀ। ਹਉ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸਿਖਾਵੈ। ਬ੍ਰਾਹਮਣ ਕਹਿੰਦਾ ਮੈਂ ਵੀ ਇਹਨੂੰ ਖਵਾ ਕੇ ਭੋਗ ਲਗਵਾ ਕੇ ਹੀ ਰੋਜ਼ਾਨਾ ਰੋਟੀ ਖਾਂਦਾ, ਉੱਦਾਂ ਮੈਂ ਰੋਟੀ ਕਦੀ ਵੀ ਨਹੀਂ ਖਾਂਦਾ। ਗੋਸਾਈ ਪ੍ਰਤੱਖ ਹੋਏ, ਰੋਟੀ ਖਾਹੇ ਛਾਹੇ ਮੂੰਹ ਲਾਵੈ। ਇਸ ਤਰ੍ਹਾਂ ਗੋਸਾਈ ਪ੍ਰਤੱਖ ਹੋ ਜਾਵੇਗਾ, ਪ੍ਰਗਟ ਹੋ ਜਾਵੇਗਾ, ਤੇ ਫਿਰ ਤੂੰ ਰੋਟੀ ਖਾਈ, ਤੇ ਨਹੀਂ ਤਾਂ ਰੋਟੀ ਨਾ ਖਾਈ। ਤੇ ਭੋਲਾ ਭਾਉ ਗੋਬਿੰਦ ਮਿਲਾਵੈ। ਤੇ ਅਖੀਰਲੀ ਲਾਈਨ ਦੇ ਵਿੱਚ ਸਾਰੀਆਂ ਜਿਹੜੀਆਂ ਵਾਰਾਂ ਨੇ ਇਸੇ ਤਰ੍ਹਾਂ ਚੱਲ ਰਿਹਾ ਹੈ ਕਿ ਪਹਿਲਾਂ ਉਦਾਹਰਣਾਂ ਹੁੰਦੀਆਂ ਨੇ ਤੇ ਆਖਰੀ ਲਾਈਨ ਦੇ ਵਿੱਚ ਆਪਣਾ ਪੱਖ ਸਾਰੰਸ਼ ਨਿਚੋੜ ਪੇਸ਼ ਕੀਤਾ ਜਾਂਦਾ ਹੈ ਕਿ ਭਾਈ ਗੱਲ ਅਸਲ ਆ ਹੈ ਕਿ ਭੋਲਾ ਭਾਉ ਗੋਬਿੰਦ ਮਿਲਾਵੈ। ਭਾਈ ਇਹ ਪੱਥਰਾਂ 'ਚੋਂ ਰੱਬ ਨਹੀਂ ਮਿਲਦਾ, ਭੋਲੇ ਭਾ ਪਰਮਾਤਮਾ ਨੂੰ ਯਾਦ ਕਰੀਏ ਤੇ ਇਹ ਵੀ ਯਾਦ ਰੱਖੀਏ ਕਿ ਰੱਬ ਕਿਤੇ ਪੱਥਰਾਂ 'ਚ ਨਹੀਂ ਬੈਠਾ, ਰੱਬ ਤਾਂ ਸਾਡੇ ਅੰਦਰ ਹੀ ਬੈਠਾ ਹੈ। ਰੱਬ ਨੂੰ ਪੱਥਰ ਦੇ ਵਿੱਚ ਤਾਂ ਵਾੜ ਸਕਦੇ ਨੇ ਪੁਜਾਰੀ, ਪਰ ਸਾਡੇ ਅੰਦਰ ਨਹੀਂ ਜਾਣ ਦਿੰਦੇ, ਸਾਡੇ ਦਿਮਾਗ 'ਚ ਦਾਖਲ ਨਹੀਂ ਹੋਣ ਦਿੰਦੇ। ਪੱਥਰਾਂ ਨੂੰ ਪੂਜ ਕੇ ਮਨੁੱਖਾਂ ਨੂੰ ਪੱਥਰਾਂ ਵਰਗੇ ਬਣਾ ਦਿੱਤਾ ਗਿਆ ਹੈ। ਗੁਰਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ, ਇੱਕ ਹੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰੀਐ ਪਾਉ। ਜੇ ਉਹ ਦੇਵ ਤਾਂ ਉਹ ਵੀ ਦੇਵਾ, ਕਹਿ ਨਾਮ ਦੇਵ ਹਮ ਹਰ ਕੀ ਸੇਵਾ। ਅਸੀਂ ਤਾਂ ਰੋਜ਼ਾਨਾ ਦੇਖਦੇ ਹਾਂ, ਇੱਕ ਪੱਥਰ ਪੈਰਾਂ 'ਚ ਪਿਆ, ਇੱਕ ਪੱਥਰ ਅੰਦਰ ਤਰਾਸ਼ ਕੇ ਰੱਖ ਦਿੱਤਾ ਗਿਆ, ਉਹਨੂੰ ਮੂਰਤੀ ਬਣਾ ਲਿਆ। ਜਿਹੜਾ ਪੈਰਾਂ 'ਚ ਪੱਥਰ ਪਿਆ ਉਹਦੇ ਉੱਤੇ ਪੈਰ ਰੱਖਣ ਲੱਗੇ ਵੀ ਕੋਈ ਸੰਗ ਸ਼ਰਮ ਨਹੀਂ ਆਉਂਦੀ, ਪਰ ਅੰਦਰਲੇ ਪੱਥਰ ਦੀ ਪੂਜਾ ਕੀਤੀ ਜਾ ਰਹੀ ਹੈ। ਤੇ ਜੇ ਉਹ ਦੇਵ ਤਾਂ ਉਹ ਵੀ ਦੇਵਾ। ਨਾਮਦੇਵ ਜੀ ਕਹਿੰਦੇ ਨੇ ਜੇ ਅੰਦਰ ਪਿਆ ਪੱਥਰ ਦੇਵਤਾ ਹੈ ਤੇ ਜਿਹੜਾ ਬਾਹਰ ਪੱਥਰ ਪਿਆ ਉਹ ਦੇਵਤਾ ਕਿਉਂ ਨਹੀਂ ਹੈ। ਫਿਰ ਇੰਨੀਆਂ ਕਰਾਰੀਆਂ ਚੋਟਾਂ ਮਾਰੀਆਂ ਨੇ ਤੇ ਉਹ ਸਾਨੂੰ ਸਮਝ ਨਹੀਂ ਆਈਆਂ। ਪਾਤੀ ਤੋੜੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੈ, ਸੋਹ ਪਾਨ ਨਿਰਜੀਓ।
ਭੁੱਲੀ ਮਾਲਣੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਤੇ ਕਬੀਰ ਜੀ ਕਹਿੰਦੇ ਨੇ ਸਾਰੀ ਦੁਨੀਆ ਭੁੱਲ ਗਈ ਹੈ, ਪੱਥਰਾਂ ਦੀ ਪੂਜਾ ਕਰਦੀ ਹੈ, ਪਰ ਮੈਂ ਪੱਥਰਾਂ ਦੀ ਪੂਜਾ ਨਹੀਂ ਕਰਾਂਗਾ। ਤੇ ਅਸੀਂ ਤਾਂ ਇੱਕ ਪੱਤੇ ਪੱਤੇ ਦੇ ਵਿੱਚ, ਜਰੇ ਜਰੇ ਦੇ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਵੇਖ ਰਹੇ ਹਾਂ, ਇਕੱਲੇ ਪੱਥਰਾਂ 'ਚ ਰੱਬ ਨਹੀਂ ਬੈਠਾ ਹੋਇਆ। ਇਹ ਸਾਰਾ ਕੁਝ ਪੁਜਾਰੀ ਤਬਕੇ ਨੇ ਸਾਡੇ ਅੰਦਰ ਠੂਸ ਦਿੱਤਾ। ਅਸੀਂ ਤਾਂ ਕਿ ਪੱਥਰਾਂ ਦੀ ਪੂਜਾ ਕਰ ਲਈਏ। ਜੇ ਪੱਥਰਾਂ ਦੀ ਅੱਜ ਨਹੀਂ ਕਰਨੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੱਥਰਾਂ ਵਾਂਗੂ ਪੂਜ ਲਈਏ, ਉਹਨੂੰ ਭੋਗ ਲਗਵਾ ਲਈਏ, ਉਹਨੂੰ ਰਮਾਲੇ ਦੁਸ਼ਾਲੇ ਚੜ੍ਹਾ ਦਈਏ, ਅਰਦਾਸਾਂ ਕਰ ਲਈਏ। ਅਤੇ ਰੋਜ਼ਾਨਾ ਅਸੀਂ ਦਰਬਾਰ ਸਾਹਿਬ 'ਚ ਖਾਸ ਕਰਕੇ ਅਰੇ ਹੋਰ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਪੱਥਰਾਂ ਵਾਂਗੂ ਹੀ ਵੇਖ ਰਹੇ ਹਾਂ। ਇਹਦੇ ਤੋਂ ਸਿੱਖਿਆ ਸਾਨੂੰ ਕੋਈ ਵੀ ਨਹੀਂ ਮਿਲ ਰਹੀ। ਜਦੋਂ ਕਿ ਗਿਆਨ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ, ਸਾਡੇ ਮਹਾਨ ਗੁਰੂਆਂ ਨੇ, ਮਹਾਂਪੁਰਖਾਂ ਭਗਤਾਂ ਨੇ ਸਾਡੇ ਸਨਮੁਖ ਰੱਖਿਆ, ਉਹਦੇ ਤੋਂ ਆਪਾਂ ਮੂੰਹ ਮੋੜ ਲਿਆ ਅਤੇ ਝੂਠੀ ਮੂਠੀ ਭਾਈ ਗੁਰਦਾਸ ਦੀ ਵਾਰ ਦਾ ਗਲਤ ਅਰਥ ਕਰਕੇ ਉਹਨੂੰ ਆਪਣੀ ਮਰਜ਼ੀ ਨਾਲ ਘੜ ਤਰਾਸ਼ ਕੇ ਪੁਜਾਰੀਆਂ ਨੇ ਪੱਥਰ ਦੇ ਮਗਰ ਫੇਰ ਲਾ ਦਿੱਤਾ ਕਿ ਭਗਤ ਧੰਨਾ ਜੀ ਨੇ ਵੀ ਤਾਂ ਪੱਥਰ ਦੇ ਵਿੱਚੋਂ ਰੱਬ ਕੱਢਿਆ ਸੀ ਨਾ, ਅਤੇ ਤੁਸੀਂ ਰੱਬ ਪੱਥਰ 'ਚੋਂ ਕਿਉਂ ਨਹੀਂ ਕੱਢ ਸਕਦੇ। ਉਹ ਭਾਈ ਇਹਨਾਂ ਪੱਥਰਾਂ 'ਚੋਂ ਸਾਨੂੰ ਰੱਬ ਲੱਭਣ ਦੀ ਲੋੜ ਨਹੀਂ ਹੈ। ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸੋਮਾ ਹੈ। ਰੱਬ ਸਾਡੇ ਅੰਦਰ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਅਤੇ ਅਸੀਂ ਸਾਰੇ ਰੱਬ ਦੀ ਅੰਸ਼ ਹਾਂ, ਰੱਬ ਦਾ ਰੂਪ ਹਾਂ, ਰੱਬ ਦੇ ਧੀਆਂ ਪੁੱਤਰਾਂ। ਸਾਡੇ ਅੰਦਰ ਰੱਬ ਦੀ ਜੋਤ ਵਸਦੀ ਹੈ। ਹੋਰ ਰੱਬ ਨੂੰ ਪੱਥਰਾਂ 'ਚੋਂ ਲੱਭਣ ਵਾਸਤੇ ਕਿਉਂ ਜਾਈਏ। ਅਸੀਂ ਆਪਣੇ ਅੰਦਰ ਨੂੰ ਵਿਕਸਿਤ ਕਰਾਂਗੇ, ਅੰਦਰੋਂ ਹੀ ਰੱਬ ਨੂੰ ਖੋਜਾਂਗੇ। ਭਗਤ ਧੰਨਾ ਜੀ ਇੰਨੇ ਕਮਲੇ ਨਹੀਂ ਸੀ ਕਿ ਉਹ ਬਾਹਮਣ ਦੇ ਆਖੇ ਲੱਗ ਕੇ ਪੱਥਰ ਦੀ ਪੂਜਾ ਕਰਦੇ ਰਹਿਣ, ਅਤੇ ਸਗੋਂ ਬ੍ਰਾਹਮਣ ਨੂੰ ਭਗਤ ਧੰਨਾ ਜੀ ਤੋਂ ਖਹਿੜਾ ਛਡਾਉਣਾ ਔਖਾ ਹੋ ਗਿਆ। ਜਦੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਧੰਨਾ ਜੀ ਨੇ ਕੀਤੇ, ਉਹਨੇ ਪੱਥਰ ਦਾ ਟੁਕੜਾ ਉਹਨੂੰ ਦੇ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਮਝਾ ਕੇ ਆਪਣਾ ਖਹਿੜਾ ਛਡਾਇਆ ਕਿ ਭਰਾਵਾ ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕੰਮ ਕਰਨ ਦੇ। ਮੈਂ ਤਾਂ ਇਹਨਾਂ ਪੱਥਰਾਂ ਦੀ ਬਦੌਲਤ ਹੀ ਮਾਲਾ ਮਾਲ ਹੋਇਆ ਬੈਠਾ, ਅਤੇ ਲੋਕਾਂ ਨੂੰ ਕਮਲੇ ਬਣਾਈ ਜਾਂਦੇ ਹਾਂ, ਅਤੇ ਰੱਜ ਕੇ ਰੋਟੀ ਖਾਈ ਜਾਂਦੇ ਹਾਂ, ਆਪਣਾ ਘਰ ਭਰੀ ਜਾਂਦੇ ਹਾਂ। ਪਿਆਰਿਓ, ਇਹਨਾਂ ਪੱਥਰਾਂ 'ਚੋਂ ਕੁਝ ਵੀ ਨਹੀਂ ਨਿਕਲਿਆ। ਜੇ ਪੱਥਰਾਂ ਨੂੰ ਮਕਾਨ ਬਣਾਉਣ ਨੂੰ, ਪੁਲ ਬਣਾਉਣ ਨੂੰ, ਸੜਕਾਂ ਬਣਾਉਣ ਨੂੰ ਵਰਤਣਾ ਤਾਂ ਵਰਤ ਲਓ। ਇਹ ਰੱਬ ਦਾ ਰੂਪ ਨਹੀਂ ਹੈਗੇ, ਜਿਵੇਂ ਕਿ ਸਾਡੇ ਸਾਹਮਣੇ ਪੇਸ਼ ਕੀਤਾ ਗਿਆ। ਬਚੋ ਇਹਨਾਂ ਪੱਥਰ ਦੀਆਂ ਕਹਾਣੀਆਂ ਤੋਂ। ਸਵਾਲ ਨੰਬਰ 363 ਭਾਈ ਅਜਮੇਰ ਸਿੰਘ ਫੌਜੀ, ਬੁਰਜ ਕਲਾਲ। ਇਹਨਾਂ ਦਾ ਸਵਾਲ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਵਾਲੀ ਸਾਖੀ ਦਾ ਸੱਚ ਕੀ ਹੈ। ਜਿਹੜੇ ਉੱਥੇ ਅੱਜ ਕੱਲ੍ਹ ਗਲਾਸ ਪਏ ਵਿਖਾਏ ਜਾਂਦੇ ਹਨ, ਉਹਨਾਂ ਦੀ ਅਸਲੀਅਤ ਕੀ ਹੈ। ਗੁਰੂ ਪਿਆਰ ਵਾਲਿਓ, ਮੈਂ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨ ਕੋਸ਼ ਨੂੰ ਚੰਗੀ ਤਰ੍ਹਾਂ ਵੇਖਿਆ ਪਰਖਿਆ, ਹੋਰ ਵੀ ਬਹੁਤ ਕਿਤਾਬਾਂ ਪੜ੍ਹੀਆਂ। ਮੋਤੀ ਰਾਮ ਮਹਿਰਾ ਬਾਰੇ ਕੋਈ ਵੀ ਲਿਖਤ ਕਿਤੋਂ ਨਹੀਂ ਮਿਲਦੀ। ਖੈਰ, ਬਿਨਾਂ ਕਿਸੇ ਸਬੂਤਾਂ ਤੋਂ ਡਾਕਟਰ ਰਤਨ ਸਿੰਘ ਜੱਗੀ ਨੇ ਆਪਣੀ ਵੱਡ ਆਕਾਰੀ ਪੁਸਤਕ ਸਿੱਖ ਪੰਥ ਵਿਸ਼ਵਕੋਸ਼ ਦੇ ਵਿੱਚ ਮੋਤੀ ਰਾਮ ਮਹਿਰਾ ਬਾਰੇ ਇੰਨਾ ਕੁ ਲਿਖਿਆ ਹੋਇਆ ਕਿ ਇਹ ਵਜ਼ੀਰ ਖਾਨ, ਜਿਹੜਾ ਸਰਹੰਦ ਦਾ ਸੂਬੇਦਾਰ ਸੀ, ਉਹਨਾਂ ਦੇ ਕਾਰਿੰਦਿਆਂ ਨੂੰ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਲਾਂਗਰੀ ਦਾ ਕੰਮ ਕਰਦਾ ਸੀ। ਉਹਨਾਂ ਦੇ ਨੌਕਰੀ ਕਰਦਾ ਹੋਇਆ ਭੋਜਨ ਪ੍ਰਸ਼ਾਦਾ ਬਣਾਉਣ ਦੇ ਵਿੱਚ ਆਪਣਾ ਡਿਊਟੀ ਨਿਭਾਉਂਦਾ ਸੀ ਮੋਤੀ ਰਾਮ ਮਹਿਰਾ। ਅਤੇ ਜਦੋਂ ਇਹਨੂੰ ਪਤਾ ਲੱਗਿਆ ਰਤਨ ਸਿੰਘ ਜੱਗੀ ਦੇ ਮੁਤਾਬਕ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਇੱਥੇ ਆਏ ਨੇ, ਅਤੇ ਇਹ ਉਹਨਾਂ ਤੋਂ ਭੁੱਖ, ਉਹਨਾਂ ਦਾ ਦੁੱਖ ਬਰਦਾਸ਼ਤ ਨਾ ਹੋਇਆ ਮੋਤੀ ਰਾਮ ਮਹਿਰਾ ਤੋਂ, ਇਹਨੇ ਚੋਰੀ ਛੁਪੇ ਉੱਥੇ ਉਹਨਾਂ ਨੂੰ ਰੱਸੇ ਦੇ ਰਾਹੀਂ ਉੱਪਰ ਆਵਾਜ਼ ਮਾਰ ਕੇ, ਜਿਵੇਂ ਵੀ ਕੋਈ ਤਰੀਕਾ ਵਰਤਿਆ ਹੋਵੇਗਾ, ਆਪ ਤਾਂ ਕਹਿੰਦੇ ਮਿਲ ਨਹੀਂ ਸਕਿਆ, ਕਿਸੇ ਰੱਸੀ ਆਦਿਕ ਦੇ ਨਾਲ ਲੋਟਾ ਬੰਨ੍ਹ ਕੇ ਕੁਝ ਖਾਣ ਦਾ ਸਮਾਨ ਜਾਂ ਦੁੱਧ ਆਦਿਕ ਉੱਪਰ ਭੇਜਦਾ ਸੀ, ਜਿਵੇਂ ਕਿ ਇੱਥੇ ਲਿਖਿਆ ਮਿਲਦਾ। ਅਤੇ ਉਸ ਤੋਂ ਬਾਅਦ ਜਦੋਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਕਹਿੰਦੇ ਨੇ ਵਜ਼ੀਰ ਖਾਨ ਨੂੰ ਜਦੋਂ ਪਤਾ ਲੱਗਿਆ ਕਿ ਮੋਤੀ ਰਾਮ ਮਹਿਰਾ ਨੇ ਵੀ ਉਹਨਾਂ ਦੀ ਮਦਦ ਕੀਤੀ ਆ, ਤਾਂ ਇਹਨੂੰ ਵੀ ਬਾਅਦ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਅਤੇ ਹੋਰ ਕਿਸੇ ਥਾਂ 'ਤੇ ਮੈਨੂੰ ਇਹਨਾਂ ਲਿਖਤਾਂ ਦੀ ਪ੍ਰੋੜਤਾ ਵਾਸਤੇ ਨਹੀਂ ਕੁਝ ਮਿਲਿਆ, ਅਤੇ ਨਾ ਹੀ ਡਾਕਟਰ ਰਤਨ ਸਿੰਘ ਜੱਗੀ ਨੇ ਕਿਸੇ ਪੁਰਾਤਨ ਲਿਖਤ ਦਾ ਕੋਈ ਹਵਾਲਾ ਦਿੱਤਾ। ਕੇਵਲ ਜੋ ਪ੍ਰਚਲਿਤ ਕਹਾਣੀਆਂ ਨੇ ਉਹਦੇ ਮੁਤਾਬਕ ਉਹਨਾਂ ਨੇ ਇੰਨਾ ਕੀ ਲਿਖਿਆ। ਫਿਰ ਵੀ ਜੋ ਇਹਨੇ ਕੀਤਾ ਹੋਵੇਗਾ ਤਾਂ ਉਹ ਬਹਾਦਰੀ ਵਾਲਾ ਕਾਰਜ ਹੈ, ਉਹਨਾਂ ਦਾ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ। ਹੁਣ ਤੇ ਸ਼੍ਰੋਮਣੀ ਕਮੇਟੀ ਨੇ 1985 ਦੇ ਵਿੱਚ ਉਹਨਾਂ ਦੀ ਯਾਦਗਾਰ ਵੀ ਬਣਾਈ ਹੈ, ਅਤੇ ਕੁਝ ਗੇਟ ਵਗੈਰਾ ਵੀ ਉਹਨਾਂ ਦੇ ਨਾਮ 'ਤੇ ਬਣਾਏ ਨੇ। ਤੋ ਇਹਦੇ ਬਾਰੇ
ਹੋਰ ਖੋਜ ਦੀ ਅਜੇ ਬਹੁਤ ਲੋੜ ਹੈ। ਇਤਿਹਾਸਕਾਰਾਂ ਨੂੰ, ਵਿਦਵਾਨਾਂ ਨੂੰ ਕੋਈ ਪੁਰਾਤਨ ਲਿਖਤਾਂ ਲੱਭ ਕੇ ਉਹਦੇ ਵਿੱਚੋਂ ਸਬੂਤਾਂ ਸਹਿਤ ਮੈਟਰ ਪੇਸ਼ ਕਰਨਾ ਚਾਹੀਦਾ ਹੈ, ਤਾਂ ਕਿ ਆਮ ਲੋਕਾਂ ਦੇ ਮਨਾਂ ਦੇ ਵਿੱਚੋਂ ਸ਼ੰਕੇ ਨਿਕਲ ਸਕਣ। ਰਹੀ ਉੱਥੇ ਜੋ ਇਹਨਾਂ ਨੇ ਪੁੱਛਿਆ ਵੀ ਉੱਥੇ ਗਲਾਸ ਪਏ ਨੇ, ਫਤਿਹਗੜ੍ਹ ਸਾਹਿਬ ਵਿਖਾਇਆ ਜਾਂਦਾ ਹੈ ਕਿ ਇਹਨਾਂ ਗਲਾਸਾਂ ਦੇ ਵਿੱਚ ਦੁੱਧ ਪਿਆਇਆ ਜਾਂਦਾ ਸੀ, ਇਹ ਸਾਰਾ ਝੂਠ ਹੈ। ਉਦੋਂ ਦੀਆਂ ਕੋਈ ਚੀਜ਼ਾਂ ਸਾਂਭ ਕੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਨਹੀਂ ਰੱਖੀਆਂ, ਜਾਂ ਇਹ ਕਹਿ ਲਈਏ ਉਹਨਾਂ ਦੀ ਮਜਬੂਰੀ ਸੀ ਕਿ ਜੰਗ ਯੁੱਧ ਇੰਨੇ ਹੁੰਦੇ ਰਹੇ, ਸਭ ਕੁਝ ਗੁਆਚ ਗਿਆ, ਬਰਬਾਦ ਹੋ ਗਿਆ, ਅਤੇ ਉਹਨਾਂ ਦੀ ਉਦੋਂ ਦੇ ਸਮੇਂ ਦੇ ਵਿੱਚ ਕਦਰ ਦਾ ਵੀ ਪਤਾ ਨਹੀਂ ਸੀ ਕਿ ਬਾਅਦ ਦੇ ਵਿੱਚ ਇਹਨਾਂ ਚੀਜ਼ਾਂ ਦੀ ਕਿੰਨੀ ਕਦਰ ਪੈਣੀ ਹੈ, ਅਤੇ ਆਉਣ ਵਾਲੇ ਸਮੇਂ 'ਚ ਸਿੱਖਾਂ ਨੇ ਇਹਨਾਂ ਨੂੰ ਕਿਹੜੇ ਅੱਖਾਂ ਦੇ ਨਾਲ ਵੇਖਣਾ ਹੈ, ਕਿਵੇਂ ਉਹਨਾਂ ਦੇ ਦਿਲ ਦੇ ਉੱਤੇ ਆਪਣੇ ਬਜ਼ੁਰਗਾਂ ਪ੍ਰਤੀ ਅਸਰ ਪੈਣਾ ਹੈ। ਇਹ ਚੀਜ਼ਾਂ ਦਾ ਉਹਨਾਂ ਨੂੰ ਉਦੋਂ ਸ਼ਾਇਦ ਪਤਾ ਨਹੀਂ ਸੀ, ਉਹ ਚੀਜ਼ਾਂ ਸਾਂਭੀਆਂ ਨਹੀਂ ਜਾ ਸਕੀਆਂ, ਅਤੇ ਇਹ ਗਲਾਸ ਵਗੈਰਾ ਸਾਰੇ ਬਾਅਦ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਅਤੇ ਇਹਨਾਂ ਦੀ ਪੂਜਾ ਦੇ ਰਾਹੀਂ ਮਾਇਆ ਧਨ ਦੌਲਤ ਇਕੱਠੀ ਕਰਨ ਦਾ ਇੱਕ ਢੰਗ ਹੁੰਦਾ ਹੈ। ਹੋਰ ਵੀ ਬਹੁਤ ਸਾਰਾ ਸਮਾਨ ਤਰ੍ਹਾਂ ਤਰ੍ਹਾਂ ਦਾ ਗੁਰੂ ਸਾਹਿਬ ਨਾਲ ਜੋੜ ਕੇ ਨਕਲੀ ਥਾਂ ਥਾਂ 'ਤੇ ਰੱਖਿਆ ਹੋਇਆ, ਅਤੇ ਉਹਦੇ ਰਾਹੀਂ ਭੇਟਾ ਪੂਜਾ ਵਸੂਲੀ ਜਾਂਦੀ ਹੈ। ਸੋ ਇਹ ਚੀਜ਼ਾਂ ਪੂਜਣ ਵਾਲੀਆਂ ਨਹੀਂ ਹੁੰਦੀਆਂ, ਨਾ ਇਹਨਾਂ 'ਤੇ ਪੈਸੇ ਰੱਖਣ ਦੀ ਗੱਲ ਹੈ। ਦੁਨੀਆ ਦੇ ਇਤਿਹਾਸ ਦੀਆਂ ਬੇਅੰਤ ਕੀਮਤੀ ਚੀਜ਼ਾਂ ਥਾਂ ਥਾਂ 'ਤੇ ਮੌਜੂਦ ਨੇ, ਮਿਊਜ਼ੀਅਮ ਬਣੇ ਹੋਏ ਨੇ, ਪਰ ਹੋਰ ਕਿਤੇ ਕੋਈ ਮੱਥਾ ਟੇਕਣ ਦੀ ਪਰੰਪਰਾ ਨਹੀਂ ਹੈ। ਸਿੱਖਾਂ ਨੇ ਜਿਹੜੀ ਚੀਜ਼ ਵੀ ਲੱਭ ਗਈ ਤੁਰੰਤ ਉੱਥੇ ਗੋਲਕ ਰੱਖ ਦਿੱਤੀ ਜਾਂਦੀ ਹੈ ਅਤੇ ਮੱਥੇ ਟੇਕਣੇ ਸ਼ੁਰੂ ਹੋ ਜਾਂਦੇ ਨੇ। ਇਹ ਬਹੁਤ ਦੁਖਦਾਈ ਪਹਿਲੂ ਹੈ। ਪੁਜਾਰੀ ਤਬਕਾ ਬਹੁਤ ਜ਼ਿਆਦਾ ਸਾਡੇ ਉੱਤੇ ਹਾਵੀ ਹੋ ਚੁੱਕਿਆ ਹੋਇਆ, ਅਤੇ ਇਹਨਾਂ ਗੱਲਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਵਾਲ ਨੰਬਰ 364 ਭਾਈ ਹਰਪ੍ਰੀਤ ਸਿੰਘ USA। ਇਹਨਾਂ ਦਾ ਸਵਾਲ ਹੈ ਕਿ 35 ਮਹਾਂਪੁਰਖਾਂ ਦਾ ਉਪਰਾਲਾ ਸਮਾਜ ਨੂੰ ਧਰਮਾਂ ਤੋਂ ਆਜ਼ਾਦ ਕਰਾਉਣ ਲਈ ਸੀ, ਜਾਂ ਧਰਮਾਂ ਵਿਚਲੇ ਸ਼ੋਸ਼ਣ ਤੋਂ ਨਿਜਾਤ ਦਿਵਾਉਣ ਲਈ ਸੀ। ਗੁਰੂ ਪਿਆਰੇ ਵਾਲਿਓ, ਧਰਮ ਸ਼ਬਦ ਹੈ ਜਿਹੜਾ ਲੋਕਾਂ ਦੇ ਮਨਾਂ 'ਚ ਬਹੁਤ ਸਤਿਕਾਰ ਪ੍ਰਾਪਤ ਕਰ ਗਿਆ ਹੈ। ਹਰ ਕੰਮ ਨੂੰ ਜਦੋਂ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਲੋਕੀ ਉਹਦੀ ਪੂਜਾ, ਮਾਨਤਾ, ਸਤਿਕਾਰ ਕਰਨ ਲੱਗ ਪੈਂਦੇ ਨੇ। ਇੱਥੇ ਪੱਥਰਾਂ ਨੂੰ ਵੀ ਧਰਮ ਨਾਲ ਜੋੜ ਦਿੱਤਾ ਗਿਆ, ਮੂਰਤੀਆਂ ਬਣਾ ਕੇ ਉਹਦੀ ਪੂਜਾ ਹੋ ਰਹੀ ਹੈ। ਇਸੇ ਤਰ੍ਹਾਂ ਰੁੱਖਾਂ ਬਿਰਖਾਂ ਨੂੰ ਧਰਮ ਨਾਲ ਜੋੜ ਦਿੱਤਾ ਗਿਆ, ਬਹੁਤ ਸਾਰੇ ਪਸ਼ੂਆਂ ਪੰਛੀਆਂ ਨੂੰ ਧਰਮ ਨਾਲ ਜੋੜ ਦਿੱਤਾ ਗਿਆ। ਇਸੇ ਤਰ੍ਹਾਂ ਹੀ ਲੁਟੇਰੇ, ਸਾਧ, ਬਾਬੇ ਆਦਿਕ ਵੀ ਆਪਣੇ ਆਪ ਨੂੰ ਧਰਮੀ ਪੁਰਖ ਅਖਵਾ ਕੇ, ਉਹੋ ਜਿਹੇ ਚੋਲੇ ਪਹਿਨ ਕੇ, ਪਹਿਰਾਵਾ ਪਹਿਨ ਕੇ, ਉਹ ਵੀ ਆਪਣੇ ਆਪ ਨੂੰ ਧਰਮੀ ਹੋਣ ਦੀ ਡੌਂਡੀ ਪਿੱਟ ਦਿੰਦੇ ਨੇ, ਅਤੇ ਲੋਕੀ ਉਹਨਾਂ ਦਾ ਧਰਮੀ ਜਾਣ ਕੇ ਸਤਿਕਾਰ ਕਰਨ ਲੱਗ ਪੈਂਦੇ ਨੇ, ਪੂਜਾ ਕਰਨ ਲੱਗ ਪੈਂਦੇ ਨੇ, ਅਤੇ ਮਾਇਆ ਅਰਪਣ ਕਰਨ ਲੱਗ ਪੈਂਦੇ ਨੇ। ਸੋ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਲੋਕਾਂ ਨੂੰ ਗਿਆਨ ਦੇ ਕੇ, ਸਮਾਜ ਨੂੰ ਸੁਧਾਰ ਕੇ, ਚੰਗਾ ਇਨਸਾਨ ਬਣਾ ਕੇ, ਚੰਗਾ ਰਾਜ ਸਥਾਪਿਤ ਕਰਕੇ, ਵਹਿਮ ਭਰਮਾਂ ਨੂੰ ਦੂਰ ਕਰਕੇ, ਸਾਰਾ ਕੁਝ ਇੱਥੇ ਚੰਗੇ ਇਨਸਾਨਾਂ ਵਾਸਤੇ ਸਿਰਜਣਾ ਕਰਨੀ ਸੀ, ਨਾ ਕਿ ਕੋਈ ਨਵਾਂ ਧਰਮ ਚਲਾਉਣਾ ਸੀ। ਇਹ ਤਾਂ ਇੱਕ ਪੁਰਾਤਨ ਪਰੰਪਰਾ ਹੈ, ਬੋਲੀ ਹੈ, ਹਰ ਇੱਕ ਗੱਲ ਨੂੰ ਆਪਾਂ ਧਰਮ ਕਹਿ ਦਿੰਦੇ ਹਾਂ। ਸਿੱਖ ਧਰਮ ਅਸਲ ਦੇ ਵਿੱਚ ਧਰਮ ਨਹੀਂ ਸੀ, ਇਹ ਤਾਂ ਇੱਕ ਇਨਕਲਾਬ ਹੈ। ਹੁਣ ਇਹ ਦੇਖੋ ਕਿ ਜਿਹੜੇ ਅੱਜ ਇਸਲਾਮ ਨੂੰ ਵੀ ਆਪਾਂ ਧਰਮ ਕਹਿ ਦਿੰਦੇ ਹਾਂ, ਅਤੇ ਮੁਹੰਮਦ ਸਾਹਿਬ ਨੇ ਆਪ ਜੰਗ ਯੁੱਧ ਲੜੇ, ਅਤੇ ਉਹਨਾਂ ਦੇ ਸੇਵਕਾਂ ਨੇ ਜੰਗ ਯੁੱਧ ਲੜੇ, ਦੂਜਿਆਂ ਨੂੰ ਆਪਣੇ ਗੁਲਾਮ ਬਣਾਇਆ, ਕਤਲੋ ਗਾਰਤਾਂ ਹੋਈਆਂ, ਅਤੇ ਫਿਰ ਉਹ ਧਰਮ ਕਾਹਦਾ ਹੋ ਗਿਆ? ਉਹ ਤਾਂ ਕਤਲੋ ਗਾਰਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਮਨੂ ਸਿਮਰਤੀ 'ਚ ਕੀ ਲਿਖਿਆ ਹੋਇਆ, ਵੇਦਾਂ 'ਚ ਕੀ ਲਿਖਿਆ ਹੋਇਆ, ਕਦੀ ਸਮਝਣ ਦਾ ਯਤਨ ਕਰੀਏ, ਧਿਆਨ ਨਾਲ ਪੜ੍ਹੀਏ, ਅਤੇ ਜੇ ਇਹਨਾਂ ਚੀਜ਼ਾਂ ਨੂੰ ਵੀ ਧਰਮ ਆਖਿਆ ਜਾ ਰਿਹਾ। ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਜੋ ਕ੍ਰਾਂਤੀਕਾਰੀ ਗੁਰੂ ਸਾਹਿਬ ਨੇ, ਭਗਤਾਂ ਨੇ ਬਾਣੀ ਲਿਖੀ, ਜੋ ਸਮਾਜ ਨੂੰ ਸੁਧਾਰਨ ਵਾਸਤੇ ਸਾਨੂੰ ਗਿਆਨ ਦੇਣ ਦਾ ਗੁਰਬਾਣੀ ਰਾਹੀਂ ਉਪਰਾਲਾ ਕੀਤਾ, ਉਹ ਤਾਂ ਸਮੇਂ ਦੀ ਹਕੂਮਤ ਦੇ ਵਿਰੁੱਧ ਇੱਕ ਬਗਾਵਤ ਸੀ, ਮਨੁੱਖਤਾ ਨੂੰ ਜਗਾਉਣ ਵਾਸਤੇ ਇੱਕ ਸਾਧਨ ਸੀ। ਅਤੇ ਇਹ ਉਹਨਾਂ ਸਮਿਆਂ 'ਚ ਸਕੂਲ, ਕਾਲਜ ਨਹੀਂ ਸੀ, ਵਿੱਦਿਆ ਦਾ ਹੋਰ ਕੋਈ ਤਰੀਕਾ ਨਹੀਂ ਸੀ, ਕੇਵਲ ਧਰਮ ਪੋਥੀਆਂ ਦੇ ਰਾਹੀਂ ਹੀ ਸਕੂਲ ਦਾ, ਕਾਲਜ ਦਾ ਅਤੇ ਯੂਨੀਵਰਸਿਟੀਆਂ ਦਾ ਕੰਮ ਕੀਤਾ ਜਾ ਰਿਹਾ ਸੀ। ਇਹਦੀਆਂ ਉਤਾਰੇ ਕਰ ਕਰਕੇ ਥਾਂ ਥਾਂ 'ਤੇ ਆਪਣੇ ਸੇਵਕਾਂ 'ਚ ਵੰਡ ਦਿੱਤੇ ਜਾਂਦੇ ਸੀ ਪੱਤਰੇ, ਅਤੇ ਉਹਨਾਂ ਦੇ ਰਾਹੀਂ ਹੀ ਅੱਗੇ ਸਾਰੇ ਕਾਰਜ ਹੁੰਦੇ ਸੀ। ਧਰਮ ਦੇ ਰਾਹੀਂ ਹੀ ਰਾਜਨੀਤੀ ਚੱਲਦੀ ਸੀ, ਅਦਾਲਤੀ ਫੈਸਲੇ ਵੀ ਧਰਮ ਦੀਆਂ ਪੁਸਤਕਾਂ ਰਾਹੀਂ ਹੁੰਦੇ ਸੀ, ਅਤੇ ਸਮਾਜ ਦਾ ਚੱਲਣਾ ਵੀ ਧਰਮ ਦੇ ਰਾਹੀਂ ਸੀ। ਅਤੇ ਮਨੁੱਖ ਨੇ ਜੋ ਕੁਝ ਕਰਨਾ ਸੀ ਉਹ ਧਰਮ ਦੇ ਅਸੂਲਾਂ ਦੇ ਮੁਤਾਬਕ ਹੀ ਕਰਦਾ ਸੀ। ਵਿੱਦਿਆ ਲੈਣ ਦਾ, ਗਿਆਨ ਲੈਣ ਦਾ ਹੋਰ ਕੋਈ ਸਾਧਨ ਨਹੀਂ ਸੀ। ਅਤੇ ਜਿਸ ਦੇਸ਼ ਦੇ ਵਿੱਚ ਜੋ ਪਰੰਪਰਾ ਚੱਲ ਪਈ, ਜੋ ਧਰਮ ਪੋਥੀ ਆ ਗਈ, ਉਹਦਾ ਲੋਕਾਂ 'ਤੇ ਅਸਰ ਪੈ ਗਿਆ। ਉਹੋ ਜਿਹੇ ਕੰਮ ਹੌਲੀ ਹੌਲੀ ਲੋਕਾਂ ਨੇ ਕਰਨੇ ਸ਼ੁਰੂ ਕਰ ਦਿੱਤੇ।
तो गुरु ਸਾਹਿਬ ने ਸਾਨੂੰ ਚੰਗੇ ਇਨਸਾਨ ਬਣਾਉਣ ਵਾਸਤੇ ਇਹ ਕਾਰਜ ਕੀਤਾ ਸੀ, ਪਰ ਆਪਾਂ ਲਗਭਗ ਭੁੱਲ ਗਏ। ਇਹਨੂੰ ਧਰਮ ਪੋਥੀ ਸਮਝ ਕੇ, ਧਰਮ ਦਾ ਹਿੱਸਾ ਸਮਝ ਕੇ ਇਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਤੇ ਜਦੋਂ ਆਪਾਂ ਕੇਵਲ ਧਰਮ ਦੀ ਗੱਲ ਭਾਰਤ ਦੇ ਵਿੱਚ ਹੀ ਕਰੀਏ, ਇੱਥੇ ਤਾਂ ਧਰਮੀ ਸਾਧੂ ਸੰਤ ਆਦਿਕ ਮਾਲਾ ਫੇਰਦੇ ਸੀ, ਨਾਮ ਜਪਦੇ ਸੀ, ਨਾਗੇ ਰਹਿੰਦੇ ਸੀ, ਕੋਈ ਜਟਾਂ ਰੱਖਦਾ ਸੀ, ਘਰ ਘਾਟ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਸੀ, ਕੋਈ ਭੋਰਿਆਂ 'ਚ ਵੜ ਕੇ ਤਪੱਸਿਆ ਕਰਦਾ ਸੀ, ਕੋਈ ਜਲ ਧਾਰਾ ਕਰਦਾ ਸੀ। ਬਹੁਤ ਕੁਝ ਇੱਥੇ ਧਰਮ ਦੇ ਨਾਂ 'ਤੇ ਹੁੰਦਾ ਸੀ, ਉਹ ਵੀ ਧਰਮ ਮੰਨਿਆ ਜਾਂਦਾ ਹੈ। ਅਤੇ ਗੁਰੂ ਸਾਹਿਬ ਨੇ ਬਿਲਕੁਲ ਇਹਦੇ ਉਲਟ ਕੰਮ ਕੀਤਾ ਅਤੇ ਉਹਨੂੰ ਵੀ ਧਰਮ ਮੰਨਿਆ ਜਾਂਦਾ ਹੈ। ਇਸਲਾਮ ਦਾ ਇਹਨਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਉਹਨੂੰ ਵੀ ਧਰਮ ਆਖਿਆ ਜਾਂਦਾ ਹੈ। ਅਸਲ ਦੇ ਵਿੱਚ ਧਰਮ ਇੱਕ ਜ਼ਿੰਦਗੀ ਜਿਉਣ ਦਾ ਢੰਗ ਸੀ। ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਤੋਂ ਉੱਤਮ ਧਰਮ ਕੀ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਹੇ ਭਾਈ, ਪ੍ਰਭੂ ਪਰਮਾਤਮਾ ਨੂੰ ਯਾਦ ਰੱਖੋ ਤਾਂ ਕਿ ਤੁਸੀਂ ਉਹਦਾ ਭੈ ਮਨ 'ਚ ਰੱਖੋ ਅਤੇ ਬੁਰੇ ਕੰਮ ਕੋਈ ਨਾ ਕਰੋ। ਅਤੇ ਇਸ ਤਰ੍ਹਾਂ ਚੰਗੇ ਕੰਮ ਕਰਦੇ ਹੋਏ ਆਪਣੇ ਆਪ ਨੂੰ ਰੱਬ ਦਾ ਰੂਪ ਸਮਝ ਕੇ ਇੱਥੇ ਧਰਤੀ ਦੇ ਉੱਤੇ ਸਾਰੇ ਕਾਰਜ ਤੁਸੀਂ ਕਰਨੇ ਨੇ, ਅਤੇ ਇਸ ਤਰ੍ਹਾਂ ਤੁਸੀਂ ਸਮਾਜ ਦੇ ਵਿੱਚ ਚੰਗੇ ਇਨਸਾਨ ਬਣ ਕੇ ਉੱਭਰੋਗੇ ਅਤੇ ਸਮਾਜ ਨੂੰ ਤੁਸੀਂ ਸੁਧਾਰੋਗੇ। ਤੋ ਇਹਨਾਂ ਨੇ ਧਰਮਾਂ ਦੇ ਜਿਹੜੇ ਸ਼ੋਸ਼ਣ ਸੀ ਉਹ ਤੋਂ ਵੀ ਗੁਰੂ ਸਾਹਿਬ ਨੇ ਬਚਾਉਣ ਦਾ ਉਪਰਾਲਾ ਕੀਤਾ ਜਿੰਨਾ ਹੋ ਸਕਿਆ, ਅਤੇ ਇਨਕਲਾਬ ਜਿਹੜਾ ਪੈਦਾ ਕਰਨ ਦਾ ਯਤਨ ਸੀ ਉਹ ਵੀ ਕੀਤਾ, ਕਿਉਂਕਿ ਸਿੱਖਾਂ ਨੇ ਗੁਰਬਾਣੀ ਰੂਪੀ ਧਰਮ ਨੂੰ, ਗਿਆਨ ਨੂੰ ਪੜ੍ਹ ਕੇ ਬਗਾਵਤਾਂ ਕੀਤੀਆਂ ਨੇ, ਹੱਥ 'ਚ ਤੇਗਾਂ ਫੜੀਆਂ ਨੇ, ਮੈਦਾਨਾਂ 'ਚ ਨਿਤਰੇ ਨੇ। ਜੇ ਇਕੱਲੇ ਸਿੱਖ ਧਰਮੀ ਹੁੰਦੇ ਤਾਂ ਫਿਰ ਉਹਨਾਂ ਦੇ ਸਿਰਾਂ ਦੇ ਮੁੱਲ ਨਾ ਪੈਂਦੇ, ਉਹਨਾਂ ਨੂੰ ਸ਼ਹੀਦੀਆਂ ਨਾ ਦੇਣੀਆਂ ਪੈਂਦੀਆਂ। ਗੁਰੂ ਸਾਹਿਬ ਦੇ ਨਾਲ ਜੋ ਕਰੂਰ ਵਰਤਾਅ ਸਮੇਂ ਦੀਆਂ ਹਕੂਮਤਾਂ ਨੇ ਕੀਤਾ, ਜੇ ਉਹ ਇਕੱਲੇ ਧਰਮੀ ਹੁੰਦੇ ਤਾਂ ਫਿਰ ਉਹਨਾਂ ਦੇ ਨਾਲ ਇਹੋ ਜਿਹਾ ਸਲੂਕ ਨਹੀਂ ਸੀ ਹੋਣਾ, ਉਹਨਾਂ ਨੂੰ ਵੀ ਆਪਣੀਆਂ ਸ਼ਹੀਦੀਆਂ ਦੇਣੀਆਂ ਪਈਆਂ ਨੇ। ਇਹ ਇੱਕ ਸਮਾਜ ਦੇ ਵਿੱਚ ਇਨਕਲਾਬ ਲਿਆਉਣ ਦੀ, ਜਾਗਰਤੀ ਲਹਿਰ ਦੇ ਉਭਾਰ ਦੀ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ ਸੀ, ਜਿਹਨੂੰ ਅਸੀਂ ਪੂਜਾ ਅਸਥਾਨਾਂ ਦਾ ਹਿੱਸਾ ਬਣਾ ਦਿੱਤਾ। ਅਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਪੂਜਾ, ਗੁਰਦੁਆਰੇ ਵੀ ਪੂਜਾ ਅਸਥਾਨ, ਗੁਰਦੁਆਰਿਆਂ ਨੂੰ ਸਕੂਲਾਂ ਦਾ, ਕਾਲਜਾਂ ਦਾ, ਯੂਨੀਵਰਸਿਟੀਆਂ ਦਾ ਰੂਪ ਦੇਣਾ ਬਣਦਾ ਸੀ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਿਆ ਦਾ ਮਾਧਿਅਮ ਰੱਖਣਾ ਚਾਹੀਦਾ ਸੀ, ਅਤੇ ਉਹ ਸਾਰਾ ਕੁਝ ਸਿੱਖਾਂ ਨੂੰ ਭੁੱਲ ਗਿਆ। ਇਹਦੀ ਸਾਰੇ ਪਾਸੇ ਪੂਜਾ ਹੋ ਗਈ। ਅਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਅਤੇ 35 ਮਹਾਂਪੁਰਖਾਂ ਨੇ ਸਮਾਜ ਨੂੰ ਪਖੰਡੀ ਧਰਮਾਂ ਤੋਂ ਨਿਜਾਤ ਦਿਵਾਉਣੀ ਸੀ, ਅਤੇ ਸਾਰੇ ਦੇ ਸਾਰੇ ਧਰਮ ਰਾਹੀਂ ਕੀਤੇ ਜਾਂਦੇ ਸ਼ੋਸ਼ਣ ਤੋਂ ਨਿਜਾਤ ਦਿਵਾਉਣੀ ਸੀ। ਅੱਜ ਸਿੱਖ ਹੀ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਏ। ਪੁਜਾਰੀ ਤਬਕਾ ਆਮ ਸਿੱਖ ਨੂੰ ਕੁਰਾਹੇ ਵੀ ਪਾ ਰਿਹਾ ਅਤੇ ਲੁੱਟ ਕੇ ਵੀ ਖਾ ਰਿਹਾ। ਧਰਮ ਦੀ ਡੌਂਡੀ ਵੀ ਪਿੱਟ ਰਿਹਾ, ਅਤੇ ਇਹਦੇ ਵਿੱਚ ਧਰਮ ਦਾ ਨਾਮੋ ਨਿਸ਼ਾਨ ਵੀ ਕਿਤੇ ਨਹੀਂ ਲੱਭਦਾ। ਜਿਹੜੇ ਆਲੇ ਦੁਆਲੇ ਕੰਮ ਹੋ ਰਹੇ ਨੇ, ਇਹ ਬਹੁਤ ਸਾਵਧਾਨੀ ਦੀ ਲੋੜ ਹੈ। ਗੁਰਬਾਣੀ ਦਾ ਸਤਿਕਾਰ ਕਰਨਾ ਹੈ, ਸਮਝਣਾ ਹੈ, ਜ਼ਿੰਦਗੀ 'ਚ ਲਾਗੂ ਕਰਨਾ ਹੈ, ਪਰ ਇਹ ਭੇਟਾ ਪੂਜਾ ਚੜ੍ਹਾਵਾ ਅਤੇ ਇਹਨੂੰ ਮੱਥੇ ਟੇਕਣਾ ਅਤੇ ਇਹਦੇ ਦੁਆਲੇ ਪ੍ਰਕਰਮਾਂ ਕਰਨੀਆਂ, ਰਮਾਲੇ ਚੜ੍ਹਾਉਣੇ, ਅਖੰਡ ਪਾਠ ਕਰਨੇ, ਕੋਤਰੀਆਂ ਕਰਨੀਆਂ, ਇਹਨਾਂ ਚੀਜ਼ਾਂ ਦਾ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ। ਸਵਾਲ ਨੰਬਰ 365 ਭਾਈ ਜਗਜੀਤ ਸਿੰਘ ਜੰਮੂ ਤੋਂ। ਇਹਨਾਂ ਦਾ ਸਵਾਲ ਹੈ ਕਿ ਮਰਨ ਤੋਂ ਬਾਅਦ ਪਾਠ ਕਰਾਉਣਾ ਗੁਰਮਤਿ ਹੈ? ਗੁਰੂ ਪਿਆਰ ਵਾਲਿਓ, ਬਹੁਤ ਕੁਝ ਅਜਿਹਾ ਚੱਲ ਪਿਆ ਜਿਹੜਾ ਕਿ ਪੁਜਾਰੀ ਵਾਸਤੇ ਤਾਂ ਬਹੁਤ ਫਾਇਦੇਮੰਦ ਹੈ, ਪਰ ਆਮ ਸਿੱਖਾਂ ਨੂੰ ਲੁੱਟਿਆ ਜਾ ਰਿਹਾ ਹੈ, ਕੁਰਾਹੇ ਪਾਇਆ ਜਾ ਰਿਹਾ ਹੈ ਅਤੇ ਬੇਵਕੂਫ ਬਣਾਇਆ ਜਾ ਰਿਹਾ ਹੈ। ਮਰ ਗਏ ਪ੍ਰਾਣੀ ਦੇ ਨਿਮਿੱਤ ਅਖੰਡ ਪਾਠ, ਸਹਿਜ ਪਾਠ ਜਾਂ ਉਹਦੇ ਨਿਮਿੱਤ ਅਰਦਾਸਾਂ, ਇਹਦੀ ਰਾਈ ਮਾਤਰ ਕੀਮਤ ਨਹੀਂ ਹੈ। ਗੁਰਬਾਣੀ ਦੇ ਵਿੱਚ ਇਹਦਾ ਵਿਰੋਧ ਤਾਂ ਬਹੁਤ ਹੈ ਅਜਿਹੀਆਂ ਚੀਜ਼ਾਂ ਦਾ ਕਿ ਮਰੇ ਦੇ ਨਿਮਿੱਤ ਆਹ ਕਰਨਾ ਅਤੇ ਉਹ ਕਰਨਾ ਹੈ। ਹੱਕ ਦੇ ਵਿੱਚ ਕੋਈ ਵੀ ਚੀਜ਼ ਗੁਰਬਾਣੀ 'ਚੋਂ ਤੁਹਾਨੂੰ ਪ੍ਰਾਪਤ ਨਹੀਂ ਹੋਵੇਗੀ। ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਅਕਲ ਦੀ ਵਰਤੋਂ ਕਰਕੇ ਵੇਖੋ ਕਿ ਅਸੀਂ ਕੋਈ ਸਮਾਨ, ਕੋਈ ਚੰਗਾ ਪਾਠ, ਕੋਈ ਚੰਗੀ ਹੋਰ ਚੀਜ਼ ਉੱਪਰ ਜਿੱਥੇ ਕਿਤੇ ਕਿਹਾ ਜਾਂਦਾ ਹੈ ਕਿ ਸਵਰਗਾਂ 'ਚ, ਨਰਕਾਂ 'ਚ, ਸੱਚਖੰਡ 'ਚ ਸਾਡੇ ਬਜ਼ੁਰਗ ਰਹਿੰਦੇ ਨੇ, ਮਰ ਗਏ ਪ੍ਰਾਣੀ ਨੇ ਜਿਹੜੇ, ਉਹਨਾਂ ਕੋਲੇ ਸਮਾਨ ਪਹੁੰਚਾਇਆ ਜਾ ਸਕਦਾ ਹੈ? ਕਦੀ ਵੀ ਨਹੀਂ। ਉੱਪਰ ਕੋਈ ਰੇਲਾਂ ਦੇ ਲਾਈਨਾਂ ਬਣੀਆਂ ਹੋਈਆਂ ਨੇ ਕਿ ਰੇਲਾਂ ਸਮਾਨ ਲੈ ਕੇ ਜਾਂਦੀਆਂ ਨੇ, ਉੱਪਰ ਟਰਾਂਸਪੋਰਟ ਵਿਭਾਗ ਜਾ ਰਿਹਾ, ਕੋਈ ਸੜਕਾਂ ਬਣੀਆਂ ਹੋਈਆਂ ਨੇ, ਜਾਂ ਕੋਈ ਰਾਕਟ ਹਵਾਈ ਜਹਾਜ਼ ਬਣੇ ਹੋਏ ਨੇ ਜਿਹੜੇ ਉੱਪਰ ਸਮਾਨ ਲੈ ਕੇ ਜਾਂਦੇ ਨੇ, ਅਤੇ ਉੱਪਰ ਦਾ ਕੋਈ ਸ਼ਹਿਰ, ਕੋਈ ਨਗਰ, ਕੋਈ ਦੇਸ਼ ਜਿਹੜਾ ਉੱਪਰ ਵਸਿਆ ਹੋਇਆ, ਉਹਦਾ ਐਡਰੈਸ, ਕੋਈ ਪਤਾ ਟਿਕਾਣਾ ਹੈ, ਅਤੇ ਉੱਥੇ ਚਿੱਠੀਆਂ ਵੀ ਜਾਣੀਆਂ ਚਾਹੀਦੀਆਂ ਸੀ। ਅਤੇ ਹੁਣ ਤਾਂ ਮੋਬਾਇਲ ਬਣ ਗਏ ਨੇ,
ਤੇ ਮੋਬਾਈਲਾਂ ਦੇ ਰਾਹੀਂ ਉੱਥੇ ਸਾਰੀ ਖਬਰਸਾਰ ਪਹੁੰਚਣੀ ਚਾਹੀਦੀ ਸੀ। ਜਿਹੜੇ ਸੱਚਖੰਡ ਦੇ ਵਿੱਚ ਸਾਡੇ ਮਰ ਗਏ ਬਜ਼ੁਰਗ ਰਹਿੰਦੇ ਨੇ, ਉਹਨਾਂ ਕੋਲ ਵੀ ਮੋਬਾਈਲ ਆਪਾਂ ਜੇ ਨਹੀਂ ਹੈਗੇ ਉੱਥੇ ਤਾਂ ਆਪਾਂ ਇੱਥੋਂ ਖਰੀਦ ਕੇ ਮੋਬਾਈਲ ਵੀ ਪਹੁੰਚਾ ਦਈਏ ਅਤੇ ਫਿਰ ਉਹਨਾਂ ਮੋਬਾਈਲਾਂ 'ਤੇ ਅਸੀਂ ਇੱਥੋਂ ਉਹਨਾਂ ਨਾਲ ਰੋਜ਼ਾਨਾ ਵੀਡੀਓ ਕਾਲ ਵੀ ਕਰ ਲਿਆ ਕਰੀਏ। ਅਤੇ ਕਦੀ ਕਦੀ ਜੇ ਦਿਲ ਕਰੇ, ਕਿਉਂਕਿ ਸਮਾਨ ਉੱਥੇ ਪਹੁੰਚਦਾ ਤਾਂ ਉੱਥੋਂ ਬਜ਼ੁਰਗਾਂ ਨੂੰ ਹੇਠਾਂ ਆ ਕੇ ਸਾਰਿਆਂ ਨਾਲ ਖੁਸ਼ੀ ਗਮੀ ਸਾਂਝੀ ਕਰ ਜਾਣੀ ਚਾਹੀਦੀ ਹੈ। ਅਤੇ ਜੇ ਉੱਥੇ ਟਰਾਂਸਪੋਰਟ ਵਿਭਾਗ ਦੇ ਰਾਹੀਂ ਸਮਾਨ ਜਾਂਦਾ ਤਾਂ ਅਸੀਂ ਵੀ ਉਹਨਾਂ ਗੱਡੀਆਂ ਮੋਟਰਾਂ 'ਚ ਬਹਿ ਕੇ ਉੱਪਰ ਜਾ ਸਕਦੇ ਹਾਂ ਅਤੇ ਜਦੋਂ ਦਿਲ ਕਰੇ ਥੱਲੇ ਆ ਸਕਦੇ ਹਾਂ। ਇਹ ਸਾਰਾ ਕੁਝ ਸੋਚਣ ਤੋਂ ਪੁਜਾਰੀ ਤਬਕੇ ਨੇ ਸਾਨੂੰ ਰੋਕ ਦਿੱਤਾ ਹੈ, ਸਾਡਾ ਦਿਮਾਗ ਪੱਥਰ ਬਣਾ ਦਿੱਤਾ ਹੈ, ਅਸੀਂ ਨਹੀਂ ਸੋਚ ਸਕਦੇ। ਗੁਰਬਾਣੀ ਤਾਂ ਕਹਿੰਦੀ ਹੈ, ਜੀਵਤ ਪਿਤਰ ਨ ਮਾਨੈ ਕੋਊ, ਮੂੰਹੇ ਸਰਾਧ ਕਰਾਹੀਂ, ਪਿਤਰ ਭੀ ਬੱਪਰੇ ਕਹੋ ਕਿਉਂ ਪਾਵੈਂ, ਕਊਆ ਕੂਕਰ ਖਾਹੀਂ, ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੈ ਜਿਉ ਦੇਹੀ, ਐਸੇ ਪਿਤਰ ਤੁਮਾਰੇ ਕਹੀਐ, ਆਪਣ ਕਹਿਆ ਨ ਲੇਹੀ। ਉਹ ਭਲਿਓ ਮਾਨਸੋ, ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਤੁਸੀਂ ਸੇਵਾ ਨਹੀਂ ਕਰਦੇ, ਸੰਭਾਲ ਨਹੀਂ ਕਰਦੇ। ਇੱਥੇ ਬਜ਼ੁਰਗ ਘਰਾਂ ਦੇ ਵਿੱਚ ਵੀ ਬਿਲਕ ਰਹੇ ਨੇ ਜਾਂ ਫਿਰ ਬਿਰਧ ਆਸ਼ਰਮ ਦੇ ਵਿੱਚ ਤੜਫ ਰਹੇ ਨੇ, ਉਹਨਾਂ ਦੀ ਤੇ ਕੋਈ ਸੇਵਾ ਸੰਭਾਲ ਨਹੀਂ ਕਰਦੇ ਅਤੇ ਮਰਨ ਤੋਂ ਬਾਅਦ ਮਹਿੰਗੇ ਅਖੰਡ ਪਾਠ ਕਰਾਉਂਦੇ ਹੋ ਅਤੇ ਬਹੁਤ ਲੋਕ ਤਾਂ ਸਰਾਧ ਵੀ ਕਰਾਉਂਦੇ ਨੇ ਮਰਿਆਂ ਨਿਮਿਤ। ਸੱਚੇ ਪਾਤਸ਼ਾਹ ਸੱਚਖੰਡ ਦੇ ਵਿੱਚ ਬਜ਼ੁਰਗਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਜੀ, ਕੀਤੇ ਹੋਏ ਪਾਠ ਦਾ ਫਲ ਉੱਪਰ ਭੇਜ ਦਿਓ ਜੀ। ਇਹ ਸਾਰਾ ਕੁਝ ਅਰਦਾਸਾਂ ਦੇ ਵਿੱਚ ਪੁਜਾਰੀ ਤਬਕਾ ਕਿਰਪਾਨਾਂ ਪਾ ਕੇ ਦਾੜੀਆਂ ਰੱਖ ਕੇ, ਜਿਹਨੂੰ ਆਪਾਂ ਸਿੱਖ ਕਹਿੰਦੇ ਆ, ਉਹ ਸਾਰੇ ਲੋਕ ਇਹੋ ਜਿਹਾ ਕੁਝ ਕੰਮ ਕਰਦੇ ਆ ਰਹੇ ਨੇ ਅਤੇ ਅਸੀਂ ਲੁੱਟੇ ਜਾ ਰਹੇ ਹਾਂ। ਤਾਂ ਉੱਪਰ ਕੁਛ ਵੀ ਨਹੀਂ ਜਾਂਦਾ। ਗੁਰੂ ਸਾਹਿਬ ਆਸਾ ਕੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੇ ਮੁਹਾਕਾ ਘਰ ਮੋਹੈ, ਘਰ ਮੈਂ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ, ਮੁਸਪੀ ਇਹ ਕਰੇ, ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਇਹਦੇ ਸੰਖੇਪ ਭਾਵ ਅਰਥ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਜੇ ਕੋਈ ਚੋਰ ਚੋਰੀ ਕਰਦਾ, ਉਹ ਚੋਰੀ ਦਾ ਸਮਾਨ ਲੁੱਟ ਕੇ ਆਪਣੇ ਘਰ ਲਿਆਉਂਦਾ ਅਤੇ ਲੁੱਟੇ ਹੋਏ ਚੋਰੀ ਦੇ ਸਮਾਨ 'ਚੋਂ ਪਿਤਰਾਂ ਨਿਮਿੱਤ ਦਾਨ ਪੁੰਨ ਕਰਦਾ ਅਤੇ ਜੇ ਉੱਪਰ ਪਹੁੰਚਦਾ ਸਮਾਨ, ਕਿਉਂਕਿ ਚੋਰੀ ਦਾ ਸਮਾਨ ਹੈ, ਉੱਪਰ ਚਲਾ ਗਿਆ ਉਹਦੇ ਬਜ਼ੁਰਗ ਕੋਲੇ, ਅਤੇ ਜਿਹਦੇ ਘਰੋਂ ਚੋਰੀ ਹੋਇਆ ਸੀ ਉਹਨਾਂ ਦਾ ਮਰ ਚੁੱਕਿਆ ਬਜ਼ੁਰਗ ਵੀ ਉੱਪਰ ਬੈਠਾ ਸੀ ਅਤੇ ਦੋਵੇਂ ਬਜ਼ੁਰਗ ਆਪਸ ਦੇ ਵਿੱਚ ਇਕੱਠੇ ਰਹਿ ਰਹੇ ਸੀ ਉੱਥੇ। ਤਾਂ ਜਿਹੜੇ ਬਜ਼ੁਰਗ ਦੇ ਘਰੋਂ ਸਮਾਨ ਚੋਰੀ ਹੋਇਆ ਸੀ ਅਤੇ ਉਹ ਦੇਖ ਲਿਆ ਉਹਨੇ ਕਿ ਭਾਈ ਇਹ ਤੇਰੇ ਕੋਲ ਕਿੱਥੇ ਆਇਆ ਸਮਾਨ? ਕਹਿੰਦਾ ਜੀ ਮੇਰੇ ਬੱਚਿਆਂ ਨੇ ਭੇਜਿਆ। ਕਹਿਣ ਲੱਗਿਆ ਬੱਚਿਆਂ ਨੇ ਭੇਜਿਆ ਤਾਂ ਸਾਡਾ ਸਮਾਨ ਆ, ਮੇਰਾ ਨਾਂ ਲਿਖਿਆ ਉੱਤੇ ਇਹਦੇ ਉੱਤੇ। ਕਹੇ ਹੱਦ ਹੋ ਗਈ ਹੈ, ਤੁਹਾਡਾ ਸਮਾਨ ਮੇਰੇ ਕੋਲ ਕਿਵੇਂ ਆ ਗਿਆ? ਕਹਿੰਦਾ ਪਤਾ ਕਰੋ। ਪਤਾ ਕੀਤਾ, ਧਰਮਰਾਜ ਨੂੰ ਸ਼ਿਕਾਇਤ ਕੀਤੀ, ਧਰਮਰਾਜ ਨੇ ਪੜਤਾਲ ਕਰਵਾਈ ਅਤੇ ਧਰਮਰਾਜ ਨੂੰ ਪਤਾ ਲੱਗ ਗਿਆ ਕਿ ਚੋਰੀ ਦਾ ਸਮਾਨ ਉੱਧਰੋਂ ਚੋਰੀ ਕਰਕੇ ਇੱਧਰ ਬ੍ਰਾਹਮਣ ਦੇ ਰਾਹੀਂ, ਪੁਜਾਰੀ ਦੇ ਰਾਹੀਂ ਉੱਪਰ ਭੇਜਿਆ ਗਿਆ। ਅਤੇ ਫਿਰ ਸਜ਼ਾ ਕਿਹਨੂੰ ਮਿਲੇ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਵੱਡੀਆਂ ਹੱਥ ਦਲਾਲ ਕੇ। ਜਿਹੜਾ ਦਲਾਲਗਿਰੀ ਕਰਦਾ ਉੱਪਰ ਭੇਜਣ ਦੀ, ਤੁਹਾਨੂੰ ਲਾਰੇ ਲਾਉਂਦਾ ਹੈ ਕਿ ਤੁਹਾਡਾ ਸਮਾਨ ਉੱਪਰ ਪਹੁੰਚੂਗਾ, ਫਿਰ ਤਾਂ ਇਸਲਾਮਿਕ ਸ਼ਰ੍ਹਾ ਦੇ ਮੁਤਾਬਕ ਜੋ ਉਦੋਂ ਦੀ ਸਜ਼ਾ ਸੀ ਉਹਦੇ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜਿਹੇ ਬੰਦੇ ਦੇ ਤਾਂ ਹੱਥ ਵੱਢ ਦੇਣੇ ਚਾਹੀਦੇ ਨੇ। ਇਹ ਚੋਰੀ ਦੇ ਸਮਾਨ ਨੂੰ ਧਰਮ ਦਾ ਠੱਪਾ ਲਾ ਕੇ ਉੱਪਰ ਭੇਜਣ ਦਾ ਠੇਕਾ ਲੈ ਰਿਹਾ, ਇਹ ਤਾਂ ਦਲਾਲ ਬੰਦਾ ਹੈ। ਤੋ ਇਹ ਤਾਂ ਗੁਰੂ ਨਾਨਕ ਸਾਹਿਬ ਦੇ ਵਿਚਾਰ ਨੇ। ਗੁਰੂ ਪਿਆਰ ਵਾਲਿਓ, ਨਾ ਉੱਪਰ ਪਾਠ ਜਾਂਦੇ ਨੇ, ਨਾ ਉੱਪਰ ਕੋਈ ਸਮਾਨ ਜਾਂਦਾ ਹੈ। ਹਾਂ, ਅਸੀਂ ਲੁੱਟੇ ਖੂਬ ਜਾ ਰਹੇ ਹਾਂ, ਪੁਜਾਰੀਆਂ ਦਾ ਢਿੱਡ ਜ਼ਰੂਰ ਭਰ ਰਿਹਾ ਅਤੇ ਫਿਰ ਤਾਂ ਜੇ ਕੋਈ ਬੰਦਾ ਅੱਗੇ ਫੀਮ ਖਾਂਦਾ ਤਾਂ ਪੁਜਾਰੀ ਨੂੰ ਕਹਿ ਦਿਓ ਆਹ 1 ਕਿਲੋ ਫੀਮ ਵੀ ਉੱਤੇ ਭੇਜ ਦੇ, ਅਤੇ ਐਵੇਂ ਨਾ ਭੇਜੀ ਮੇਰੇ ਸਾਹਮਣੇ ਬੈਠ ਕੇ ਖਾ ਲੈ, ਤੇਰੀ ਖਾਧੀ ਹੋਈ ਸਾਡੇ ਬਜ਼ੁਰਗਾਂ ਤੱਕ ਉੱਪਰ ਆਪੇ ਪਹੁੰਚ ਜੂਗੀ। ਦੇਖੋ ਕਿਵੇਂ ਚੀਕਾਂ ਮਾਰਦਾ ਪੁਜਾਰੀ ਕਿ ਮੈਂ ਫੀਮ ਕਿਵੇਂ ਖਾ ਲਵਾਂ, ਮੈਂ ਮਰ ਨਹੀਂ ਜਾਊਂਗਾ। ਉਹ ਕਹਿਣ ਲੱਗੇ ਜਦੋਂ ਬਾਕੀ ਸਮਾਨ ਤੂੰ ਉੱਪਰ ਪਹੁੰਚਾ ਰਿਹਾ ਅਤੇ ਸਾਡੀ ਫੀਮ ਵੀ ਪਹੁੰਚਾ ਦੇ ਅਤੇ ਹੋਰ ਜਿਹੜੀ ਚੀਜ਼ ਮਰਜ਼ੀ ਉੱਪਰ ਪਹੁੰਚਾ ਦੇ। ਇਹ ਸਾਰਾ ਕੁਝ ਪਖੰਡ ਹੈ, ਲੁੱਟ ਹੈ, ਸਾਡੀ ਮੂਰਖਤਾ ਹੈ। ਗੁਰਬਾਣੀ ਇਹਨਾਂ ਚੀਜ਼ਾਂ 'ਚ ਕੋਈ ਵਿਸ਼ਵਾਸ ਨਹੀਂ ਰੱਖਦੀ, ਇਹਨਾਂ ਦੀ ਕੋਈ ਪ੍ਰੋੜਤਾ ਨਹੀਂ ਕਰਦੀ। ਬਚੀਏ ਇਹਨਾਂ ਬਹੁਤੇ ਖਰਚੇ ਵਾਲੇ ਪਾਠਾਂ ਤੋਂ। ਜੇ ਕਰਾਉਣਾ ਤਾਂ ਸਾਦਗੀ ਦੇ ਢੰਗ ਨਾਲ ਭੋਗ ਪਾ ਦਿਓ। ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਉਹ ਆਉਣ, ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰਨ। ਜੇ ਕਿਸੇ ਦੀ ਕੋਈ ਗਰੀਬੀ ਹੈ, ਕੋਈ ਮਦਦ ਕਰਨ ਵਾਲੀ ਹੈ, ਕੋਈ ਹੋਰ ਮੁਸ਼ਕਿਲ ਹੈ, ਉਹਦੇ ਵਿੱਚ ਮਦਦ ਕਰਨ, ਚੰਗੀ ਸਲਾਹ ਦੇਣ ਅਤੇ ਉਹਨਾਂ ਦਾ ਦਿਲ ਧਰਾਉਣ, ਧਰਵਾਸ ਦੇਣ। ਅਤੇ ਦਿੱਤਾ ਹੋਇਆ ਸਮਾਨ ਉੱਪਰ ਕੋਈ ਨਹੀਂ ਪਹੁੰਚਦਾ ਅਤੇ ਪਾਠ ਕਰਾਉਣ ਦੀ ਕੋਈ ਕੀਮਤ ਸਿੱਖ ਧਰਮ ਦੇ ਵਿੱਚ ਨਹੀਂ ਹੈ, ਜਿਹੜਾ ਕਿ ਮਰਿਆਂ ਨਿਮਿੱਤ ਕਰਾਉਂਦੇ ਨੇ। ਗੁਰਬਾਣੀ ਤਾਂ ਆਪ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ ਹੈ। ਸਵਾਲ ਨੰਬਰ 366, ਭਾਈ ਮੇਜਰ ਸਿੰਘ, ਪਿੰਡ ਸੁਹਾਣਾ, ਜ਼ਿਲ੍ਹਾ ਮੋਹਾਲੀ। ਇਹਨਾਂ ਦਾ ਸਵਾਲ ਹੈ, ਕੀ ਗੁਰਬਾਣੀ ਕਿਸਮਤ ਨੂੰ ਜਾਂ ਭਾਗਾਂ ਨੂੰ ਮੰਨਦੀ ਹੈ?
ਜਿਵੇਂ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗਤ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਸ਼ਬਦ 95 ਨੰਬਰ ਪੰਨੇ ਦੇ ਉੱਤੇ ਸੁਭਾਏਮਾਨ ਹੈ। ਗੁਰੂ ਪਿਆਰ ਵਾਲਿਓ, ਇਹ ਇਕੱਲਾ ਸ਼ਬਦ ਨਹੀਂ, ਇਹੋ ਜਿਹੇ ਬਹੁਤ ਸਾਰੇ ਹੋਰ ਵੀ ਸ਼ਬਦ ਨੇ ਅਤੇ ਇਸੇ ਇੱਕ ਪੰਨੇ ਦੇ ਉੱਤੇ ਭਾਗਾਂ ਵਾਲਾ ਜਿਹੜਾ ਸ਼ਬਦ ਨੇ ਇੱਥੇ ਕਈ ਨੇ। ਇੱਥੇ ਜਦੋਂ ਇਹਦੇ ਅਰਥ ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਕੀਤੇ ਹੋਏ ਦਾਸ ਨੇ ਪੜ੍ਹੇ, ਉਹਦੇ ਵਿੱਚ ਉਹਨਾਂ ਨੇ ਅਰਥ ਕੀਤੇ ਨੇ, ਭਾਗਾਂ ਦਾ ਮਤਲਬ ਹੈ ਚਾਹਨਾ, ਇੱਛਾ, ਮਨ ਦੇ ਵਿੱਚ ਖਿੱਚ ਪੈਦਾ ਹੋਣੀ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਪ੍ਰਾਪਤੀ ਮੈਨੂੰ ਹੋ ਜਾਵੇ, ਇਹ ਮੇਰੀ ਚਾਹਨਾ ਹੈ ਅਤੇ ਤੁਹਾਡੀ ਪ੍ਰਾਪਤੀ ਤੋਂ ਬਿਨਾਂ ਮੈਨੂੰ ਕੁਛ ਵੀ ਪ੍ਰਾਪਤ ਚੰਗਾ ਨਹੀਂ ਹੋਣਾ ਅਤੇ ਤੁਹਾਡੀ ਸੰਗਤ ਹੀ ਮੇਰੇ ਜੀਵਨ ਨੂੰ ਸੁਧਾਰ ਸਕਦੀ ਹੈ। ਆਪਾਂ ਆਮ ਤੌਰ 'ਤੇ ਜਦੋਂ ਵੀ ਕੋਈ ਵੀਰ ਭੈਣ ਸਵਾਲ ਕਰਦਾ ਹੈ ਅਤੇ ਉਹ ਇੱਕ ਪੰਕਤੀ ਉਹਨੇ ਕਿਤੋਂ ਸੁਣੀ ਹੁੰਦੀ ਹੈ, ਪੂਰਾ ਸ਼ਬਦ ਨਹੀਂ ਪੜ੍ਹਿਆ ਹੁੰਦਾ, ਇੱਕ ਪੰਕਤੀ ਦੇ ਅਰਥ ਆਮ ਤੌਰ 'ਤੇ ਗਲਤ ਹੋ ਜਾਂਦੇ ਨੇ, ਕਿਉਂਕਿ ਪੂਰਾ ਜਿਹੜਾ ਸ਼ਬਦ ਹੈ, ਪੂਰਾ ਕੰਸੈਪਟ ਹੈ, ਉਹਦੇ ਵਿੱਚ ਇੱਕ ਪੂਰੇ ਸ਼ਬਦ ਦੇ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ, ਇੱਕ ਪੰਕਤੀ ਕੋਈ ਉਦਾਹਰਣ ਹੋ ਸਕਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਹੋਰ ਬੰਦਾ ਸਟੇਜ 'ਤੇ ਬੋਲ ਰਿਹਾ ਕਥਾਵਾਚਕ, ਉਹ ਵੀ ਕਿਤੇ ਇੱਕ ਅੱਧ ਪੰਕਤੀ ਸੁਣਾ ਦਿੰਦਾ ਹੈ ਅਤੇ ਸੰਗਤਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਜਿਹੜੀ ਇਹਨੇ ਗੁਰਬਾਣੀ ਦੀ ਪੰਕਤੀ ਸੁਣਾਈ ਹੈ, ਇਹਦੇ ਅਰਥ ਕੀਤੇ ਨੇ, ਸ਼ਾਇਦ ਇਹੋ ਹੀ ਗੱਲ ਸਹੀ ਹੋਣੀ ਹੈ। ਤੋ ਇਸ ਤਰ੍ਹਾਂ ਗੱਲ ਨਹੀਂ ਹੈ, ਸਾਰਾ ਸ਼ਬਦ ਪੜ੍ਹਨਾ ਪਵੇਗਾ। ਇੱਥੇ ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਧਿਆਨ ਦੇਣਾ, ਇੱਥੇ ਕੀ ਲਿਖਿਆ ਹੋਇਆ ਹੈ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਭਵ ਦੱਸੋ ਮੈਂ ਭੁੱਖ ਲਗਾਈ। ਐ ਸੰਤ ਜਨੋ, ਨੇਕ ਇਨਸਾਨੋ, ਮੇਰੇ ਮਨ ਦੇ ਅੰਦਰ ਇੱਛਾ ਜਾਗੀ ਹੈ, ਭੁੱਖ ਮੈਨੇ ਵੀ ਇੱਛਾ ਹੈ। ਇੱਥੇ ਭੁੱਖ ਤਾਂ ਵੈਸੇ ਰੋਟੀ ਟੁੱਕਦੀ ਹੁੰਦੀ ਹੈ, ਪਰ ਇੱਥੇ ਭੁੱਖ ਦੱਸੀ ਹੈ ਕਿ ਮੇਰੇ ਅੰਦਰ ਚਾਹਨਾ ਜਾਗੀ ਹੈ, ਜਗਿਆਸਾ ਪੈਦਾ ਹੋਈ ਹੈ। ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸ਼ਰਧਾ ਪੂਰ ਜਗਜੀਵਨ ਦਾਤੇ। ਇੱਥੇ ਸ਼ਰਧਾ ਸ਼ਬਦ ਵੀ ਆ ਗਿਆ, ਸ਼ਰਧਾ ਮਨ ਕੀ ਪੂਰੇ ਵੀ ਕਹਿੰਦੇ ਨੇ। ਇੱਥੇ ਸ਼ਰਧਾ ਦਾ ਭਾਵ ਵੀ ਚਾਹਨਾ ਹੈ, ਇੱਛਾ ਹੈ, ਮਨੋਕਾਮਨਾਵਾਂ ਹੈ। ਮੇਰੀ ਸ਼ਰਧਾ ਪੂਰ ਜਗਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੈ ਜੀਓ। ਮਿਲ ਸਤ ਸੰਗ ਬੋਲੀ ਹਰ ਬਾਣੀ, ਸਤ ਸੰਗਤ ਦੇ ਵਿੱਚ ਜਾ ਕੇ ਬਾਣੀ ਦੀ ਵਿਚਾਰ ਕੀਤੀ। ਹਰ ਹਰ ਕਥਾ ਮੇਰੇ ਮਨ ਭਾਣੀ, ਪ੍ਰਭੂ ਪਰਮਾਤਮਾ ਦੇ ਨਾਮ ਦੀ ਗਿਆਨ ਵਾਲੀ ਕਥਾ ਕਹਾਣੀ ਮੈਨੂੰ ਚੰਗੀ ਲੱਗੀ। ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਉਹ ਜਿਹੜੀਆਂ ਕਥਾ ਕਹਾਣੀਆਂ ਨੇ, ਗਿਆਨ ਦੇਣ ਵਾਲੀਆਂ ਨੇ, ਮੈਨੂੰ ਅੰਮ੍ਰਿਤ ਵਰਗੀਆਂ ਲੱਗਦੀਆਂ ਨੇ, ਮੇਰਾ ਮਨ ਉਹਨਾਂ ਦੇ ਵਿੱਚ ਤ੍ਰਿਪਤ ਹੋ ਜਾਂਦਾ ਹੈ। ਬੜ ਭਾਗੀ ਹਰ ਸੰਗਤ ਪਾਵੈ, ਸਾਡੇ ਵੱਡੇ ਭਾਗ ਹੋ ਜਾਂਦੇ ਨੇ ਜਦੋਂ ਅਸੀਂ ਸੰਗਤ ਦੀ ਪ੍ਰਾਪਤੀ ਕਰਦੇ ਹਾਂ, ਸੰਗਤ ਦੇ ਵਿੱਚ ਜਾਂਦੇ ਹਾਂ। ਸੰਗਤ ਜਿਹੜੀ ਅੱਜ ਗੁਰਦੁਆਰਿਆਂ 'ਚ ਸੰਗਤ ਦੇਖਦੇ ਹਾਂ, ਇਹ ਸੰਗਤ ਨਹੀਂ ਹੈ, ਕਿਉਂਕਿ ਇਹਨਾਂ ਦੇ ਵਿੱਚ ਨਾ ਤਾਂ ਪੁਜਾਰੀ ਗ੍ਰੰਥੀ ਗਿਆਨਵਾਨ ਹੈ, ਨਾ ਉੱਥੇ ਜਾਣ ਵਾਲੇ ਬਹੁਤੇ ਗਿਆਨਵਾਨ ਨੇ। ਤਾਂ ਉੱਥੇ ਗਿਆਨ ਦੀ ਗੱਲ ਤਾਂ ਸਾਨੂੰ ਸਿੱਖਣ ਨੂੰ, ਸਮਝਣ ਨੂੰ ਮਿਲਦੀ ਕੋਈ ਨਹੀਂ ਹੈ। ਗੁਰਬਾਣੀ 'ਚੋਂ ਸਿੱਧਾ ਆਪ ਪੜ੍ਹ ਕੇ ਗਿਆਨ ਲਵੋ, ਜਾਂ ਦੁਨੀਆ ਦਾ ਹੋਰ ਬੇਅੰਤ ਗਿਆਨ ਕਿਤਾਬਾਂ 'ਚ ਪਿਆ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ, ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹੋ। ਅਤੇ ਉੱਥੇ ਭਾਗਾਂ ਵਾਲੇ ਤਾਂ ਬਣਾਂਗੇ ਜੇ ਸੱਚਮੁੱਚ ਸਾਨੂੰ ਉੱਥੇ ਗਿਆਨ ਮਿਲੇਗਾ। ਕੇਵਲ ਉੱਥੇ ਜਾਣ ਨਾਲ ਭਾਗਾਂ ਵਾਲੇ ਨਹੀਂ ਬਣ ਜਾਣਾ, ਜਾਂ ਸਾਡੇ ਪਹਿਲਾਂ ਹੀ ਵੱਡੇ ਭਾਗ ਸੀ ਤਾਂ ਉੱਥੇ ਚਲੇ ਗਏ, ਇੱਦਾਂ ਨਹੀਂ ਬਣਨੀ। ਕਿਉਂਕਿ ਅੱਜ ਤੱਕ ਗੁਰਦੁਆਰਿਆਂ 'ਚ ਜਾਣ ਵਾਲਿਆਂ ਦੀ ਕਿਸਮਤ ਨਹੀਂ ਬਦਲੀ, ਸਿੱਖ ਹੋਰ ਥੱਲੇ ਜਾ ਰਹੇ ਨੇ। ਇਹ ਕਹਾਣੀਆਂ ਜਿੰਨੀਆਂ ਉਹਨਾਂ ਦੇ ਮਨਾਂ 'ਚ ਬਿਠਾਈਆਂ ਗਈਆਂ ਨੇ। ਭਾਗਹੀਣ ਭਰਮ ਚੋਟਾਂ ਖਾਵੈ, ਅਤੇ ਜਿਹੜੇ ਭਾਗਾਂ ਤੋਂ ਸਖਣੇ ਨੇ ਉਹ ਤਾਂ ਚੋਟਾਂ ਖਾਂਦੇ ਨੇ, ਠੋਕਰਾਂ ਖਾਂਦੇ ਨੇ। ਬਿਨ ਭਾਗੀ ਸਤਸੰਗ ਨਾ ਲੱਭੈ, ਸੰਗਤ ਦੇ ਵਿੱਚ ਜਾ ਕੇ ਭਾਗ ਵੱਡੇ ਹੋ ਜਾਂਦੇ ਨੇ, ਭਾਵ ਕਿ ਉਹਨਾਂ ਨੂੰ ਗਿਆਨ ਆ ਜਾਂਦਾ। ਬਿਨ ਸੰਗਤ ਮੈਲ ਭਰੀਜੈ ਜੀਓ, ਅਤੇ ਭਾਗਾਂ ਬੇਭਾਗ ਦੀ ਮੈਲ ਉਹਦੇ ਅੰਦਰ ਆ ਗਈ, ਬਹੁਤੇ ਭਾਗ ਹੋ ਗਏ ਮੈਲ ਚਲੀ ਗਈ, ਇਹ ਨਹੀਂ ਹੈ ਗੱਲ। ਭਾਵ ਹੈ ਜਦੋਂ ਉਹਨੇ ਗਿਆਨ ਲੈ ਲਿਆ, ਆਪਣੇ ਅੰਦਰੋਂ ਵਿਕਾਰ ਅਤੇ ਗਲਤੀਆਂ ਉਹ ਕੱਢ ਦਿੱਤੀਆਂ। ਜੇ ਕੋਈ ਉਹਦੇ 'ਚ ਕਮਜ਼ੋਰੀ ਹੈ ਉਹਨੂੰ ਦੂਰ ਕਰ ਦਿੱਤਾ, ਤਾਂ ਇਹ ਗਿਆਨ ਦੇ ਨਾਲ ਹੋਣਾ। ਮੈਂ ਆਏ ਮਿਲੋ ਜਗਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ। ਐ ਮੇਰੇ ਪ੍ਰਭੂ ਪਰਮਾਤਮਾ, ਮੈਨੂੰ ਸੰਗਤ ਦੇ ਵਿੱਚ ਮਿਲਾ ਦਿਓ, ਮੈਂ ਤੁਹਾਡੇ ਨਾਮ ਨੂੰ ਸਦਾ ਹਿਰਦੇ 'ਚ ਯਾਦ ਰੱਖਾਂ। ਗੁਰਮਤਿ ਨਾਮ ਮਨ ਮੀਠਾ ਭਾਇਆ, ਗੁਰਮਤਿ ਗੁਰੂ ਦੀ ਮੱਤ ਸਾਨੂੰ ਚੰਗੀ ਲੱਗਣ ਲੱਗ ਪਵੇ। ਜਨ ਨਾਨਕ ਨਾਮ ਮਨ ਭੀਜੈ ਜੀਓ। ਹੁਣ ਇਹ ਸਾਰਾ ਸ਼ਬਦ ਜਦੋਂ ਪੜ੍ਹੋਗੇ
ਉਦੋਂ ਗੱਲ ਦੀ ਸਪਸ਼ਟਤਾ ਹੋਣੀ ਹੈ, ਗੱਲ ਕਲੀਅਰ ਹੋਣੀ ਹੈ। ਅੱਗੇ ਵੀ ਇੱਕ ਸ਼ਬਦ ਹੈ, ਉਹਦੇ ਵਿੱਚ ਵੀ ਭਾਗ ਦੀਆਂ ਕਿਸਮਤ ਦੀਆਂ ਗੱਲਾਂ ਇਹੋ ਜਿਹੀਆਂ ਕੀਤੀਆਂ ਹੋਈਆਂ ਨੇ। ਜਿਹੜੀ ਕਿਸਮਤ ਜਾਂ ਭਾਗ ਸਾਡੇ ਦਿਮਾਗਾਂ 'ਚ ਬਿਠਾ ਦਿੱਤਾ ਹੈ, ਮਸਲਾ ਉਹ ਨਹੀਂ ਹੈ। ਇਹ ਹੈ ਕਿ ਆਪਣੇ ਕਿਸਮਤ ਨੂੰ, ਆਪਣੇ ਰੋਜ਼ਾਨਾ ਦੀ ਜ਼ਿੰਦਗੀ ਨੂੰ, ਆਪਣੇ ਵਿਚਾਰਾਂ ਨੂੰ ਬਦਲਣ ਵਾਸਤੇ ਤੁਹਾਨੂੰ ਵਿਦਵਾਨ ਬਣਨਾ ਪਵੇਗਾ, ਗੁਰੂ ਦੀ ਮੱਤ ਗਿਆਨ ਲੈਣਾ ਪਵੇਗਾ। ਅਤੇ ਜਦੋਂ ਤੁਸੀਂ ਤਜਰਬੇ ਵੀ ਕਰੋਗੇ ਜ਼ਿੰਦਗੀ 'ਚ, ਉਹ ਕੰਮ ਆਪ ਕਰੋਗੇ, ਤੁਹਾਡੀ ਹੋਰ ਤਜਰਬੇ 'ਚ ਵਾਧਾ ਹੋ ਕੇ ਤੁਸੀਂ ਹੋਰ ਸਿਆਣੇ ਬਣੋਗੇ। ਇਸ ਤਰ੍ਹਾਂ ਤੁਹਾਡੇ ਜਿਹੜੇ ਅੰਦਰ ਅਗਿਆਨਤਾ ਹੈ ਉਹ ਖਤਮ ਹੋਵੇਗੀ, ਗਿਆਨ ਤੁਹਾਡੇ ਅੰਦਰ ਆ ਜਾਵੇਗਾ। ਇੱਥੇ ਜਿਹੜੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਨੇ, ਉਹ ਕਿਸਮਤ ਨਾਲ ਜਾਂ ਭਾਗਾਂ ਨਾਲ ਨਹੀਂ ਅੱਗੇ ਆਏ। ਉਹਨਾਂ ਨੇ ਮਿਹਨਤ ਕੀਤੀ ਹੈ, ਉਹਨਾਂ ਕੋਲ ਅਕਲ ਸੀ, ਸਿਆਣਪ ਸੀ, ਤਾਂ ਉਹ ਅੱਗੇ ਆਏ ਨੇ, ਵੱਡੇ ਅਫਸਰ ਬਣੇ ਨੇ, ਵਪਾਰੀ ਬਣੇ ਨੇ, ਜਾਂ ਵੱਡੇ ਅਹੁਦੇਦਾਰ ਬਣੇ ਨੇ। ਉਹ ਤਾਂ ਬਣੇ ਨੇ। ਅਤੇ ਅਸੀਂ ਕਿਸਮਤ ਦੇ ਉੱਤੇ ਟੇਕ ਰੱਖਣ ਵਾਲੇ ਅੱਜ ਗੁਲਾਮ ਬਣੇ ਬੈਠੇ ਹਾਂ। ਇਹ ਗੁਲਾਮੀ ਹੈ ਜਿਹੜੀ ਅਕਲ ਨਾਲ ਦੂਰ ਹੋ ਸਕਦੀ ਹੈ। ਇਹ ਕਿਸਮਤ ਨਾਲ ਤਾਂ ਗੁਲਾਮੀ ਦਾ ਰੱਸਾ ਹੋਰ ਲੰਬਾ ਅਤੇ ਹੋਰ ਸਖਤ ਸਾਡੇ ਗਲ 'ਚ ਜਿਹੜਾ ਪਿਆ ਹੋਇਆ, ਇਹ ਹੋਰ ਸਖਤ ਹੁੰਦਾ ਜਾਣਾ। ਅਤੇ ਜਿਹੜੇ ਭਾਰਤ ਦੇਸ਼ ਦੇ ਲੋਕਾਂ ਦੀ ਕੀ ਕਿਸਮਤ ਮਾੜੀ ਸੀ? ਇਹਨਾਂ ਦੇ ਭਾਗਾਂ 'ਚ ਗੁਲਾਮੀ ਲਿਖੀ ਹੋਈ ਸੀ। ਅੱਜ ਫਿਰ ਸਾਡੇ ਵਿੱਚ ਜੋ ਇੰਨੀਆਂ ਕਮੀਆਂ ਕਮਜ਼ੋਰੀਆਂ ਨੇ, ਇਹ ਕਿਸਮਤ 'ਚ ਲਿਖੀਆਂ ਹੋਈਆਂ ਨੇ। ਫਿਰ ਤਾਂ ਬਾਬਰ ਇੱਥੇ ਹਮਲਾ ਕਰਨ ਆਇਆ ਸੀ, ਗੁਰੂ ਨਾਨਕ ਸਾਹਿਬ ਨੂੰ ਉਹਦਾ ਵਿਰੋਧ ਕਰਨ ਦੀ ਕੀ ਲੋੜ ਸੀ? ਅਤੇ ਸਾਡੇ ਭਾਗਾਂ 'ਚ ਬਾਬਰ ਦਾ ਜ਼ੁਲਮ ਲਿਖਿਆ ਹੋਇਆ ਸੀ, ਗੁਲਾਮੀ ਲਿਖੀ ਹੋਈ ਸੀ, ਅਸੀਂ ਭੋਗਦੇ ਰਹੋ। ਅੱਜ ਵੀ ਆਜ਼ਾਦੀ ਵਾਸਤੇ ਕਿਉਂ ਪਿੱਟ ਸਿਆਪਾ ਕੀਤਾ ਜਾਂਦਾ? ਇਹ ਜਿਹੜਾ ਸਾਰਾ ਕੁਝ ਸਾਡੇ ਭਾਗਾਂ 'ਚ ਲਿਖਿਆ ਹੋਇਆ ਮੰਨ ਲਈਏ, ਫਿਰ ਤਾਂ ਨੀਵੀਆਂ ਪਾ ਕੇ ਇਹਨੂੰ ਬਰਦਾਸ਼ਤ ਕਰੋ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜੋ ਬੈਠੇ, ਜਿਵੇਂ ਕਿ ਸਾਨੂੰ ਸਿਖਾਇਆ ਜਾ ਰਿਹਾ। ਗੁਰੂ ਪਿਆਰ ਵਾਲਿਓ, ਇਹ ਸਾਰਾ ਕੁਝ ਇਸ ਤਰ੍ਹਾਂ ਨਹੀਂ ਹੈ। ਇਹਦਾ ਸੀ ਕਿ ਅਸੀਂ ਆਪਣੇ ਸੁਭਾਅ ਨੂੰ, ਆਪਣੇ ਦਿਮਾਗ ਨੂੰ, ਆਪਣੇ ਵਿਚਾਰਾਂ ਨੂੰ ਬਦਲਣਾ, ਚੰਗੇ ਇਨਸਾਨ ਬਣਨਾ, ਵਿੱਦਿਆ ਹਾਸਲ ਕਰਨੀ ਹੈ, ਉੱਚੇ ਉੱਠਣਾ। ਜੇ ਕਿਤੇ ਕਮੀਆਂ ਪੇਸ਼ੀਆਂ ਨੇ, ਉਹਨਾਂ ਨੂੰ ਦੂਰ ਕਰਨਾ, ਤਾਂ ਕਿ ਅਸੀਂ ਵੀ ਸਮਾਜ ਦੇ ਵਿੱਚ ਸਨਮਾਨ ਦੇ ਨਾਲ ਰਹਿ ਸਕੀਏ। ਸਵਾਲ ਨੰਬਰ 367 ਬੀਬੀ ਰਣਜੀਤ ਕੌਰ, ਇਹਨਾਂ ਦਾ ਸਵਾਲ ਹੈ, ਚੰਡੀ ਦੀ ਵਾਰ ਬਾਰੇ ਖੋਲ੍ਹ ਕੇ ਦੱਸੋ ਜੀ, ਇਹ ਗੁਰਬਾਣੀ ਹੈ ਕਿ ਨਹੀਂ ਹੈ? ਗੁਰੂ ਪਿਆਰ ਵਾਲਿਓ, ਚੰਡੀ ਦੀ ਵਾਰ ਗੁਰਬਾਣੀ ਨਹੀਂ ਹੈ। ਇਹ ਬਚਿੱਤਰ ਨਾਟਕ ਦੇ ਵਿੱਚੋਂ ਲਈ ਗਈ ਹੈ। ਚੰਡੀ ਦੀ ਵਾਰ ਨਾਮ ਥੱਲੇ ਤੇ 3 ਵਾਰਾਂ ਲਿਖੀਆਂ ਮਿਲਦੀਆਂ ਨੇ। ਦੁਰਗਾ ਕੀ ਵਾਰ, ਵਾਰ ਭਗਉਤੀ ਕੀ, ਦੁਰਗਾ ਸਤਪਤੀ, ਚੰਡੀ ਕੀ ਵਾਰ ਆਦਿਕ ਨਾਮ ਨੇ ਇਹਦੇ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਹਦਾ ਵਿਸਥਾਰ ਨਾਲ ਵਰਣਨ ਕੀਤਾ ਹੈ ਕਿ ਸੁੰਭ ਨਿਸੁੰਭ ਅਤੇ ਹੋਰ ਕਈ ਸਾਰੇ ਰਾਖਸ਼ ਸੀ ਜਿਹੜੇ ਉਹਨਾਂ ਨੂੰ ਮਾਰਨ ਵਾਸਤੇ ਚੰਡੀ ਆਈ, ਅਤੇ ਇਹਦਾ ਨਾਮ ਕਈ ਸਾਰੇ ਰੱਖੇ ਹੋਏ ਨੇ। ਚੰਡੀ ਵੀ ਹੈ, ਚੰਡਕਾ ਵੀ ਹੈ, ਅਤੇ ਇਹਦਾ ਅਗਨੀ ਵੀ ਨਾਮ ਰੱਖਿਆ ਹੋਇਆ, ਕਿਉਂਕਿ ਅਗਨੀ ਨੂੰ ਜਿਵੇਂ ਆਪਾਂ ਕਹਿੰਦੇ ਚੰਡ ਬਣ ਗਈ, ਪ੍ਰਚੰਡ ਹੋ ਗਈ, ਅਤੇ ਇਹ ਤਾਂ ਐ ਸਭ ਨੂੰ ਹੜੱਪ ਕਰ ਜਾਂਦੀ ਹੈ। ਇਸ ਦੇਵੀ ਨੂੰ ਵੀ ਅੱਗ ਦਾ ਰੂਪ ਹੀ ਬਿਆਨ ਕੀਤਾ ਗਿਆ ਹੈ। ਅਤੇ ਜਦੋਂ ਇਸ ਚੰਡੀ ਦੇਵੀ ਤੋਂ, ਚੰਡਕਾ ਤੋਂ ਆਪ ਦੈਂਤ ਕਾਬੂ ਨਾ ਆਏ, ਕਹਾਣੀ ਦੇ ਮੁਤਾਬਕ ਇਹਦਾ ਮੱਥਾ ਪਾੜ ਕੇ ਫਿਰ ਹੋਰ ਇਹਨੇ ਕਾਲੀ ਦੇਵੀ ਕੱਢੀ ਆਪਣੇ ਮੱਥੇ ਦੇ ਵਿੱਚੋਂ। ਕਮਾਲ ਇਹ ਹੈ, ਉਹ ਜਿਹੜੀ ਕਾਲੀ ਦੇਵੀ ਸੀ ਅਲਪ ਨੰਗੀ ਪੈਦਾ ਹੋਈ, ਅਤੇ ਹਥਿਆਰ ਉਹਦੇ ਕੋਲੇ ਸਾਰੇ ਹੈਗੇ ਸੀ, ਪਰ ਕੱਪੜਾ ਕੋਈ ਨਹੀਂ ਸੀ ਪਹਿਨਿਆ ਹੋਇਆ। ਕਮਾਲ ਹੋ ਗਈ ਹੈ। ਇਹ ਜਿਹੜੇ ਲਿਖਾਰੀ ਨੇ ਆਪਣੀ ਮਰਜ਼ੀ ਨਾਲ ਜੋ ਕੁਝ ਲਿਖੀ ਜਾਣ, ਅਤੇ ਸਾਡੇ ਵਰਗੇ ਨੀਵੀਆਂ ਪਾ ਕੇ ਉਹਨੂੰ ਸੱਚ ਮੰਨ ਲੈਂਦੇ ਨੇ। ਕਹਿੰਦੇ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ, ਆਖੋ ਸਤਿਨਾਮ। ਰੋਜ਼ਾਨਾ ਸਟੇਜਾਂ 'ਤੇ ਇਹ ਕੂੜ ਕੁਫਰ ਸਾਨੂੰ ਸੁਣਾਇਆ ਜਾਂਦਾ। ਗੁਰੂ ਗੋਬਿੰਦ ਸਿੰਘ ਦੀ ਰਚਨਾ ਇਹ ਨਹੀਂ ਹੈ। ਸਿੱਖਾਂ ਨੂੰ ਮੂਰਖ ਬਣਾਇਆ ਗਿਆ ਹੈ, ਅਤੇ ਸਾਡੇ ਅਖੌਤੀ ਵਿਦਵਾਨਾਂ ਨੇ ਪੁਰਾਣੇ ਸਮਿਆਂ 'ਚ ਇਹਨੂੰ ਅਰਦਾਸ ਦਾ ਪਹਿਲਾ ਹਿੱਸਾ ਵੀ ਬਣਾ ਲਿਆ ਹੈ। ਜਿਵੇਂ ਪ੍ਰਥਮ ਭਗਉਤੀ ਸਿਮਰਕਾ ਹੈ, ਕਿਉਂਕਿ ਇਹਦਾ ਨਾਮ ਹੀ ਭਗਵਤੀ, ਭਗਉਤੀ, ਚੰਡੀ, ਚੰਡਕਾ, ਇਹਦੇ 16-17 ਨਾਮ ਹਿੰਦੂ ਮਿਥਿਹਾਸ ਕੋਸ਼ ਦੇ ਵਿੱਚ ਦੱਸੇ ਗਏ ਨੇ। ਇੱਕੋ ਦੇਵੀ ਦੇ 16 ਨਾਮ ਦੱਸੇ ਗਏ ਨੇ, ਅਤੇ ਇਹਨੂੰ ਜੋ ਮਰਜ਼ੀ ਅਪਮਾਨ ਕਰ ਦੇਣ, ਸਨਮਾਨ ਕਰ ਦੇਣ, ਇਹ ਲਿਖਾਰੀ ਦੀ ਮਰਜ਼ੀ ਹੈ। ਬਹੁਤ ਕੁਝ ਕੂੜ ਕੁਫਰ ਇਹਦੇ ਬਾਰੇ ਕਿਤਾਬਾਂ 'ਚ ਲਿਖਿਆ ਪਿਆ, 10ਵੇਂ ਗ੍ਰੰਥ ਦੇ ਵਿੱਚ ਵੀ ਲਿਖਿਆ ਹੋਇਆ ਹੈ, ਅਤੇ ਸਾਡਾ ਇਹਦੇ ਨਾਲ ਸਿੱਧਾ ਕੋਈ ਸਰੋਕਾਰ ਨਹੀਂ ਹੈ। ਇਹਦਾ ਜਿੰਨਾ ਛੇਤੀ ਹੋ ਸਕੇ ਇਹਨੂੰ ਅਰਦਾਸ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਹੁਣ ਇੱਥੇ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਭਗਉਤੀ ਨੂੰ, ਦੇਵੀ ਨੂੰ ਸਿਮਰ ਲਿਆ, ਭਾਵ ਕਿ
ਗੁਰੂ ਨਾਨਕ ਦੇਵੀ ਨੂੰ ਸਿਮਰਦਾ ਹੈ, ਜਿਹੜਾ ਕਿ ਇੱਕੋ ਨੂੰ ਮੰਨਣ ਵਾਲਾ ਨਾਨਕ ਬਾਬਾ ਆਪ ਇੱਕ ਤੋਂ ਸਿਵਾਏ ਕਿਸੇ ਨੂੰ ਨਹੀਂ ਮੰਨਦਾ। ਗੁਰਬਾਣੀ 'ਚ ਦੇਵੀ ਦੇਵਤਿਆਂ ਨੂੰ ਖੂਬ ਕੱਟ ਕੀਤਾ ਗਿਆ। ਇਹਨਾਂ ਦਾ ਕੋਈ ਮਾਨ ਸਨਮਾਨ ਦੇਵੀ ਦੇਵਤਿਆਂ ਦਾ ਗੁਰਬਾਣੀ 'ਚ ਨਹੀਂ ਹੈ। ਇਹਨਾਂ ਦੀ ਅਸਲੀਅਤ ਦੇ ਕਈ ਸਾਰੇ ਹਵਾਲੇ ਗੁਰਬਾਣੀ 'ਚ ਮਿਲਦੇ ਨੇ, ਪਰ ਫਿਰ ਵੀ ਸਾਡੇ ਨਾ ਸਮਝ ਸਿੱਖਾਂ ਨੇ ਇਹਨੂੰ ਅਰਦਾਸ ਦਾ ਅੰਗ ਬਣਾ ਦਿੱਤਾ ਹੈ ਅਤੇ ਸਾਰੇ ਗੁਰੂਆਂ ਨੂੰ ਇਹਦਾ ਪੁਜਾਰੀ ਬਣਾ ਦਿੱਤਾ ਹੈ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਏ। ਹੁਣ ਹੋਈ ਅਤੇ ਹੋਇਆ, ਲਈ ਅਤੇ ਲਿਆ, ਇਹਦਾ ਫਰਕ ਸਮਝੋ। ਲਈ ਇਸਤਰੀ ਲਿੰਗ ਹੈ, ਲਿਆ ਪੁਲਿੰਗ ਹੈ। ਇਸ ਤਰ੍ਹਾਂ ਹੋਈ ਇਸਤਰੀ ਲਿੰਗ ਹੈ, ਹੋਇਆ ਪੁਲਿੰਗ ਹੈ। ਇਹਦੇ ਵਿੱਚ ਸਾਰੇ ਕਿਤੇ ਇਸੇ ਤਰ੍ਹਾਂ ਆਇਆ ਕਿ ਗੁਰੂ ਨਾਨਕ ਨੇ ਦੇਵੀ ਧਿਆਈ, ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਨੇ ਦੇਵੀ ਧਿਆਈ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਉਹਨਾਂ ਨੇ ਵੀ ਪੰਜਵੇਂ ਛੇਵੇਂ ਸੱਤਵੇਂ ਪਾਤਸ਼ਾਹ ਨੇ ਵੀ ਸਿਮਰ ਲਈ। ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਡਿਠੈ ਸਭ ਦੁਖ ਜਾਏ। ਇਹਨਾਂ ਨੇ ਗੱਲ ਨੂੰ ਮੋੜ ਤਾਂ ਉਸ ਪਾਸੇ ਲਿਆ ਕਿ ਸ੍ਰੀ ਹਰਿਕ੍ਰਿਸ਼ਨ ਨੂੰ ਧਿਆਵੋ, ਅਸਲ ਦੇ ਵਿੱਚ ਸ੍ਰੀ ਹਰਿਕ੍ਰਿਸ਼ਨ ਨੇ ਦੇਵੀ ਨੂੰ ਧਿਆਇਆ, ਇਹਦਾ ਭਾਵ ਇਹ ਹੈ। ਸਾਰੇ ਇਸ ਤਰ੍ਹਾਂ ਹੀ ਚੱਲ ਰਹੇ ਹੈ। ਤੇਗ ਬਹਾਦਰ ਸਿਮਰੀ ਹੈ ਜਿਤ ਨੌ ਨਿਧ ਆਵੈ ਧਾਏ, ਤੇਗ ਬਹਾਦਰ ਨੇ ਵੀ ਇਸ ਦੇਵੀ ਨੂੰ ਸਿਮਰਿਆ। ਕਿਸੇ ਤਰ੍ਹਾਂ ਵੀ ਘਸੀਟ ਕੇ ਇਹਨੂੰ ਗੁਰੂ ਸਾਹਿਬ ਨਾਲ ਜੋੜਿਆ ਨਹੀਂ ਜਾਣਾ ਚਾਹੀਦਾ ਸੀ, ਪਰ ਇਹ ਸਾਰਾ ਕੁਝ ਹੋ ਚੁੱਕਿਆ ਹੋਇਆ। ਗੁਰੂ ਪਿਆਰ ਵਾਲਿਓ, ਆਪਾਂ ਇੱਕ ਰੱਬ ਨੂੰ, ਇੱਕ ਮਹਾਨ ਸ਼ਕਤੀ ਨੂੰ ਜਿਹੜੀ ਸਾਡੇ ਅੰਦਰ ਮੌਜੂਦ ਹੈ, ਉਹਨੂੰ ਮੰਨਣ ਵਾਲੇ ਸੀ। ਇਹਨਾਂ ਕਾਲਪਨਿਕ ਦੇਵੀ ਦੇਵਤਿਆਂ ਦੇ ਪੁਜਾਰੀ ਅਸੀਂ ਤਾਂ ਕਿੱਥੋਂ ਹੋਣਾ ਸੀ। ਗੁਰੂ ਸਾਹਿਬ ਨੂੰ ਵੀ ਇਸੇ ਦੇ ਪੁਜਾਰੀ ਲਿਖਾਰੀਆਂ ਨੇ ਬਣਾ ਕੇ ਰੱਖ ਦਿੱਤਾ। ਇਹ ਬਚਿੱਤਰ ਨਾਟਕ ਦੇ ਵਿੱਚ 55 ਬੰਦ ਨੇ। ਇਹਨਾਂ 55 ਬੰਦਾਂ ਦਾ ਆਖਰੀ ਜਿਹੜਾ ਬੰਦ ਹੈ 55 ਨੰਬਰ, ਉਹਦੇ 'ਚ ਇੱਥੋਂ ਤੱਕ ਵੀ ਲਿਖਿਆ ਹੋਇਆ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨ ਜੋਨੀ ਆਇਆ ਜਿਨ ਇਹ ਗਾਇਆ। ਇਹ ਦੁਰਗਾ ਦੇਵੀ ਦਾ ਪਾਠ ਹੈ, ਸਪਸ਼ਟ ਲਿਖਿਆ ਪਿਆ। ਅਤੇ ਕਹਿੰਦੇ ਜਿਹੜਾ ਇਸ ਪਾਠ ਨੂੰ ਰੋਜ਼ਾਨਾ ਕਰੇਗਾ, ਦੁਰਗਾ ਦੇਵੀ ਦੀ ਉਸਤਤ ਕਰੇਗਾ ਅਤੇ ਫਿਰ ਉਹ ਕਦੇ ਜੋਨਾਂ 'ਚ ਨਹੀਂ ਪਵੇਗਾ। ਇਹ ਮਾਰਕੰਡੇ ਪੁਰਾਣ ਦੇ ਵਿੱਚੋਂ ਇੱਕ ਹਿੱਸਾ ਲੈ ਕੇ ਪਾਇਆ ਗਿਆ, ਜਿਹਨੂੰ ਕਿ ਚੰਡੀ ਦੀ ਵਾਰ ਕਹਿੰਦੇ ਨੇ। ਇਸੀ ਦੁਰਗਾ ਸਪਤਪਥੀ ਕਹਿੰਦੇ ਨੇ, ਉਹ ਵੀ ਇੱਕ ਰਚਨਾ ਹੈ, ਉਹਦੇ ਵਿੱਚੋਂ ਕੁਝ ਹਿੱਸਾ ਲਿਆ ਗਿਆ ਹੈ। ਇਹ 3 ਚੰਡੀ ਕੀਆਂ ਵਾਰਾਂ ਜਿਹੜੀਆਂ ਕਿ ਦਸਮ ਗ੍ਰੰਥ ਦੇ ਵਿੱਚ ਮੌਜੂਦ ਨੇ, ਵੱਖੋ ਵੱਖਰੇ ਹਿੰਦੂ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਲੈ ਕੇ ਸਾਡੇ ਮੱਥੇ ਮੜ੍ਹ ਦਿੱਤੇ ਗਏ ਨੇ। ਨਾ ਇਹਨਾਂ ਦਾ ਅਰਦਾਸ ਦੇ ਨਾਲ ਕੋਈ ਸੰਬੰਧ ਹੈ, ਨਾ ਇਹਨਾਂ ਦਾ ਦਸਵੇਂ ਪਾਤਸ਼ਾਹ ਨਾਲ ਕੋਈ ਸੰਬੰਧ ਹੈ। ਇਹ ਗੁਰਬਾਣੀ ਨਹੀਂ ਹੈ। ਇਹਨੂੰ ਜਿੰਨਾ ਛੇਤੀ ਹੋ ਸਕੇ ਰੱਦ ਕਰ ਦੇਣਾ ਚਾਹੀਦਾ। ਜਿੰਨੀ ਦੇਰ ਤੱਕ ਇਹਨੂੰ ਰੱਦ ਨਹੀਂ ਕਰਦੇ ਸਾਡੇ ਮੁਖੀ, ਉਤਨੀ ਦੇਰ ਤੱਕ ਸਾਨੂੰ ਇੰਨੀ ਕੁ ਤਾਂ ਆਜ਼ਾਦੀ ਹੈ ਕਿ ਅਸੀਂ ਇਹਦੇ ਤੋਂ ਬਿਨਾਂ ਅਰਦਾਸ ਕਰ ਲਈਏ। ਇਹ ਜਿਹੜੀ ਚੰਡੀ ਕੀ ਵਾਰ ਪ੍ਰਥਮ ਭਗਉਤੀ ਸਿਮਰਕ ਹੈ, ਇਹ ਪੜ੍ਹਨੀ ਸਾਡੇ ਵਾਸਤੇ ਕੋਈ ਜ਼ਰੂਰੀ ਨਹੀਂ ਹੈ। ਅਸੀਂ ਦਸਮ ਗ੍ਰੰਥ ਦੇ ਪੁਜਾਰੀ ਨਹੀਂ ਹਾਂ, ਪਰ ਇਹਦੇ ਵਾਸਤੇ ਅੰਦਰ ਹਿੰਮਤ ਹੌਸਲਾ ਪੈਦਾ ਕਰਨਾ ਪਵੇਗਾ। ਕੁਝ ਕੁ ਲੋਕਾਂ ਵੱਲੋਂ ਵਿਰੋਧ ਵੀ ਹੋ ਸਕਦਾ, ਪਰ ਇਹ ਤਾਂ ਹਰ ਸੁਧਾਰਕ ਦਾ ਅਕਾਲ ਤਖਤ ਦੇ ਉੱਤੇ ਬੈਠੇ ਪੁਜਾਰੀ ਉਹ ਵੀ ਵਿਰੋਧ ਕਰਦੇ ਨੇ, ਡੇਰੇਦਾਰ ਵੀ ਵਿਰੋਧ ਕਰਦੇ ਨੇ, ਨਿਹੰਗ ਜਥੇਬੰਦੀਆਂ ਜਿਹੜੀਆਂ ਭੰਗ ਅਤੇ ਹੋਰ ਨਸ਼ੇ ਵੀ ਪੀ ਜਾਂਦੀਆਂ ਨੇ, ਬੱਕਰੇ ਵੀ ਵੱਢੀ ਜਾਂਦੀਆਂ ਨੇ ਅਤੇ ਗੁਰੂ ਸਾਹਿਬ ਦੇ ਹਥਿਆਰਾਂ ਨੂੰ ਖੂਨ ਦੇ ਟਿੱਕੇ ਵੀ ਲਾਈ ਜਾਂਦੀਆਂ ਨੇ, ਹੋਰ ਪਤਾ ਨਹੀਂ ਕੀ ਕੁਝ ਹੋਈ ਜਾਂਦਾ, ਉਹ ਵੀ ਵਿਰੋਧ ਕਰਦੇ ਨੇ। ਕਹਿੰਦੇ ਅਸੀਂ ਅਸਲੀ ਸਿੱਖ ਹਾਂ, ਤੁਸੀਂ ਸੁਧਾਰ ਕਰਨ ਵਾਲੇ ਅਸਲੀ ਸਿੱਖ ਨਹੀਂ ਹੋ। ਇਹ ਬਹੁਤ ਕੁਝ ਵਾਪਰ ਗਿਆ। ਬਹੁਤ ਚੇਤਨਤਾ ਦੀ, ਸਾਵਧਾਨਤਾ ਦੀ ਲੋੜ ਹੈ ਤਾਂ ਕਿ ਇਹ ਹੌਲੀ ਹੌਲੀ ਸੁਧਾਰ ਹੁੰਦਾ ਰਹਿ ਸਕੇ। ਆਪਾਂ ਇਹਨਾਂ ਗੱਲਾਂ ਵੱਲ ਗਹਿਰਾਈ ਨਾਲ ਧਿਆਨ ਦਈਏ ਜੀ। ਸਵਾਲ ਨੰਬਰ 369 ਭਾਈ ਸੁਰਿੰਦਰਪਾਲ ਸਿੰਘ ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਇਹਨਾਂ ਪੰਕਤੀਆਂ ਦੇ ਅਰਥ ਕਰਕੇ ਜ਼ਰੂਰ ਸਮਝਾਓ ਜੀ। ਕੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਨੇ? ਇਹਨਾਂ ਦੇ ਬਾਰੇ ਬਹੁਤ ਭੁਲੇਖੇ ਨੇ ਸੰਗਤਾਂ ਦੇ ਵਿੱਚ। ਗੁਰਮੁਖੋ, ਇਹ ਸ਼ਬਦ ਬਾਬਾ ਫਰੀਦ ਜੀ ਦਾ ਲਿਖਿਆ ਹੋਇਆ। ਬਹੁਤੇ ਲੋਕਾਂ ਨੇ ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹਦੇ ਗਲਤ ਅਰਥ ਕੀਤੇ ਹੋਏ ਨੇ। ਹੋਰ ਤਾਂ ਕਿਸੇ ਨੂੰ ਕੀ ਆਖੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਦਰਬਾਰ ਸਾਹਿਬ ਦੇ ਵਿੱਚ ਮਿਊਜ਼ੀਅਮ ਬਣਾਇਆ ਹੋਇਆ ਹੈ, ਉੱਥੇ ਬਾਬਾ ਫਰੀਦ ਜੀ ਦੀ ਫੋਟੋ ਵੀ ਕਿਸੇ ਚਿੱਤਰਕਾਰ ਨੇ ਚਿੱਤਰ ਬਣਾ ਕੇ ਲਾਈ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਉਹਨੂੰ ਮਾਨਤਾ ਦਿੱਤੀ ਹੈ। ਆਪਣੇ ਥਾਂ 'ਤੇ ਉਹ ਫੋਟੋ ਲਾਈ ਹੈ ਕਿ ਕਾਂ ਬਾਬਾ ਫਰੀਦ ਦੇ ਮਾਸ ਨੂੰ ਚੂੰਡਦੇ ਵਿਖਾਏ ਗਏ ਨੇ।
एडी लाहनत है इन्हां लोकां ते, चित्र बनाउण वालिਆਂ ਤੇ ਵੀ ਅਤੇ चित्रां ਨੂੰ ਪ੍ਰਵਾਨ ਕਰਨ ਵਾਲਿਆਂ ਤੇ ਵੀ, ਜਿਹੜੇ ਏਡੇ ਵੱਡੇ ਉੱਚੇ ਰੁਤਬੇ ਦਾ ਮਾਲਕ ਮਹਾਂਪੁਰਖ ਬਾਬਾ ਫਰੀਦ ਹੈ ਤੇ ਉਹਨਾਂ ਦਾ ਸਰੀਰ ਨੂੰ ਕਾਂ ਚੂੰਡ ਰਹੇ ਹੋਣਗੇ। ਉਹਨਾਂ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ। ਇਹਨਾਂ ਚਿੱਤਰਾਂ ਨੂੰ ਪ੍ਰਵਾਨਗੀ ਦੇਣ ਲੱਗੇ ਰਾਈ ਮਾਤਰ ਵੀ ਸ਼ਰਮ ਨਾ ਆਈ ਕਿ ਅਸੀਂ ਏਡੇ ਵੱਡੇ ਮਹਾਂਪੁਰਖ ਦਾ ਆਪਣੇ ਸਭ ਤੋਂ ਵੱਡੇ ਆਖੇ ਜਾਂਦੇ ਧਰਮ ਸਥਾਨ ਦੇ ਵਿੱਚ ਖੁਦ ਅਪਮਾਨ ਕਰ ਰਹੇ ਹਾਂ ਕਿ ਬਾਬਾ ਫਰੀਦ ਜੀ ਆਪਣੇ ਸ਼ਲੋਕਾਂ 'ਚ ਕੂਕ ਕੂਕ ਕੇ ਕਹਿ ਰਹੇ ਨੇ, ਮੇਰਾ ਤੇ ਮਾਸ ਕਾਵਾਂ ਨੇ ਖਾ ਲਿਆ, ਮੇਰੀਆਂ ਅੱਖਾਂ ਹੇ ਕਾਵੋਂ ਨਾ ਖਾਇਓ, ਮੈਨੂੰ ਬਚਾ ਲਿਓ, ਮੇਰੀਆਂ ਅੱਖਾਂ 'ਤੇ ਛੱਡ ਦਿਓ ਕਿਉਂਕਿ ਮੈਂ ਰੱਬ ਨੂੰ ਵੇਖਣਾ ਹੈ। ਭਲੇ ਉਹ ਰੱਬ ਦਾ ਸਰੀਰ ਤਾਂ ਕਿਤੇ ਹੈ ਹੀ ਨਹੀਂ, ਬਾਹਰ ਕਿਤੇ ਜਾ ਕੇ ਦੇਖਣਾ ਹੈ। ਬਾਬਾ ਫਰੀਦ ਤਾਂ ਅਗਲੇ ਸ਼ਲੋਕਾਂ 'ਚ ਖੁਦ ਕਹਿ ਰਹੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਂ ਹੈ। ਉਹ ਤਾਂ ਇਸੇ ਖਲਕਤ ਦੇ ਵਿੱਚ, ਸਮਾਜ ਦੇ ਵਿੱਚ, ਧਰਤੀ ਦੇ ਉੱਤੇ ਕੁਦਰਤ ਦੇ ਜਰੇ ਜਰੇ ਦੇ ਵਿੱਚ ਰੱਬ ਵਸਦਾ ਹੈ। ਗੁਰਬਾਣੀ ਸਾਨੂੰ ਦੱਸਦੀ ਹੈ, ਖੁਦ ਬਾਬਾ ਫਰੀਦ ਦੀ ਇਹ ਗੱਲਾਂ ਸਾਨੂੰ ਸਮਝਾਉਂਦੇ ਨੇ। ਪਰ ਸਾਡੇ ਵਾਲੇ ਜਿਹੜੇ ਆਖੇ ਜਾਂਦੇ ਵੱਡੇ ਪ੍ਰਬੰਧਕ ਨੇ, ਧਰਮ ਸਥਾਨਾਂ 'ਚ ਬੈਠੇ ਕਾਬਜ ਨੇ, ਉਹਨਾਂ ਨੇ ਇਹ ਫੋਟੋਆਂ ਗਲਤ ਤਰੀਕੇ ਨਾਲ ਏਡੇ ਵੱਡੇ ਮਹਾਂਪੁਰਖਾਂ ਦਾ ਅਪਮਾਨ ਕਰਕੇ ਉੱਥੇ ਲਾਈਆਂ ਹੋਈਆਂ ਨੇ। ਇੱਥੇ ਸਾਰੇ ਜਿਹੜੇ ਸ਼ਲੋਕ ਨੇ 3-4 ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ, ਉਹਨਾਂ ਸਾਰਿਆਂ ਦਾ ਭਾਵ ਅਰਥ ਲੈਣਾ ਹੁੰਦਾ ਹੈ, ਨਾ ਕਿ ਸਿੱਧਾ ਉਸੇ ਤੇ ਨਹੀਂ ਗੱਲ ਸਮਝਾਉਣ ਵਾਸਤੇ ਹੈ। ਬਾਬਾ ਫਰੀਦ ਜੀ ਪੰਨਾ 1382 ਤੇ ਸ਼ਲੋਕ ਨੰਬਰ 90 ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾਂ ਕਾਗ। ਫਰੀਦ ਜੀ ਕਹਿੰਦੇ ਨੇ, ਮੇਰਾ ਤੇ ਤਨ ਸੁੱਕ ਗਿਆ, ਪਿੰਜਰਾ ਹੋ ਗਿਆ, ਮੇਰੇ ਪੈਰਾਂ ਦੀਆਂ ਤਲੀਆਂ ਨੂੰ ਕਾਂ ਖਾ ਰਹੇ ਨੇ। ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਦੇ ਭਾਗ। ਅਜੇ ਵੀ ਰੱਬ ਨਹੀਂ ਮਿਲਿਆ, ਬੰਦੇ ਦੇ ਭਾਗ ਦੇਖੋ ਕਿੰਨੇ ਮਾੜੇ ਨੇ। ਗੁਰੂ ਪਿਆਰ ਵਾਲਿਓ, ਇਹ ਆਮ ਮਨੁੱਖ ਨੂੰ ਸਮਝਾਉਣ ਵਾਸਤੇ ਗੱਲਾਂ ਨੇ ਕਿ ਤੁਹਾਡੀ ਹਾਲਤ ਇੰਨੀ ਨਿੱਘਰ ਗਈ ਹੈ, ਬੁੱਢੇ ਹੋ ਗਏ ਹੋ, ਡਿੱਗ ਪਏ ਹੋ, ਸਾਰਾ ਸਰੀਰ ਨਕਾਰਾ ਹੋ ਗਿਆ। ਕਈਆਂ ਨੂੰ ਤਾਂ ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ, ਉਹਨਾਂ ਨੂੰ ਜੀਵ ਜੰਤੂ ਪੰਛੀ ਆਦਿ ਖਾ ਜਾਂਦੇ ਨੇ, ਤੇ ਫਿਰ ਵੀ ਰੱਬ ਨੂੰ ਕੋਈ ਯਾਦ ਨਹੀਂ ਕਰਦੇ ਤੁਸੀਂ। ਉਹ ਖੁਦਾ ਨੂੰ ਯਾਦ ਰੱਖਿਆ ਕਰੋ। ਭਾਵਨਾ ਇਹ ਹੈ, ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਇੱਥੇ ਤਾਂ ਵਿਕਾਰ ਰੂਪੀ ਕਾਵਾਂ ਨੇ ਤੁਹਾਡਾ ਮਾਸ ਖਾ ਲਿਆ, ਚੂੰਡ ਲਿਆ। ਇਹ ਦੋਏ ਨਾਨਾ ਮਤ ਛੂ ਹੋ, ਫਿਰ ਦੇਖਣ ਕੀ ਆਸ। ਇਹ ਜਿਹੜੀਆਂ ਦੋ ਅੱਖਾਂ ਨੇ, ਇਹਨਾਂ ਨੂੰ ਨਾ ਛੇੜਿਆ ਜਾਵੇ। ਭਾਵ ਕਿ ਆਪਾਂ ਗਿਆਨ ਦੀਆਂ ਅੱਖਾਂ ਨਾਲ ਪਰਖ ਕੇ ਵੇਖੋ ਕਿ ਠੀਕ ਕੀ ਹੈ ਤੇ ਗਲਤ ਕੀ ਹੈ, ਬੁਰਾਈਆਂ ਨੂੰ ਤਿਆਗੀਏ ਤੇ ਚੰਗਾਈਆਂ ਨੂੰ ਅਪਣਾਈਏ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੂ ਹੋ, ਫਿਰ ਦੇਖਣ ਕੀ ਆਸ। ਅੱਗੇ, ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ। ਹੇ ਮੇਰੇ ਅੰਦਰ ਵਸ ਰਹੇ ਗਲਤ ਵਿਚਾਰ ਵਾਲੇ ਕਾਂ, ਤੂੰ ਉੱਡ ਜਾ, ਨਿਕਲ ਜਾ ਇੱਥੋਂ। ਮੈਂ ਤੈਨੂੰ ਭੈੜੇ ਵਿਚਾਰਾਂ ਵਾਲੇ ਕਿਸੇ ਵੀ ਨੁਕਤੇ ਨੂੰ ਅੰਦਰ ਨਹੀਂ ਰਹਿਣ ਦੇਵਾਂਗਾ। ਮੇਰੇ ਸਰੀਰ ਨੂੰ ਤੂੰ ਨਾ ਖਾ, ਬਰਬਾਦ ਨਾ ਕਰ। ਜੇ ਤੂੰ ਅੰਦਰ ਹੈ ਤਾਂ ਉੱਡ ਜਾ ਇੱਥੋਂ। ਜਿਤ ਪਿੰਜਰਾ ਮੇਰਾ ਸਹੁ ਬਸੈ, ਮਾਸ ਨਾ ਤਿੱਦੂ ਖਾਹੇ। ਇਸ ਮੇਰੇ ਸਰੀਰ ਰੂਪੀ ਪਿੰਜਰੇ ਦੇ ਵਿੱਚ ਤਾਂ ਮੈਂ ਆਪਣੇ ਮਾਲਕ ਪ੍ਰਭੂ ਪਰਮਾਤਮਾ ਨੂੰ ਵਸਾਇਆ ਹੋਇਆ। ਤੂੰ ਉੱਡ ਜਾ, ਇੱਥੇ ਨਾ ਰਹਿ। ਤੇ ਇੱਥੇ ਤਾਂ ਬਾਬਾ ਫਰੀਦ ਜੀ ਇਹ ਵੀ ਕਹਿੰਦੇ ਨੇ, ਫਰੀਦਾ ਗੌਰ ਨਿਮਾਣੀ ਛੱਡ ਘਰੇ, ਨਿੱਘਰਿਆਂ ਕਰ ਆਓ। ਭਾਈ ਤੁਹਾਨੂੰ ਤਾਂ ਕਬਰਾਂ ਉਡੀਕ ਰਹੀਆਂ ਨੇ। ਤੁਸੀਂ ਤਾਂ ਅਸਲ ਘਰ ਤਾਂ ਤੁਹਾਡਾ ਕਬਰ ਬਣ ਗਈ ਹੈ। ਸਦੀਆਂ ਤੱਕ ਤੁਹਾਡੀਆਂ ਹੱਡੀਆਂ ਨੇ ਕਬਰਾਂ 'ਚ ਪਈ ਰਹਿਣਾ। ਇਹ ਬਾਕੀ ਘਰ ਤਾਂ ਤੁਹਾਡੇ ਬਣਾਵਟੀ ਨੇ, ਵਿਖਾਵੇ ਜੋਗੇ ਨੇ। ਸਰ ਪਰ ਮੈਥ ਆਵਣਾ, ਮਰਨੋਂ ਨਾ ਡਰਿਓ। ਭਾਈ ਮੌਤ ਤੋਂ ਡਰਨਾ ਨਹੀਂ ਚਾਹੀਦਾ। ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਬਹੁਤ ਕੁਝ ਅੱਗੇ ਆਉਣ ਵਾਲੇ ਸ਼ਲੋਕਾਂ 'ਚ ਅਤੇ ਪਿੱਛੇ ਵਾਲੇ ਸ਼ਲੋਕਾਂ 'ਚ ਉਹ ਲਿਖਿਆ। ਤੇ ਨਾ ਕਿ ਜਿਹੜਾ ਕਾਂ ਬਾਬਾ ਫਰੀਦ ਜੀ ਨੂੰ ਚੂੰਡ ਰਹੇ ਸੀ, ਖਾ ਰਹੇ ਸੀ, ਅਜਿਹਾ ਕੁਛ ਵੀ ਨਹੀਂ ਹੈ। ਇਹ ਕਹਾਣੀਕਾਰਾਂ ਨੇ, ਕਥਾਕਾਰਾਂ ਨੇ, ਜਾਂ ਲਿਖਾਰੀਆਂ ਨੇ, ਚਿੱਤਰਕਾਰਾਂ ਨੇ ਇਹੋ ਜਿਹਾ ਕੁਛ ਆਪਣੇ ਮਨ ਦੇ ਛੋਟੇ ਵਿਚਾਰ ਲਿਖ ਦਿੱਤੇ ਤੇ ਸ਼੍ਰੋਮਣੀ ਕਮੇਟੀ ਵਰਗਿਆਂ ਨੇ ਇਹ ਚਿੱਤਰ ਦਰਬਾਰ ਸਾਹਿਬ 'ਚ ਲਾ ਦਿੱਤੇ। ਵੇਖਣ ਵਾਲੀ ਭੋਲੀ ਸੰਗਤ ਇਹਨੂੰ ਸੱਚ ਮੰਨ ਲੈਂਦੀ ਹੈ ਕਿ ਸ਼ਾਇਦ ਬਾਬਾ ਫਰੀਦ ਜੀ ਇਹੋ ਕੁਛ ਤਾਂ ਕਹਿ ਰਹੇ ਨੇ। ਉਹਨਾਂ ਨੂੰ ਬੁੱਢੇ ਬਾਰੇ ਕਾਂ ਜ਼ਰੂਰ ਖਾਂਦੇ ਹੋਣਗੇ। ਭਲਿਓ, ਇਸ ਤਰ੍ਹਾਂ ਦੀਆਂ ਸੋਚਾਂ ਤੋਂ ਆਪਣੇ ਆਪ ਨੂੰ ਉਭਾਰੋ। ਤੇ ਨਿਮਰਤਾ ਸਹਿਤ ਬੇਨਤੀ ਹੈ, ਸ਼੍ਰੋਮਣੀ ਕਮੇਟੀ ਜੇ ਕਾਬਜ ਹੋ ਹੀ ਗਈ ਹੈ
ਤਾਂ ਇਹੋ ਜਿਹੇ ਚਿੱਤਰਾਂ ਨੂੰ ਉਤਾਰ ਦੇਵੇ, ਸੰਗਤਾਂ ਨੂੰ ਗੁੰਮਰਾਹ ਨਾ ਕਰੇ, ਬਾਬਾ ਫਰੀਦ ਜੀ ਅਤੇ ਹੋਰ ਮਹਾਂਪੁਰਖਾਂ ਦਾ ਅਪਮਾਨ ਨਾ ਕਰੇ, ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰੇ। ਇੱਥੇ ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਵਿਕਾਰ ਰੂਪੀ ਕਾਵਾਂ ਨੇ ਮਨੁੱਖ ਦਾ ਸਾਰਾ ਹੀ ਸਰੀਰ ਨਾਸ ਕਰ ਦਿੱਤਾ। ਵਿਕਾਰਾਂ ਦੇ ਵਿੱਚ ਇਨਸਾਨ ਡੁੱਬ ਗਿਆ, ਗਰਕ ਹੋਇਆ। ਇਹ ਦੋ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਇਹ ਦੋ ਅੱਖਾਂ ਜੇ ਖੁੱਲ੍ਹੀਆਂ ਹੁੰਦੀਆਂ, ਭਾਵ ਕਿ ਗਿਆਨ ਦੀਆਂ ਅੱਖਾਂ ਜੇ ਖੁੱਲ੍ਹੀਆਂ ਹੋ ਗਈਆਂ ਹੁੰਦੀਆਂ, ਅੰਦਰ ਅਕਲ ਹੁੰਦੀ, ਦਿਮਾਗ ਹੁੰਦਾ, ਤਾਂ ਫਿਰ ਇਹੋ ਜਿਹੇ ਗਲਤ ਕੰਮ ਮਨੁੱਖ ਨਾ ਕਰਦਾ। ਉਹਨੂੰ ਪਤਾ ਹੁੰਦਾ ਕਿ ਮੈਂ ਇਸ ਗਿਆਨ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਵੇਖਣਾ, ਉਹਦਾ ਵਾਸਾ ਕਰਾਉਣਾ, ਆਪਣੇ ਆਪ ਨੂੰ ਪ੍ਰਭੂ ਦੀ ਜੋਤ ਜਾਣਨਾ, ਅਤੇ ਮੈਂ ਕੋਈ ਪ੍ਰਭੂ ਤੋਂ ਵੱਖਰਾ ਨਹੀਂ ਹਾਂ। ਕਾਂ ਤਾਂ ਇੱਥੇ ਵਿਕਾਰ ਨੂੰ ਆਖਿਆ, ਨਾ ਕਿ ਸੱਚੀ ਮੁੱਚੀ ਦੇ ਕਾਂ ਬਾਬਾ ਫਰੀਦ ਨੂੰ ਚੁਣਨ ਆ ਗਏ ਸੀ। ਬਚੀਏ ਇਹਨਾਂ ਗਲਤ ਕਹਾਣੀਆਂ ਤੋਂ, ਗਲਤ ਸਾਖੀਆਂ। ਸਵਾਲ ਨੰਬਰ 368 ਭਾਈ ਮੁਖਤਿਆਰ ਸਿੰਘ ਹਰੀਨਗਰ ਦਿੱਲੀ ਤੋਂ। ਇਹਨਾਂ ਦਾ ਸਵਾਲ ਹੈ ਕਿ ਹਰ ਰੋਜ਼ ਗੁਰਦੁਆਰੇ ਜਾਣਾ ਜੇ ਤੇ ਮੱਥਾ ਟੇਕਣਾ ਇਹ ਜ਼ਰੂਰੀ ਹੈ? ਗੁਰੂ ਪਿਆਰ ਵਾਲਿਓ, ਰੋਜ਼ਾਨਾ ਗੁਰਦੁਆਰੇ ਜਾਣਾ ਕੋਈ ਬੰਦਸ ਨਹੀਂ ਹੈ, ਕੋਈ ਜ਼ਰੂਰੀ ਨਹੀਂ ਹੈ। ਗੁਰਦੁਆਰੇ ਦਾ ਮਤਲਬ ਸੀ ਗੁਰੂ ਦੁਆਰਾ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਅਸੀਂ ਗੁਰੂ ਦੇ ਰਾਹੀਂ ਆਪਣਾ ਰਾਹ ਸਪਸ਼ਟ ਕਰਨਾ ਸੀ, ਜ਼ਿੰਦਗੀ ਜਿਉਣ ਦੇ ਢੰਗ ਗੁਰੂ ਤੋਂ ਸਿੱਖਣੇ ਸੀ। ਬਿਲਡਿੰਗ ਨੂੰ ਬਾਅਦ ਦੇ ਵਿੱਚ ਗੁਰਦੁਆਰਾ ਕਹਿਣ ਲੱਗ ਪਏ ਹਾਂ, ਅਸਲ ਦੇ ਵਿੱਚ ਸ਼ਬਦ ਹੈ ਗੁਰੂ ਦੇ ਰਾਹੀਂ ਗੁਰਦੁਆਰਾ, ਗੁਰੂ ਦੇ ਦੁਆਰਾ ਆਹ ਕੰਮ ਅਸੀਂ ਕਰਨਾ ਹੈ, ਭਾਵ ਕਿ ਗੁਰੂ ਦੀ ਸਹਿਮਤੀ ਦੇ ਨਾਲ, ਗੁਰੂ ਦੇ ਹੁਕਮਾਂ ਵਿੱਚ, ਗੁਰਬਾਣੀ ਦੇ ਅਸੂਲਾਂ ਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਜਿਉਣੀ ਹੈ। ਗੱਲ ਇਹ ਸੀ, ਅੱਜ ਅਸੀਂ ਉਹਨਾਂ ਪੁਜਾਰੀਆਂ ਕੋਲੇ ਜਾਂਦੇ ਹਾਂ, ਉੱਥੋਂ ਸਾਨੂੰ ਸਿੱਖਣ ਨੂੰ ਗੁਰਦੁਆਰੇ 'ਚੋਂ ਕੁਝ ਵੀ ਨਹੀਂ ਮਿਲਦਾ। ਕੇਵਲ ਅਤੇ ਕੇਵਲ ਸਾਡਾ ਵਕਤ ਖਰਾਬ ਹੁੰਦਾ ਅਤੇ ਜਾਂ ਸਾਡੀ ਮਾਇਆ ਕੁਝ ਗੋਲਕ 'ਚ ਪੈ ਜਾਂਦੀ ਹੈ। ਉੱਥੇ ਭੀੜਾਂ ਤਾਂ ਬੜੀਆਂ ਹੁੰਦੀਆਂ ਨੇ, ਇਕੱਠ ਤਾਂ ਬਹੁਤ ਹੁੰਦੇ ਨੇ, ਅੰਨੀ ਸ਼ਰਧਾ ਦੇ ਵਿੱਚ ਤਾਂ ਸਾਨੂੰ ਬਹੁਤ ਡੁੱਬਿਆ ਜਾਂਦਾ ਹੈ, ਪਰ ਸਾਨੂੰ ਉੱਥੇ ਸਿਖਾਇਆ ਕੁਝ ਵੀ ਨਹੀਂ ਜਾਂਦਾ। ਗੁਰਬਾਣੀ ਦੇ ਅਰਥ ਵੀ ਠੀਕ ਢੰਗ ਨਾਲ ਨਹੀਂ ਕੀਤੇ ਜਾਂਦੇ। ਇਤਿਹਾਸ ਵੀ ਸੂਰਜ ਪ੍ਰਕਾਸ਼ ਵਰਗੇ ਜਿਹੜੇ ਕਿ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਵਾਲੇ ਪੋਥੇ ਨੇ, ਉਹਨਾਂ ਦੀ ਕਥਾ ਹੁੰਦੀ ਹੈ ਅਤੇ ਉਹਨਾਂ ਨੂੰ ਸੁਣਨਾ ਸਿੱਖਾਂ ਦਾ ਇੱਕ ਮਜਬੂਰੀ ਬਣ ਜਾਂਦਾ ਹੈ, ਕਿਉਂਕਿ ਉਹ ਉੱਥੇ ਗਏ ਨੇ ਅਤੇ ਹੋਰ ਕੀ ਕਰਨ। ਟੱਕਰ ਲੈਣ ਦੀ, ਸੁਧਾਰ ਕਰਨ ਦੀ ਹਰ ਇੱਕ ਦੇ ਵਿੱਚ ਸਮਰੱਥਾ ਨਹੀਂ ਹੈ। ਤੋ ਆਪਾਂ ਕੋਈ ਜ਼ਰੂਰੀ ਨਹੀਂ ਕਿ ਅਸੀਂ ਗੁਰਦੁਆਰੇ ਜਾ ਕੇ ਹੀ ਗੁਰਬਾਣੀ ਸੁਣਨੀ ਹੈ। ਆਪਣੇ ਘਰਾਂ ਦੇ ਵਿੱਚ ਪੋਥੀਆਂ ਰੱਖ ਸਕਦੇ ਹਾਂ, ਉਹਨੂੰ ਅਰਥਾਂ ਸਮੇਤ ਆਪ ਪੜ੍ਹੋ, ਇਤਿਹਾਸ ਦੀਆਂ ਕਿਤਾਬਾਂ ਰੱਖੋ, ਹੋਰ ਜਿਹੜੇ ਵੱਡੇ ਵੱਡੇ ਵਿਦਵਾਨ ਨੇ ਵਰਲਡ ਲੈਵਲ ਦੇ, ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਹੱਥੀਂ ਕਿਰਤ ਕਰੋ। ਤੁਹਾਨੂੰ ਆਪਣੇ ਕੰਮ ਕਰਦਿਆਂ ਅਨੇਕਾਂ ਤਜਰਬੇ ਹੋਣਗੇ। ਆਮ ਬੰਦਿਆਂ ਨਾਲ ਜਾਂ ਵਿਦਵਾਨਾਂ ਨਾਲ ਜਦੋਂ ਵੀ ਕਦੇ ਮੌਕਾ ਮਿਲਦਾ ਹੈ, ਸਵਾਲ ਜਵਾਬ ਕਰੋ। ਅੱਜ ਕੱਲ੍ਹ ਨੈੱਟ ਦੇ ਉੱਤੇ ਬਹੁਤ ਕੁਝ ਵੇਖਣ ਸੁਣਨ ਨੂੰ ਮਿਲਦਾ ਹੈ। ਚੰਗੀਆਂ ਸਾਈਟਾਂ ਦੇ ਉੱਤੋਂ ਤੁਸੀਂ ਚੰਗੇ ਵਿਦਵਾਨਾਂ ਦੀ ਜਿਹੜੇ ਬੋਲੀ ਹੋਈਆਂ ਵੀਡੀਓ ਆਡੀਓ ਉਹ ਸੁਣ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਨੂੰ ਉਹਦੇ ਅਨੁਸਾਰ ਢਾਲ ਸਕਦੇ ਹੋ। ਪਰ ਇਹ ਪਰਖ ਕਰਨੀ ਜ਼ਰੂਰੀ ਹੈ ਕਿ ਠੀਕ ਕੀ ਹੈ ਅਤੇ ਗਲਤ ਕੀ ਹੈ। ਆਪਣੇ ਦਿਮਾਗ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਅੱਜ ਤਾਂ ਮੋਬਾਈਲ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੀਡ ਹੈ ਸਮੇਤ ਅਰਥਾਂ ਦੇ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਫੀਡ ਕਰ ਸਕਦੇ ਹਾਂ। ਜਦੋਂ ਦਿਲ ਕਰੇ ਉਸ ਨੂੰ ਖੋਲ੍ਹ ਕੇ ਬਾਣੀ ਪੜ੍ਹ ਸਕਦੇ ਹਾਂ, ਵੇਖ ਸਕਦੇ ਹਾਂ, ਅਤੇ ਸੁਣਨ ਵਾਲੇ ਵੀ ਸਿਸਟਮ ਹੈਗੇ ਨੇ, ਸੁਣ ਵੀ ਸਕਦੇ ਹਾਂ। ਨੈੱਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਅਰਥਾਂ ਵਾਲੇ ਟੀਕੇ ਵੀ ਮੌਜੂਦ ਨੇ, ਸਾਹਿਬ ਸਿੰਘ ਵਾਲਾ ਟੀਕਾ ਵੀ ਮੌਜੂਦ ਹੈ। ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸ ਹੱਦ ਤੱਕ ਜਾਣਾ ਅਤੇ ਤੁਸੀਂ ਕਿੰਨੀ ਕੁ ਸਟੱਡੀ ਕਰਨੀ ਹੈ, ਇਹ ਤੁਹਾਡੀ ਮਰਜ਼ੀ ਹੈ। ਗੁਰਦੁਆਰੇ ਜਾਣਾ ਜਾਂ ਗੁਰਦੁਆਰੇ ਗੋਲਕ ਦੇ ਵਿੱਚ ਪੈਸੇ ਪਾਉਣੇ ਜਾਂ ਮੱਥੇ ਟੇਕਣੇ ਇਹ ਕੋਈ ਜ਼ਰੂਰੀ ਨਹੀਂ ਹੈ। ਕੋਈ ਇਹੋ ਜਿਹੀ ਹਦਾਇਤ ਗੁਰਬਾਣੀ 'ਚ ਨਹੀਂ ਹੈ। ਅਸੀਂ ਤਾਂ ਜਿੱਥੇ ਵੀ ਹੈਗੇ ਹਾਂ ਗੁਰੂ ਦਾ ਹੁਕਮ ਮੰਨ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਜਿਹੜੇ ਕਿਤੇ ਦੂਰ ਭਾਰ ਸਿੱਖ ਰਹਿੰਦੇ ਨੇ, ਕਿ ਜੇ ਉਹ ਗੁਰਦੁਆਰੇ ਨਾ ਆਉਣ ਫਿਰ ਉਹ ਸਿੱਖ ਨਹੀਂ ਰਹੇ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਇਹ ਪੁਜਾਰੀਆਂ ਦੀਆਂ ਪ੍ਰਚਾਰੀਆਂ ਹੋਈਆਂ ਗੱਲਾਂ ਨੇ। ਅਸੀਂ ਜਿੱਥੇ ਵੀ ਰਹਿੰਦੇ ਹੋਈਏ ਉੱਥੇ ਹੀ ਚੰਗੇਰਾ ਜੀਵਨ ਬਤੀਤ ਕਰੀਏ, ਇਹੋ ਹੀ ਸਾਡੀ ਗੁਰਮਤ ਹੈ। ਕੋਈ ਵੱਖਰੀ ਗੁਰਦੁਆਰੇ ਜਾ ਕੇ ਗੁਰਮਤ ਨਿਭਾਉਣ ਦੀ ਪਰੰਪਰਾ ਇਹ ਕੇਵਲ ਪੁਜਾਰੀਆਂ ਦੀ ਕਾਢ ਹੈ। ਸਵਾਲ ਨੰਬਰ 369 ਭਾਈ ਸੁਰਿੰਦਰਪਾਲ ਸਿੰਘ ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਇਹਨਾਂ ਪੰਕਤੀਆਂ ਦੇ ਅਰਥ ਕਰਕੇ ਜ਼ਰੂਰ ਸਮਝਾਓ ਜੀ
ਕੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਨੇ? ਇਹਨਾਂ ਦੇ ਬਾਰੇ ਬਹੁਤ ਭੁਲੇਖੇ ਨੇ ਸੰਗਤਾਂ ਦੇ ਵਿੱਚ। ਗੁਰਮੁਖੋ, ਇਹ ਸ਼ਬਦ ਬਾਬਾ ਫਰੀਦ ਜੀ ਦਾ ਲਿਖਿਆ ਹੋਇਆ। ਬਹੁਤੇ ਲੋਕਾਂ ਨੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹਦੇ ਗਲਤ ਅਰਥ ਕੀਤੇ ਹੋਏ ਨੇ। ਹੋਰ ਤਾਂ ਕਿਸੇ ਨੂੰ ਕੀ ਆਖੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਦਰਬਾਰ ਸਾਹਿਬ ਦੇ ਵਿੱਚ ਮਿਊਜ਼ੀਅਮ ਬਣਾਇਆ ਹੋਇਆ ਹੈ, ਉੱਥੇ ਬਾਬਾ ਫਰੀਦ ਜੀ ਦੀ ਫੋਟੋ ਵੀ ਕਿਸੇ ਚਿੱਤਰਕਾਰ ਨੇ ਚਿੱਤਰ ਬਣਾ ਕੇ ਲਾਈ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਉਹਨੂੰ ਮਾਨਤਾ ਦਿੱਤੀ ਹੈ, ਆਪਣੇ ਥਾਂ 'ਤੇ ਉਹ ਫੋਟੋ ਲਾਈ ਹੈ ਕਿ ਕਾਂ ਬਾਬਾ ਫਰੀਦ ਦੇ ਮਾਸ ਨੂੰ ਚੂੰਡਦੇ ਵਿਖਾਏ ਗਏ ਨੇ। ਐਡੀ ਲਾਹਣਤ ਹੈ ਇਹਨਾਂ ਲੋਕਾਂ 'ਤੇ, ਚਿੱਤਰ ਬਣਾਉਣ ਵਾਲਿਆਂ 'ਤੇ ਵੀ ਅਤੇ ਚਿੱਤਰਾਂ ਨੂੰ ਪ੍ਰਵਾਨ ਕਰਨ ਵਾਲਿਆਂ 'ਤੇ ਵੀ, ਜਿਹੜੇ ਐਡੇ ਵੱਡੇ ਉੱਚੇ ਰੁਤਬੇ ਦਾ ਮਾਲਕ ਮਹਾਂਪੁਰਖ ਬਾਬਾ ਫਰੀਦ ਹੈ ਅਤੇ ਉਹਨਾਂ ਦਾ ਸਰੀਰ ਨੂੰ ਕਾਂ ਚੂੰਡ ਰਹੇ ਹੋਣਗੇ। ਉਹਨਾਂ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ। ਇਹਨਾਂ ਚਿੱਤਰਾਂ ਨੂੰ ਪ੍ਰਵਾਨਗੀ ਦੇਣ ਲੱਗੇ ਰਾਈ ਮਾਤਰ ਵੀ ਸ਼ਰਮ ਨਾ ਆਈ ਕਿ ਅਸੀਂ ਐਡੇ ਵੱਡੇ ਮਹਾਂਪੁਰਖ ਦਾ ਆਪਣੇ ਸਭ ਤੋਂ ਵੱਡੇ ਆਖੇ ਜਾਂਦੇ ਧਰਮ ਸਥਾਨ ਦੇ ਵਿੱਚ ਖੁਦ ਅਪਮਾਨ ਕਰ ਰਹੇ ਹਾਂ ਕਿ ਬਾਬਾ ਫਰੀਦ ਜੀ ਆਪਣੇ ਸ਼ਲੋਕਾਂ 'ਚ ਕੂਕ ਕੂਕ ਕੇ ਕਹਿ ਰਹੇ ਨੇ, ਮੇਰਾ ਤੇ ਮਾਸ ਕਾਵਾਂ ਨੇ ਖਾ ਲਿਆ, ਮੇਰੀਆਂ ਅੱਖਾਂ ਹੇ ਕਾਵੋਂ ਨਾ ਖਾਇਓ, ਮੈਨੂੰ ਬਚਾ ਲਿਓ, ਮੇਰੀਆਂ ਅੱਖਾਂ 'ਤੇ ਛੱਡ ਦਿਓ ਕਿਉਂਕਿ ਮੈਂ ਰੱਬ ਨੂੰ ਵੇਖਣਾ ਹੈ। ਭਲੇ ਉਹ ਰੱਬ ਦਾ ਸਰੀਰ ਤਾਂ ਕਿਤੇ ਹੈ ਹੀ ਨਹੀਂ, ਬਾਹਰ ਕਿਤੇ ਜਾ ਕੇ ਦੇਖਣਾ ਹੈ। ਬਾਬਾ ਫਰੀਦ ਤਾਂ ਅਗਲੇ ਸ਼ਲੋਕਾਂ 'ਚ ਖੁਦ ਕਹਿ ਰਹੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਂ ਹੈ। ਉਹ ਤਾਂ ਇਸੇ ਖਲਕਤ ਦੇ ਵਿੱਚ, ਸਮਾਜ ਦੇ ਵਿੱਚ, ਧਰਤੀ ਦੇ ਉੱਤੇ ਕੁਦਰਤ ਦੇ ਜਰੇ ਜਰੇ ਦੇ ਵਿੱਚ ਰੱਬ ਵਸਦਾ ਹੈ। ਗੁਰਬਾਣੀ ਸਾਨੂੰ ਦੱਸਦੀ ਹੈ। ਖੁਦ ਬਾਬਾ ਫਰੀਦ ਦੀ ਇਹ ਗੱਲਾਂ ਸਾਨੂੰ ਸਮਝਾਉਂਦੇ ਨੇ। ਪਰ ਸਾਡੇ ਵਾਲੇ ਜਿਹੜੇ ਆਖੇ ਜਾਂਦੇ ਵੱਡੇ ਪ੍ਰਬੰਧਕ ਨੇ, ਧਰਮ ਸਥਾਨਾਂ 'ਚ ਬੈਠੇ ਕਾਬਜ਼ ਨੇ, ਉਹਨਾਂ ਨੇ ਇਹ ਫੋਟੋਆਂ ਗਲਤ ਤਰੀਕੇ ਨਾਲ ਐਡੇ ਵੱਡੇ ਮਹਾਂਪੁਰਖਾਂ ਦਾ ਅਪਮਾਨ ਕਰਕੇ ਉੱਥੇ ਲਾਈਆਂ ਹੋਈਆਂ ਨੇ। ਇੱਥੇ ਸਾਰੇ ਜਿਹੜੇ ਸ਼ਲੋਕ ਨੇ 3-4 ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ, ਉਹਨਾਂ ਸਾਰਿਆਂ ਦਾ ਭਾਵ ਅਰਥ ਲੈਣਾ ਹੁੰਦਾ ਹੈ, ਨਾ ਕਿ ਸਿੱਧਾ ਉਸੇ ਤੇ ਨਹੀਂ ਗੱਲ ਸਮਝਾਉਣ ਵਾਸਤੇ ਹੈ। ਬਾਬਾ ਫਰੀਦ ਜੀ ਪੰਨਾ 1382 ਤੇ ਸ਼ਲੋਕ ਨੰਬਰ 90 ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾਂ ਕਾਗ। ਫਰੀਦ ਜੀ ਕਹਿੰਦੇ ਨੇ, ਮੇਰਾ ਤੇ ਤਨ ਸੁੱਕ ਗਿਆ, ਪਿੰਜਰਾ ਹੋ ਗਿਆ, ਮੇਰੇ ਪੈਰਾਂ ਦੀਆਂ ਤਲੀਆਂ ਨੂੰ ਕਾਂ ਖਾ ਰਹੇ ਨੇ। ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਦੇ ਭਾਗ। ਅਜੇ ਵੀ ਰੱਬ ਨਹੀਂ ਮਿਲਿਆ, ਬੰਦੇ ਦੇ ਭਾਗ ਦੇਖੋ ਕਿੰਨੇ ਮਾੜੇ ਨੇ। ਗੁਰੂ ਪਿਆਰ ਵਾਲਿਓ, ਇਹ ਆਮ ਮਨੁੱਖ ਨੂੰ ਸਮਝਾਉਣ ਵਾਸਤੇ ਗੱਲਾਂ ਨੇ ਕਿ ਤੁਹਾਡੀ ਹਾਲਤ ਇੰਨੀ ਨਿੱਘਰ ਗਈ ਹੈ, ਬੁੱਢੇ ਹੋ ਗਏ ਹੋ, ਡਿੱਗ ਪਏ ਹੋ, ਸਾਰਾ ਸਰੀਰ ਨਕਾਰਾ ਹੋ ਗਿਆ। ਕਈਆਂ ਨੂੰ ਤਾਂ ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ, ਉਹਨਾਂ ਨੂੰ ਜੀਵ ਜੰਤੂ ਪੰਛੀ ਆਦਿ ਖਾ ਜਾਂਦੇ ਨੇ, ਅਤੇ ਫਿਰ ਵੀ ਰੱਬ ਨੂੰ ਕੋਈ ਯਾਦ ਨਹੀਂ ਕਰਦੇ ਤੁਸੀਂ। ਉਹ ਖੁਦਾ ਨੂੰ ਯਾਦ ਰੱਖਿਆ ਕਰੋ। ਭਾਵਨਾ ਇਹ ਹੈ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇੱਥੇ ਤਾਂ ਵਿਕਾਰ ਰੂਪੀ ਕਾਵਾਂ ਨੇ ਤੁਹਾਡਾ ਮਾਸ ਖਾ ਲਿਆ, ਚੂੰਡ ਲਿਆ। ਇਹ ਦੋਇ ਨਾਨਾ ਮਤ ਛੂ ਹੋ ਫਿਰ ਦੇਖਣ ਕੀ ਆਸ। ਇਹ ਜਿਹੜੀਆਂ ਦੋ ਅੱਖਾਂ ਨੇ, ਇਹਨਾਂ ਨੂੰ ਨਾ ਛੇੜਿਆ ਜਾਵੇ। ਭਾਵ ਕਿ ਆਪਾਂ ਗਿਆਨ ਦੀਆਂ ਅੱਖਾਂ ਨਾਲ ਪਰਖ ਕੇ ਵੇਖੋ ਕਿ ਠੀਕ ਕੀ ਹੈ ਅਤੇ ਗਲਤ ਕੀ ਹੈ। ਬੁਰਾਈਆਂ ਨੂੰ ਤਿਆਗੀਏ ਅਤੇ ਚੰਗਾਈਆਂ ਨੂੰ ਅਪਣਾਈਏ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਇ ਨੈਣਾ ਮਤ ਛੂ ਹੋ ਫਿਰ ਦੇਖਣ ਕੀ ਆਸ। ਅੱਗੇ, ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ। ਹੇ ਮੇਰੇ ਅੰਦਰ ਵਸ ਰਹੇ ਗਲਤ ਵਿਚਾਰ ਵਾਲੇ ਕਾਂ, ਤੂੰ ਉੱਡ ਜਾ, ਨਿਕਲ ਜਾ ਇੱਥੋਂ। ਮੈਂ ਤੈਨੂੰ ਭੈੜੇ ਵਿਚਾਰਾਂ ਵਾਲੇ ਕਿਸੇ ਵੀ ਨੁਕਤੇ ਨੂੰ ਅੰਦਰ ਨਹੀਂ ਰਹਿਣ ਦੇਵਾਂਗਾ। ਮੇਰੇ ਸਰੀਰ ਨੂੰ ਤੂੰ ਨਾ ਖਾ, ਬਰਬਾਦ ਨਾ ਕਰ। ਜੇ ਤੂੰ ਅੰਦਰ ਹੈ ਤਾਂ ਉੱਡ ਜਾ ਇੱਥੋਂ। ਜਿਤ ਪਿੰਜਰਾ ਮੇਰਾ ਸਹੁ ਬਸੈ ਮਾਸ ਨਾ ਤਿੱਦੂ ਖਾਹੇ। ਇਸ ਮੇਰੇ ਸਰੀਰ ਰੂਪੀ ਪਿੰਜਰੇ ਦੇ ਵਿੱਚ ਤਾਂ ਮੈਂ ਆਪਣੇ ਮਾਲਕ ਪ੍ਰਭੂ ਪਰਮਾਤਮਾ ਨੂੰ ਵਸਾਇਆ ਹੋਇਆ। ਤੂੰ ਉੱਡ ਜਾ, ਇੱਥੇ ਨਾ ਰਹਿ। ਅਤੇ ਇੱਥੇ ਤਾਂ ਬਾਬਾ ਫਰੀਦ ਜੀ ਇਹ ਵੀ ਕਹਿੰਦੇ ਨੇ, ਫਰੀਦਾ ਗੌਰ ਨਿਮਾਣੀ ਛੱਡ ਘਰੇ ਨਿੱਘਰਿਆਂ ਕਰ ਆਓ। ਭਾਈ, ਤੁਹਾਨੂੰ ਤਾਂ ਕਬਰਾਂ ਉਡੀਕ ਰਹੀਆਂ ਨੇ। ਤੁਸੀਂ ਤਾਂ ਅਸਲ ਘਰ ਤਾਂ ਤੁਹਾਡਾ ਕਬਰ ਬਣ ਗਈ ਹੈ। ਸਦੀਆਂ ਤੱਕ ਤੁਹਾਡੀਆਂ ਹੱਡੀਆਂ ਨੇ ਕਬਰਾਂ 'ਚ ਪਈ ਰਹਿਣਾ। ਇਹ ਬਾਕੀ ਘਰ ਤਾਂ ਤੁਹਾਡੇ ਬਣਾਵਟੀ ਨੇ, ਵਿਖਾਵੇ ਜੋਗੇ ਨੇ। ਸਰ ਪਰ ਮੈਥ ਆਵਣਾ ਮਰਨੋਂ ਨਾ ਡਰਿਓ। ਭਾਈ, ਮੌਤ ਤੋਂ ਡਰਨਾ ਨਹੀਂ ਚਾਹੀਦਾ। ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਬਹੁਤ ਕੁਝ ਅੱਗੇ ਆਉਣ ਵਾਲੇ ਸ਼ਲੋਕਾਂ 'ਚ ਅਤੇ ਪਿੱਛੇ ਵਾਲੇ ਸ਼ਲੋਕਾਂ 'ਚ ਉਹ ਲਿਖਿਆ। ਅਤੇ ਨਾ ਕਿ ਜਿਹੜਾ ਕਾਂ ਬਾਬਾ ਫਰੀਦ ਜੀ ਨੂੰ ਚੂੰਡ ਰਹੇ ਸੀ, ਖਾ ਰਹੇ ਸੀ,
ਅਜਿਹਾ ਕੁਛ ਵੀ ਨਹੀਂ ਹੈ। ਇਹ ਕਹਾਣੀਕਾਰਾਂ ਨੇ, ਕਥਾਕਾਰਾਂ ਨੇ ਜਾਂ ਲਿਖਾਰੀਆਂ ਨੇ, ਚਿੱਤਰਕਾਰਾਂ ਨੇ ਇਹੋ ਜਿਹਾ ਕੁਛ ਆਪਣੇ ਮਨ ਦੇ ਛੋਟੇ ਵਿਚਾਰ ਲਿਖ ਦਿੱਤੇ ਅਤੇ ਸ਼੍ਰੋਮਣੀ ਕਮੇਟੀ ਵਰਗਿਆਂ ਨੇ ਇਹ ਚਿੱਤਰ ਦਰਬਾਰ ਸਾਹਿਬ 'ਚ ਲਾ ਦਿੱਤੇ। ਵੇਖਣ ਵਾਲੀ ਭੋਲੀ ਸੰਗਤ ਇਹਨੂੰ ਸੱਚ ਮੰਨ ਲੈਂਦੀ ਹੈ ਕਿ ਸ਼ਾਇਦ ਬਾਬਾ ਫਰੀਦ ਜੀ ਇਹੋ ਕੁਛ ਤਾਂ ਕਹਿ ਰਹੇ ਨੇ, ਉਹਨਾਂ ਨੂੰ ਬੁੱਢੇ ਬਾਰੇ ਕਾਂ ਜ਼ਰੂਰ ਖਾਂਦੇ ਹੋਣਗੇ। ਭਲਿਓ, ਇਸ ਤਰ੍ਹਾਂ ਦੀਆਂ ਸੋਚਾਂ ਤੋਂ ਆਪਣੇ ਆਪ ਨੂੰ ਉਭਾਰੋ ਅਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਜੇ ਕਾਬਜ਼ ਹੋ ਹੀ ਗਈ ਹੈ ਤਾਂ ਇਹੋ ਜਿਹੇ ਚਿੱਤਰਾਂ ਨੂੰ ਉਤਾਰ ਦੇਵੇ, ਸੰਗਤਾਂ ਨੂੰ ਗੁੰਮਰਾਹ ਨਾ ਕਰੇ, ਬਾਬਾ ਫਰੀਦ ਜੀ ਅਤੇ ਹੋਰ ਮਹਾਂਪੁਰਖਾਂ ਦਾ ਅਪਮਾਨ ਨਾ ਕਰੇ, ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰੇ। ਇੱਥੇ ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਵਿਕਾਰ ਰੂਪੀ ਕਾਵਾਂ ਨੇ ਮਨੁੱਖ ਦਾ ਸਾਰਾ ਹੀ ਸਰੀਰ ਨਾਸ ਕਰ ਦਿੱਤਾ। ਵਿਕਾਰਾਂ ਦੇ ਵਿੱਚ ਇਨਸਾਨ ਡੁੱਬ ਗਿਆ, ਗਰਕ ਹੋਇਆ। ਇਹ ਦੋ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਇਹ ਦੋ ਅੱਖਾਂ ਜੇ ਖੁੱਲ੍ਹੀਆਂ ਹੁੰਦੀਆਂ, ਭਾਵ ਕਿ ਗਿਆਨ ਦੀਆਂ ਅੱਖਾਂ ਜੇ ਖੁੱਲ੍ਹੀਆਂ ਹੋ ਗਈਆਂ ਹੁੰਦੀਆਂ, ਅੰਦਰ ਅਕਲ ਹੁੰਦੀ, ਦਿਮਾਗ ਹੁੰਦਾ, ਤਾਂ ਫਿਰ ਇਹੋ ਜਿਹੇ ਗਲਤ ਕੰਮ ਮਨੁੱਖ ਨਾ ਕਰਦਾ। ਉਹਨੂੰ ਪਤਾ ਹੁੰਦਾ ਕਿ ਮੈਂ ਇਸ ਗਿਆਨ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਵੇਖਣਾ, ਉਹਦਾ ਵਾਸਾ ਕਰਾਉਣਾ, ਆਪਣੇ ਆਪ ਨੂੰ ਪ੍ਰਭੂ ਦੀ ਜੋਤ ਜਾਣਨਾ ਅਤੇ ਮੈਂ ਕੋਈ ਪ੍ਰਭੂ ਤੋਂ ਵੱਖਰਾ ਨਹੀਂ ਹਾਂ। ਕਾਂ ਤਾਂ ਇੱਥੇ ਵਿਕਾਰ ਨੂੰ ਆਖਿਆ, ਨਾ ਕਿ ਸੱਚੀ ਮੁੱਚੀ ਦੇ ਕਾਂ ਬਾਬਾ ਫਰੀਦ ਨੂੰ ਚੁਣਨ ਆ ਗਏ ਸੀ। ਬਚੀਏ ਇਹਨਾਂ ਗਲਤ ਕਹਾਣੀਆਂ ਤੋਂ, ਗਲਤ ਸਾਖੀਆਂ ਤੋਂ। ਸਵਾਲ ਨੰਬਰ 370 ਭਾਈ ਅਰੁਣ ਮੋਗਾ ਤੋਂ। ਇਹਨਾਂ ਦਾ ਸਵਾਲ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਧਰੂ ਪ੍ਰਹਲਾਦ ਬਾਰੇ ਦੱਸੋ ਜੀ ਅਤੇ ਇਸ ਸ਼ਬਦ ਦੇ ਅਰਥ ਕੀ ਨੇ। ਧਰੂ ਪ੍ਰਹਲਾਦ ਪੁਰਾਣਕ ਕਥਾਵਾਂ ਦੇ ਵਿੱਚ ਸਿਰਜੇ ਗਏ ਪਾਤਰ ਨੇ। ਜਿਵੇਂ ਜਿਵੇਂ ਉਹਨਾਂ ਦਾ ਜੀਵਨ ਵਿਗਿਆਨਕ ਤੌਰ 'ਤੇ ਜੇ ਪਰਖੀਏ ਤਾਂ ਉਸ ਵਿਗਿਆਨਕ ਨਜ਼ਰੀਏ 'ਤੇ ਤਾਂ ਖਰਾ ਨਹੀਂ ਉਤਰਦਾ, ਪਰ ਪੁਰਾਤਨ ਸਮਿਆਂ ਦੇ ਵਿੱਚ ਕੁਝ ਸਮਝਾਉਣ ਵਾਸਤੇ ਇਹੋ ਜਿਹੇ ਪਾਤਰ ਚਿੱਤਰੇ ਜਾਂਦੇ ਸੀ। ਗੁਰਬਾਣੀ 'ਚ ਇਹਨਾਂ ਨੂੰ ਤਾਂ ਲਿਆ ਗਿਆ ਕਿਉਂਕਿ ਧਰੂ ਦੇ ਨਾਲ ਅਤੇ ਪ੍ਰਹਲਾਦ ਦੇ ਨਾਲ ਕੋਈ ਕਲੰਕਿਤ ਕਹਾਣੀ ਨਹੀਂ ਜੁੜੀ ਹੋਈ। ਇਹਨਾਂ ਦਾ ਜੀਵਨ ਪਾਕ ਪਵਿੱਤਰ ਮੰਨਿਆ ਜਾਂਦਾ ਹੈ, ਭਾਵ ਕਿ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਬੁਰੇ ਕੰਮ ਨਹੀਂ ਕੀਤੇ। ਹੁਣ ਇੱਥੇ ਗੁਰੂ ਸਾਹਿਬ ਨੇ ਜਾਂ ਭਗਤ ਕਬੀਰ ਜੀ ਨੇ ਇਹਨਾਂ ਦੀਆਂ ਉਦਾਹਰਨਾਂ ਨਾਮਦੇਵ ਜੀ ਨੇ ਤਾਂ ਦਿੱਤੀਆਂ ਨੇ ਕਿਉਂਕਿ ਇਹਨਾਂ ਦੇ ਜ਼ਿੰਦਗੀ ਨਾਲ ਕੋਈ ਕਲੰਕ ਨਹੀਂ ਲੱਗਿਆ ਹੋਇਆ ਕਿ ਤੁਸੀਂ ਇਹਨਾਂ ਵਰਗੇ ਬਣਨਾ। ਭਾਵੇਂ ਕਿਸੇ ਵੀ ਥਾਂ 'ਤੇ ਟੱਕਰ ਲੈਣੀ ਪਵੇ, ਬਗਾਵਤ ਕਰਨੀ ਪਵੇ, ਹਿੰਮਤ ਹੌਸਲਾ ਨਹੀਂ ਹਾਰਨਾ। ਬੁਰਾਈਆਂ ਨੂੰ, ਵਿਕਾਰਾਂ ਨੂੰ ਸਮਾਜ ਦੇ ਵਿੱਚੋਂ ਦੂਰ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਉਣੀ ਹੈ, ਜਿਵੇਂ ਕਿ ਧਰੂ ਨੇ ਅਤੇ ਪ੍ਰਹਲਾਦ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਉਪਰਾਲਾ ਕੀਤਾ ਹੈ। ਭਾਵੇਂ ਇਹ ਪੁਰਾਣਕ ਕਥਾ ਹੈ, ਪਰ ਸਮਝਾਉਣ ਵਾਸਤੇ ਤਾਂ ਜੀਵਾਂ ਜੰਤੂਆਂ, ਪਸ਼ੂਆਂ, ਪੰਛੀਆਂ ਆਦਿਕ ਦੇ ਹਵਾਲੇ ਵੀ ਗੁਰਬਾਣੀ 'ਚੋਂ ਮਿਲਦੇ ਨੇ। ਤੋ ਇਹ ਤਾਂ ਇਨਸਾਨ ਪਾਤਰ ਨੇ, ਇਹਨਾਂ ਦੇ ਹਵਾਲੇ ਤਾਂ ਵਾਜਿਬ ਨੇ। ਅਤੇ ਇੱਥੇ ਕਬੀਰ ਜੀ ਨੇ ਜਿਹੜਾ ਇਹ ਸ਼ਬਦ ਵਰਤਿਆ ਉਹ ਤਾਂ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਇਹ ਸ਼ਬਦ ਹੈ ਗੁਰਬਾਣੀ ਦੇ ਵਿੱਚ 337 ਪੰਨੇ ਦੇ ਉੱਤੇ। ਅਤੇ ਇਹਦੀ ਇੱਕ ਆਪਾਂ ਹੋਰ ਉਦਾਹਰਨਾਂ ਵੀ ਲੈਂਦੇ ਹਾਂ। ਇਹੋ ਜਿਹੀਆਂ ਕਾਫੀ ਸਾਰੀਆਂ ਉਦਾਹਰਨਾਂ ਗੁਰਬਾਣੀ 'ਚ ਮਿਲ ਜਾਂਦੀਆਂ ਨੇ। ਨੌਵੇਂ ਪਾਤਸ਼ਾਹ ਕਹਿੰਦੇ ਨੇ 632 ਪੰਨੇ 'ਤੇ ਇੱਕ ਸ਼ਬਦ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮਨ, ਪ੍ਰਭੂ ਦੀ ਸ਼ਰਨ ਦੇ ਵਿੱਚ ਜਾ, ਭਾਵ ਕਿ ਵਿਚਾਰ ਕਰ, ਤੂੰ ਪ੍ਰਭੂ ਦੇ ਨੇੜੇ ਹੈ ਕਿ ਨਹੀਂ ਹੈ, ਪ੍ਰਭੂ ਤੇਰੇ ਅੰਦਰ ਵਸਦਾ ਹੈ ਕਿ ਨਹੀਂ ਹੈ, ਤੂੰ ਨਿਯਮਾਂ ਦੇ ਵੀ ਜ਼ਿੰਦਗੀ ਜਿਉਣਾ ਹੈ ਕਿ ਨਹੀਂ ਜਿਉਂਦਾ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਧਾਰੋ। ਪੁਰਾਣਕ ਪਾਤਰਾਂ ਦੇ ਵਿੱਚ ਇੱਕ ਗਨਕਾ ਨਾਮ ਦੀ ਔਰਤ ਵੀ ਸੀ ਅਤੇ ਜਿਹੜੀ ਵੇਸ਼ਵਾ ਦੀ ਗੰਦੇ ਕੰਮ 'ਚ ਡੁੱਬੀ ਹੋਈ ਸੀ। ਅਤੇ ਕਹਿੰਦੇ ਇੱਕ ਸਾਧੂ ਮਹਾਤਮਾ ਉਹਦੇ ਕੋਲੇ ਚਲਾ ਗਿਆ। ਉਹਨੇ ਸਾਧੂ ਮਹਾਤਮਾ ਨੇ ਇਸ ਬੀਬੀ ਨੂੰ ਇੱਕ ਤੋਤਾ ਦੇ ਦਿੱਤਾ ਕਿ ਭਾਈ ਇਹ ਤੋਂ ਤੋਤੇ ਤੋਂ ਤੂੰ ਰਾਮ ਰਾਮ ਸੁਣਿਆ ਕਰ। ਅਤੇ ਉਹ ਤੋਤੇ ਤੋਂ ਰਾਮ ਨਾਮ ਸੁਣਦੀ ਗਈ ਅਤੇ ਹੌਲੀ ਹੌਲੀ ਉਹਦਾ ਪਾਰ ਨਿਸਤਾਰਾ ਹੋ ਗਿਆ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਤੋਤਾ ਤਾਂ ਰਾਮ ਰਾਮ ਕਹਿਣ ਜਾਣਦਾ ਹੈ ਅਤੇ ਵਿਚਾਰੀ ਇਨਸਾਨ ਹੋ ਕੇ ਗਨਕਾ ਨਹੀਂ ਜਾਣਦੀ। ਪਰ ਇਹ ਸਮਝਾਉਣ ਦੇ ਢੰਗ ਨੇ ਜੋ ਪੁਰਾਤਨ ਪ੍ਰਚਲਿਤ ਕਹਾਣੀਆਂ ਸੀ ਉਹਨਾਂ ਦੇ ਕੇਵਲ ਹਵਾਲੇ ਮਾਤਰ ਨੇ। ਇਸੇ ਤਰ੍ਹਾਂ ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਇਸੇ ਤਰ੍ਹਾਂ ਅਟਲ ਭਇਓ ਧਰੂ ਭਗਤ ਅਟਲ ਹੋ ਗਿਆ, ਭਾਵ ਕਿ ਉਹਦੀ ਆਪਣੇ ਮਤਰੇਈ ਮਾਂ ਨੇ ਲਾਹਣਤਾਂ ਪਾਈਆਂ ਸੀ, ਬਾਪ ਨੇ ਰਾਜ ਤੋਂ ਬੇਦਖਲ ਕਰਤਾ ਸੀ। ਫਿਰ ਉਹ ਜੰਗਲਾਂ ਨੂੰ ਚਲਾ ਗਿਆ, ਉੱਥੇ ਉਹਨੇ ਭਗਤੀ ਤਪੱਸਿਆ ਕੀਤੀ ਅਤੇ ਭਗਤੀ ਤੋਂ ਖੁਸ਼ ਹੋ ਕੇ ਭਗਵਾਨ ਜੀ ਨੇ
ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਤੇ ਫਿਰ ਬੇਅੰਤ ਲੰਮੇ ਸਮੇਂ ਤੱਕ ਕਈ ਹਜ਼ਾਰ ਸਾਲਾਂ ਤੱਕ ਉਹਨੇ ਫਿਰ ਆਪਣਾ ਅਟਲ ਰਾਜ ਕੀਤਾ। ਇਹ ਕਹਾਣੀ ਪ੍ਰਚਲਿਤ ਹੈ ਪੁਰਾਣਕ ਪਾਤਰਾਂ ਦੇ ਵਿੱਚ, ਕਹਾਣੀਆਂ ਦੇ ਵਿੱਚ। ਦੁੱਖ ਹਰਤਾ ਏਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ, ਵੀ ਭਾਵ ਕਿ ਜੇ ਧਰੂ ਨੇ ਦਾ ਜੀਵਨ ਉੱਚਾ ਹੋ ਗਿਆ, ਉਹਨੂੰ ਰਾਜ ਮਿਲ ਗਿਆ, ਤੁਹਾਨੂੰ ਵੀ ਭਾਈ ਨੇਕ ਰਾਹ 'ਤੇ ਚੱਲਣਾ ਚਾਹੀਦਾ ਹੈ। ਜਿਵੇਂ ਧਰੂ ਸੁਧਰ ਗਿਆ, ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਗਈਆਂ, ਤੁਸੀਂ ਵੀ ਚੰਗੇ ਇਨਸਾਨ ਬਣੋ, ਤੁਹਾਡੀਆਂ ਵੀ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਜਬ ਹੀ ਸਰਨ ਗਹੀ ਕਿਰਪਾ ਨਦ ਗੱਜ ਗਰਾਹ ਤੇ ਛੂਟਾ, ਜਦੋਂ ਰੱਬ ਜੀ ਨੇ ਕਿਰਪਾ ਕੀਤੀ, ਕਹਿੰਦੇ ਇੱਕ ਹਾਥੀ ਸੀ ਤੇ ਹਾਥੀ ਸਰਾਪ ਦੇ ਕਾਰਨ ਕਿਸੇ ਇਨਸਾਨ ਤੋਂ ਹਾਥੀ ਬਣ ਗਿਆ ਸੀ ਤੇ ਉਹਨੇ ਫਿਰ ਰੱਬ ਜੀ ਨੂੰ ਯਾਦ ਕੀਤਾ। ਹਾਥੀ ਹੁਣ ਕਿਵੇਂ ਯਾਦ ਕਰੂਗਾ, ਇਹ ਤਾਂ ਹੁਣ ਪੁਰਾਣਕ ਪਾਤਰਾਂ ਨੂੰ ਲਿਖਣ ਵਾਲੇ, ਪੇਸ਼ ਕਰਨ ਵਾਲੇ ਹੀ ਜਾਣਦੇ ਨੇ, ਪਰ ਹਿੰਦੂ ਪੁਰਾਣਕ ਗ੍ਰੰਥਾਂ ਦੇ ਵਿੱਚ ਇਹ ਕਹਾਣੀਆਂ ਪ੍ਰਚਲਿਤ ਨੇ। ਤੇ ਹਾਥੀ ਵੀ ਛੁੱਟ ਗਿਆ ਜਦੋਂ ਕਿ ਉਹ ਮਾਰਿਆ ਜਾਣ ਲੱਗਿਆ ਸੀ ਰੱਬ ਦਾ ਨਾਮ ਜਪ ਕੇ। ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਟੂਟਾ। ਭਾਈ ਇਸੇ ਤਰ੍ਹਾਂ ਜਿਵੇਂ ਹਾਥੀ ਦਾ ਜੇ ਛੁਟਕਾਰਾ ਹੋ ਗਿਆ, ਤੁਹਾਡਾ ਕਿਉਂ ਨਹੀਂ ਹੋਊਗਾ। ਅਜਾਮਲ ਪਾਪੀ, ਅਜਾਮਲ ਨਾਮ ਦਾ ਇੱਕ ਬ੍ਰਾਹਮਣ ਸੀ, ਕਹਿੰਦੇ ਉਹ ਬਹੁਤ ਮੰਦੇ ਕੰਮ ਕਰਦਾ ਸੀ, ਬੇਸ਼ਵਾਵਾਂ ਦੇ ਕੋਠਿਆਂ 'ਤੇ ਵੀ ਜਾਣ ਲੱਗ ਪਿਆ ਤੇ ਉਹਨੂੰ ਰਾਜੇ ਨੇ ਰਾਜ ਦਰਬਾਰ 'ਚੋਂ ਕੱਢ ਦਿੱਤਾ, ਆਪਣੇ ਸ਼ਹਿਰ 'ਚੋਂ ਕੱਢ ਦਿੱਤਾ, ਜੰਗਲ ਜਾ ਕੇ ਰਹਿਣ ਲੱਗਿਆ। ਬੜੀਆਂ ਲੰਮੀਆਂ ਕਹਾਣੀਆਂ ਨੇ ਇਹ। ਤੇ ਫਿਰ ਉਹਨੇ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖ ਦਿੱਤਾ। ਕਹਿੰਦੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਸੀ ਨਰਾਇਣ ਕਹਿ ਕਹਿ ਕੇ, ਤੇ ਰੱਬ ਨੂੰ ਭੁਲੇਖਾ ਲੱਗ ਗਿਆ ਕਿ ਸ਼ਾਇਦ ਇਹ ਰੱਬ ਨਰਾਇਣ ਮੇਰਾ ਨਾਮ ਲੈਂਦਾ ਹੈਗਾ, ਤਾਂ ਉਹਦਾ ਪੁੱਤਰ ਦਾ ਨਾਮ ਸੀ ਨਰਾਇਣ। ਪਰ ਰੱਬ ਉਹਦੇ 'ਤੇ ਮਿਹਰਬਾਨ ਹੋ ਗਿਆ, ਉਹਦੇ ਸਾਰੇ ਪਾਪ ਕਰਮ ਕੱਟ ਦਿੱਤੇ ਤੇ ਉਹਨੂੰ ਸੁਰਗ ਦੇ ਵਿੱਚ ਭੇਜ ਦਿੱਤਾ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਇੱਕ ਪਾਸੇ ਤਾਂ ਤੁਸੀਂ ਐਡੇ ਵੱਡੇ ਪਾਪੀਆਂ ਨੂੰ ਵੀ ਮੁਕਤ ਕਰੀ ਜਾਂਦੇ ਹੋ, ਉਹਨਾਂ ਨੂੰ ਸੁਰਗਾਂ ਦੇ ਦਰਵਾਜ਼ੇ ਖੋਲ੍ਹੀ ਜਾਂਦੇ ਹੋ, ਉਹਨਾਂ ਨੂੰ ਪੂਜਣ ਯੋਗ ਬਣਾਈ ਜਾਂਦੇ ਹੋ, ਪਰ ਕੀ ਆਮ ਇਨਸਾਨ ਰੱਬ ਦਾ ਨਾਮ ਜਪ ਕੇ ਉਹ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ? ਕੀ ਉਹਦਾ ਜਾਤ ਪਾਤ ਖਤਮ ਨਹੀਂ ਹੋ ਸਕਦੀ? ਕੀ ਤੁਸੀਂ ਉਹਦਾ ਪਿਛੋਕੜ ਲੈ ਕੇ ਸਾਰਾ ਦਿਨ ਪਿੱਟ ਪਟੂਆ ਪਾਉਂਦੇ ਰਹੋਗੇ ਕਿ ਕਦੀ ਉਹਨੂੰ ਇਹ ਵੀ ਆਖੋਗੇ ਕਿ ਠੀਕ ਆ ਭਾਈ, ਪਿਛਲੇ ਸਮੇਂ 'ਚ ਤੂੰ ਜੋ ਗਲਤੀਆਂ ਕਰਤੀਆਂ ਪਰ ਅੱਗੇ ਤੋਂ ਨਾ ਕਰੀ, ਅੱਜ ਤੋਂ ਬਾਅਦ ਤੇਰਾ ਜੀਵਨ ਸੁਧਰ ਗਿਆ, ਮੰਨ ਲਿਆ ਜਾਵੇਗਾ। ਸੋ ਅਸੀਂ ਪਿਛਲੇ ਉਹਨੂੰ ਲਾਹਣਤਾਂ ਨਹੀਂ ਪਾਵਾਂਗੇ, ਤਾਨੇ ਨਹੀਂ ਦੇਵਾਂਗੇ, ਇਹ ਭਾਵਨਾ ਸੀ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰੈ ਪਾਰਾ। ਭਾਈ ਤੂੰ ਵੀ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ, ਤੇਰਾ ਵੀ ਪਾਰ ਨਿਸਤਾਰਾ ਹੋ ਜਾਊਗਾ। ਇਹ ਉਦਾਹਰਣ ਮਾਤਰ ਹੁੰਦੀਆਂ ਨੇ। ਇਹ ਸਾਰੇ ਪਾਤਰ ਵਿਗਿਆਨਕ ਆਧਾਰ 'ਤੇ, ਤਰਕ ਦੀ ਕਸਵੱਟੀ 'ਤੇ ਤਾਂ ਇਹਨਾਂ ਦਾ ਜੀਵਨ ਖਰਾ ਨਹੀਂ ਉਤਰਦਾ, ਪਰ ਗੱਲਾਂ ਸਮਝਾਉਣ ਵਾਸਤੇ ਗੁਰਬਾਣੀ 'ਚ ਇਹਨਾਂ ਦੇ ਹਵਾਲੇ ਮਾਤਰ ਨੇ। ਇਹ ਸਾਡਾ ਸਿਧਾਂਤ ਨਹੀਂ ਹੈਗੇ, ਕੇਵਲ ਹਵਾਲੇ ਨੇ। ਤੇ ਹਵਾਲਿਆਂ ਦੇ ਨਾਲ ਸਮਝਾਉਣ ਵਾਸਤੇ ਜਿਵੇਂ ਆਪਾਂ ਬੱਚਿਆਂ ਨੂੰ ਸਮਝਾਉਂਦੇ ਆ, ਕੋਈ ਨਾ ਕੋਈ ਤਰੀਕਾ ਹੁੰਦਾ ਹੈ ਵੱਡੇ ਲੋਕਾਂ ਦਾ ਗੱਲ ਨੂੰ ਸਮਝਾਉਣ ਵਾਸਤੇ, ਤਾਂ ਕਿ ਅਸੀਂ ਸੌਖੇ ਤਰੀਕੇ ਸਮਝ ਆਈਏ ਕਿ ਦੇਖ ਆਹ ਕੰਮ ਉਹਨੇ ਐਂ ਕੀਤਾ ਸੀ ਤੇ ਤੂੰ ਵੀ ਜੇ ਇਸ ਤਰ੍ਹਾਂ ਕਰੇਗਾ ਤੇਰਾ ਵੀ ਜੀਵਨ ਬਦਲ ਜਾਵੇਗਾ। ਤੋ ਇੱਥੇ ਆਪਾਂ ਸਮਾਪਤ ਕਰਦੇ ਹਾਂ। ਅੱਜ ਇਹ 36ਵਾਂ ਜੋ ਭਾਗ ਹੈ ਸਵਾਲ ਜਵਾਬ ਦਾ ਇੱਥੇ ਪੂਰਾ ਹੋਇਆ। 10 ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕੀਤਾ ਗਿਆ। ਤਤ ਗੁਰਮਤ ਗਿਆਨ YouTube TV ਚੈਨਲ ਤੁਹਾਡੇ ਸਨਮੁਖ ਇਹ ਜਿਹੜੀ ਟੀਮ ਹੈ, ਇਹ ਸਾਰੇ ਸਵਾਲ ਜਵਾਬ, ਜਨਮ ਸਾਖੀਆਂ ਅਤੇ ਹੋਰ ਬੇਅੰਤ ਮੈਟਰ ਰੱਖ ਰਿਹਾ। ਇਹ YouTube 'ਤੇ ਵੀ ਹੁੰਦਾ ਹੈ, ਤਤ ਗੁਰਮਤ ਗਿਆਨ ਸਿਰਲੇਖ ਥੱਲੇ, ਅਤੇ ਮੇਰੀ Facebook ਪੇਜ 'ਤੇ ਵੀ ਇਹ ਪਾਇਆ ਹੁੰਦਾ। ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੇਮੀ ਵੀਰ ਭੈਣਾਂ ਨੇ ਆਪੋ ਆਪਣੇ ਪੇਜਾਂ 'ਤੇ ਅੱਗੇ ਸ਼ੇਅਰ ਕਰਦੇ ਰਹਿੰਦੇ ਨੇ। ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ, ਇਸ ਤਰ੍ਹਾਂ ਸਾਥ ਦਿੰਦੇ ਰਹੋਗੇ, ਪੂਰੀ ਉਮੀਦ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।